book. It is so touching. It brought tears to my eyes. I can't speak. This is the touching story of Guru Nanak. As the topic, impact of partition on the legacy of Guru Nanak. ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜਿਹੀ ਬੇਨਤੀ ਹੈਗੀ ਕਿ ਇਸ ਨੂੰ ਤੁਸੀਂ ਇਸ ਤਰੀਕੇ ਨਾਲ ਨਾ ਲੈਣਾ ਕਿ ਇਹ ਅਮਰਦੀਪ ਆਪਣੇ ਖਿਆਲ ਦੱਸ ਰਿਹਾ ਹੈ, ਆਪਣੇ ਪਰਸਨਲ ਵਿਚਾਰ ਰੱਖ ਰਿਹਾ ਹੈ। ਮੈਨੂੰ ਇਸ ਪ੍ਰੈਜੈਂਟੇਸ਼ਨ ਦੇ ਵਿਚਕਾਰ ਤੁਸੀਂ ਸਿਰਫ ਇੱਕ ਰਿਪੋਰਟਰ ਦੀ ਤਰ੍ਹਾਂ ਤੁਸੀਂ ਦੇਖਣਾ, ਕਿਉਂਕਿ ਵਿਰਾਸਤ ਦੇ ਉੱਤੇ ਬਹੁਤ ਇੰਪੈਕਟ ਪਿਆ ਹੈ ਪਿਛਲੇ ਕੁਝ 100+ ਸਾਲ ਤੋਂ, ਪਾਰਟੀਸ਼ਨ ਤੋਂ ਪਿੱਛੇ ਤੋਂ ਲੈ ਕੇ ਹੁਣ। ਅਸੀਂ ਅਗਰ ਗੁਰੂ ਨਾਨਕ ਸਾਹਿਬ ਦੇ ਵੱਲ ਅਸੀਂ ਸਿਰਫ ਆਪਣੇ ਆਪ ਨੂੰ ਅਗਰ ਟਰੂਲੀ ਪੇਸ਼ ਕਰਨਾ ਹੈ ਤੇ ਇਹਦੇ ਅੰਦਰ ਫਿਰ ਕਾਫੀ ਚੀਜ਼ਾਂ ਹੋ ਸਕਦੀਆਂ ਸਾਨੂੰ ਅੱਜ ਦੇ ਨੈਰੇਟਿਵ ਵਿੱਚ ਸ਼ਾਇਦ ਟਰਬਲਸਮ ਹੋਵਣ, ਸ਼ਾਇਦ ਸਾਨੂੰ ਠੀਕ ਨਾ ਲੱਗਣ। ਉਹਨੂੰ ਤੁਸੀਂ ਇਸ ਪੱਖ ਨਾਲ ਦੇਖਣਾ ਕਿ ਸਿਰਫ ਜੋ ਮੈਨੂੰ ਸਮਝ ਆਇਆ ਹੈ ਮੈਂ ਉਸਨੂੰ ਸਿਰਫ ਰਿਪੋਰਟ ਕਰ ਰਿਹਾ, ਕਿਉਂਕਿ ਮੈਂ ਆਪ ਹੀ ਇਸ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਔਰ ਹਿਸਟਰੀ ਨੂੰ ਸਮਝਣਾ ਇੱਕ ਕੋਈ ਆਸਾਨ ਚੀਜ਼ ਨਹੀਂ ਹੈ, ਲੇਕਿਨ ਮੇਰਾ ਕੰਮ ਜਿਹੜਾ ਹੈਗਾ ਸਿਰਫ ਟੈਕਸਟ ਬੁੱਕ ਹਿਸਟੋਰੀਅਨ ਵਾਂਗਰ ਨਹੀਂ ਹੈ। ਮੈਂ ਤਾਂ ਪਹਿਲੀ ਗੱਲ ਤੇ ਹਿਸਟੋਰੀਅਨ ਹਾਂ ਨਹੀਂ, ਤੇ ਜਿੰਨਾ ਰੱਬ ਨੇ ਇੱਕ ਸਮਝ ਬਖਸ਼ੀ, ਜਿਤਨਾ ਬੂਹੇ ਖੋਲੇ ਉਸ ਹਿਸਾਬ ਨਾਲ ਮੈਂ ਚੱਲਦਾ ਗਿਆ। ਜੋ ਚੱਲਦੇ ਜੋ ਚੀਜ਼ਾਂ ਦੇਖੀਆਂ ਉਹਨਾਂ ਚੋਂ ਕੀ ਮੈਨੂੰ ਸਮਝ ਆਇਆ ਸਿਰਫ ਉਸਨੂੰ ਮੈਂ ਪੇਸ਼ ਕਰ ਰਿਹਾ ਅੱਜ। ਤੇ ਇੱਕ ਮਿੰਟ, ਤੇ ਜਿਹੜਾ ਇਹ ਪ੍ਰੈਜੈਂਟੇਸ਼ਨ ਹੈਗਾ, ਜਿੱਦਾਂ ਮੈਂ ਕਿਹਾ ਕਿ ਇਹ ਕੋਈ ਕਲਾਸਰੂਮ ਪ੍ਰੈਜੈਂਟੇਸ਼ਨ ਨਹੀਂ ਹੈ। ਨਾ ਮੈਂ ਐਂਥਰੋਪੋਲੋਜੀ ਪੜ੍ਹੀ ਹੈ, ਨਾ ਮੈਂ ਹਿਸਟਰੀ ਪੜ੍ਹੀ ਹੈ, ਨਾ ਮੈਂ ਮਿਊਜ਼ਿਕੋਲੋਜੀ ਪੜ੍ਹੀ ਹੈ, ਨਾ ਫਿਲਮ ਮੇਕਿੰਗ ਪੜ੍ਹੀ ਹੈ। ਇਹ ਤਾਂ ਸਿਰਫ ਇੱਕ ਆਪਣਾ ਇੱਕ ਜਜ਼ਬਾ ਸੀਗਾ, ਇੱਕ ਜਨੂਨ ਸੀਗਾ ਜਦੋਂ ਕਾਰਪੋਰੇਟ ਜਗ੍ਹਾ 'ਤੇ ਕੰਮ ਕਰਦੇ ਸੀਗੇ। ਤੇ ਇਹ ਸਾਰੇ ਜਿਹੜੇ ਲੇਅਰਸ ਬਣਦੀ ਗਈਆਂ ਸਕਿੱਲਸ ਦੀਆਂ ਅਲੱਗ-ਅਲੱਗ, ਤੇ ਜਦੋਂ 2014 ਛੱਡਿਆ ਤਾਂ ਉਸ ਤੋਂ ਬਾਅਦ ਜੋ ਇਲਾਕਾ ਮੈਂ ਖੁਦ ਆਪ ਚੱਲ ਕੇ ਦੇਖਿਆ ਹੈ, ਤੇ ਜਿਹੜਾ ਤੁਸੀਂ ਸ਼ੇਡਡ ਏਰੀਆ ਦੇਖ ਰਹੇ ਹੋ, ਇਹ ਗੁਰੂ ਨਾਨਕ ਸਾਹਿਬ ਦੇ ਲੈਗੇਸੀ ਨੂੰ ਸਰਚ ਕਰਨ ਵਿੱਚ ਇਹ ਪੂਰੇ ਇਲਾਕੇ ਦੇ ਅੰਦਰ ਮੈਂ ਪਿਛਲੇ 8 ਸਾਲਾਂ ਦੇ ਅੰਦਰ ਵਿਚਰਿਆ, ਜਿਹਦੇ ਅੰਦਰ ਤਿੱਬਤ ਤੇ ਇੰਡੀਆ, ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ ਤੇ ਸਾਊਦੀ ਅਰੇਬੀਆ। ਤੇ ਇਹਨੂੰ ਵਿਚਰਨੇ ਵਿੱਚ ਮੈਨੂੰ ਮੌਕਾ ਮਿਲਿਆ ਉਹ ਚੀਜ਼ਾਂ ਨੂੰ ਥੋੜਾ ਇਤਿਹਾਸਿਕ ਸਪਿਰਿਚੁਅਲ ਪੱਖ ਦੇ ਨਾਲ ਦੇਖਣ ਵਿੱਚ ਤੇ ਉਹਨੂੰ ਸਮਝਣ ਵਿੱਚ। ਉਹ ਚੀਜ਼ ਮੈਂ ਅੱਜ ਪੇਸ਼ ਕਰ ਰਿਹਾ। ਟੂ ਨੇਸ਼ਨ ਥਿਓਰੀ, ਜਿਸਨੇ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਨੂੰ ਇੰਪੈਕਟ ਪਹੁੰਚਾਇਆ। ਕਰੀਬ ਸਿਰਫ 72 ਸਾਲ ਪੁਰਾਣੀ ਗੱਲ ਹੈ ਕਿ ਜਿਹਦੇ ਅੰਦਰ ਕਿਹਾ ਗਿਆ ਸੀਗਾ ਕਿ ਹਿੰਦੂਜ਼ ਐਂਡ ਮੁਸਲਿਮਸ ਕੈਨੋਟ ਲਿਵ ਟੂਗੇਦਰ। ਇਸ ਬੇਸਿਸ ਤੇ ਟੂ ਨੇਸ਼ਨ ਥਿਓਰੀ ਬਣੀ ਸੀਗੀ। ਤੇ ਉਸ ਤੋਂ ਪਹਿਲਾਂ ਕੌਣ ਸੀਗਾ, ਕੌਣ ਰਹਿ ਰਿਹਾ ਸੀਗਾ ਇਕੱਠਾ? ਸੈਂਚੁਰੀਜ਼ ਤੋਂ ਅਸੀਂ ਸਾਰੇ ਇਕੱਠੇ ਰਹੇ ਸੀਗੇ, ਭਰਾ ਭੈਣ ਵਾਂਗਣ ਅਸੀਂ ਰਹਿ ਰਹੇ ਸੀਗੇ ਸਾਰੇ। ਠੀਕ ਹੈ, ਮਤਭੇਦ ਹੁੰਦੇ ਨੇ, ਦੋ ਭਰਾ ਲੜਦੇ ਨੇ, ਦੋ ਭੈਣਾਂ ਲੜਦੀਆਂ ਨੇ, ਫੈਮਲੀਜ਼ ਲੜਦੀਆਂ ਨੇ, ਲੇਕਿਨ ਕੋਈ ਇਹੋ ਜਿਹਾ ਤਾਂ ਨਹੀਂ ਸੀਗਾ ਕਿ ਇਕੱਠੇ ਰਹਿ ਨਹੀਂ ਸਕਦੇ। ਰਹੀ ਤੇ ਰਹੇ ਸੀਗੇ। ਮੇਰੇ ਫਾਦਰ ਮੁਜ਼ੱਫਰਾਬਾਦ ਦੇ ਸਨ, ਕਸ਼ਮੀਰ ਦੇ, ਤੇ ਜਦੋਂ ਉਹ ਜ਼ਮੀਨ ਛੱਡ ਕੇ ਊੜੀ ਜਿਹੜਾ ਇੰਡੀਆ ਵਾਲੇ ਪਾਸੇ ਤੇ ਮੁਜ਼ੱਫਰਾਬਾਦ ਜ਼ਮੀਨ ਸੀਗੀ, ਮੈਨੂੰ ਯਾਦ ਹੈ ਅੱਜ ਤੱਕ 1947 ਤੋਂ ਛੱਡ ਕੇ ਆ ਗਏ ਗੋਰਖਪੁਰ ਦੇ ਅੰਦਰ। ਫਿਰ 1978 ਦੇ ਅੰਦਰ, ਮੈਂ ਉਸ ਟਾਈਮ 12 ਸਾਲ ਦਾ ਸੀਗਾ, ਮੇਰੀ ਮਦਰ ਦੱਸਦੇ ਨੇ ਕਿ ਫਿਰ ਉਸ ਤੋਂ ਬਾਅਦ 1978 ਵਿੱਚ ਉਹ ਊੜੀ ਗਏ। ਉਹ ਗਏ ਨਹੀਂ ਫਿਰ ਉਸ ਤੋਂ ਬਾਅਦ ਇਤਨੇ ਸਾਲ। 78 ਦੇ ਅੰਦਰ ਊੜੀ ਗਏ ਤੇ ਉਹਨਾਂ ਦਾ ਇੱਕ ਮੁਸਲਮਾਨ ਦੋਸਤ ਸੀਗਾ, ਉਹਨੇ ਸੁੰਦਰ ਸਿੰਘ ਮੇਰੇ ਫਾਦਰ ਦਾ ਨਾਂ ਸੀਗਾ, ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਆਪਣੇ ਘਰ ਬੁਲਾਇਆ ਤੇ ਇੱਕ ਬੜੀ ਜਜ਼ਬਾਤੀ ਗੱਲ ਉਹਨੇ ਕਹੀ। ਕਹਿੰਦੇ ਸੁੰਦਰ ਸਿੰਘ, ਹੁਣ ਤੂੰ ਵਾਪਸ ਆ ਜਾ ਤੇ ਤੇਰੀ ਜਿਹੜੀ ਜ਼ਮੀਨ ਹੈ ਨਾ, ਜ਼ਮੀਨ ਜਿਹੜੀ ਇੱਥੇ ਪਈ ਹੋਈ ਹੈ, ਇਹਨੂੰ ਹੁਣ ਤੂੰ ਲੈ ਆਪਣੇ ਕੋਲ, ਕਿਉਂਕਿ ਨਾ ਮੇਰੇ ਪੁੱਤਰ ਹੁਣ ਵੱਡੇ ਹੋ ਗਏ ਨੇ ਤੇ ਇਹਨਾਂ ਦੀ ਨੀਅਤ ਖਰਾਬ ਹੋ ਰਹੀ ਹੈ। ਮੇਰੇ ਫਾਦਰ ਨੇ ਉਸ ਇਮੋਸ਼ਨ ਦੇ ਅੰਦਰ ਆ ਕੇ ਕਿਹਾ ਇਹ ਜ਼ਮੀਨ ਹੁਣ ਤੇਰੇ ਹੀ ਨਾਂ ਤੇ, ਲਿਆ ਹੀ ਨਹੀਂ। ਤੇ ਇਹ ਕੀ ਦਿਖਾਉਂਦਾ ਕਿ ਮਤਲਬ ਰਹਿ ਨਹੀਂ ਰਹੇ ਸਨ ਇਕੱਠੇ। ਟੂ ਨੇਸ਼ਨ ਥਿਓਰੀ, ਹਿੰਦੂਜ਼ ਐਂਡ ਮੁਸਲਿਮਸ ਕੈਨ ਨਾਟ ਸਟੇ ਟੁਗੇਦਰ। ਠੀਕ ਹੈ, ਫਿਰ ਹਿੰਦੂਜ਼ ਐਂਡ ਮੁਸਲਿਮ ਅਗਰ ਤੁਸੀਂ ਵਰਡ ਯੂਜ਼ ਕਰਦੇ ਹੋ ਤੇ ਹਿੰਦੂ ਨੂੰ ਸਮਝਣਾ ਪਹਿਲਾਂ ਜ਼ਰੂਰੀ ਹੈ। ਜੋ ਮੈਨੂੰ ਜਿੱਥੇ ਸਮਝ ਆਇਆ ਹੈ ਕਿ ਹਿੰਦੂ ਹੈ ਕੀ, ਅਸੀਂ ਨੈਰੇਟਿਵ ਸੁਣ ਰਹੇ ਹਾਂ ਕਿ ਹਿੰਦੂ ਇੱਕ ਮਜ਼ਹਬ। ਦੇਖੋ, ਅਗਰ ਅਸੀਂ ਕਬੀਰ ਸਾਹਿਬ ਦਾ
ਜਾਂ ਤੁਕ ਬਾਣੀ ਤੋਂ ਲੈ ਕੇ ਸਮਝੀਏ, ਇਸ ਨੂੰ ਕੋਸ਼ਿਸ਼ ਕਰੀਏ। ਗੁਰਬਾਣੀ ਦੇ ਅੰਦਰ ਆਂਦਾ ਹੈ, ਵੈਦਿਕ ਟਾਈਮ ਦੇ ਅੰਦਰ ਕੋਈ ਵਰਡ ਵੇਦਾਸ ਦੇ ਅੰਦਰ ਹਿੰਦੂ ਨਾਂ ਦਾ ਕੋਈ ਅੱਖਰ ਹੀ ਨਹੀਂ ਹੈ। ਇਹ ਤੇ ਜਦੋਂ ਸੈਂਟਰਲ ਏਸ਼ੀਅਨਸ ਇੰਡੀਆ ਦੇ ਅੰਦਰ ਆਣਾ ਸ਼ੁਰੂ ਹੋਏ, ਸਿੰਧੂ ਦਰਿਆ ਕ੍ਰਾਸ ਕੀਤਾ, ਤੇ ਉਸ ਤੋਂ ਬਾਅਦ ਸਿੰਧੂ ਨੂੰ, ਜਿੱਦਾਂ ਤੁਸੀਂ ਅਗਰ ਕੁਵੈਤ ਚਲੇ ਜਾਓ ਤੇ ਉੱਥੇ ਬੋਲਦੇ ਨੋ ਪਾਰਕਿੰਗ ਨੂੰ ਬੋਲਦੇ ਨੋ ਬਾਰਕਿੰਗ, ਪ ਦੇ ਅੰਦਰ ਬ ਦਾ ਐਮਫੈਸਿਸ ਆਂਦਾ ਹੈ। ਸਪਤਾ ਜਿਹੜਾ ਹੈਗਾ, ਜਿਹੜਾ ਹਿੰਦੀ 'ਚ ਬੋਲਿਆ ਜਾਂਦਾ ਹੈ, ਉਹ ਉਰਦੂ ਜਗ੍ਹਾ ਤੁਸੀਂ ਲਖਨਊ ਵਾਲੀ ਬੈਲਟ ਚਲੇ ਜਾਓ ਤਾਂ ਸਪਤਾ ਨਹੀਂ ਬੋਲਦੇ, ਹਫਤਾ ਬੋਲਦੇ ਨੇ, ਸ ਹ ਬਣ ਜਾਂਦਾ ਹੈ। ਤੇ ਸਿੰਧੂ ਦਾ ਜਿਹੜਾ ਇਲਾਕਾ ਸੀਗਾ, ਜਿਹੜਾ ਸਿੰਧੂ ਦਰਿਆ ਸੀਗਾ, ਇੱਕ ਲਾਈਨ ਸੀਗੀ ਕਲਚਰਸ ਦੀ। ਤੇ ਜਿਹੜੇ ਸੈਂਟਰਲ ਏਸ਼ੀਅਨਸ ਜਦੋਂ ਆਉਣਾ ਸ਼ੁਰੂ ਹੋਏ, ਸਿੰਧੂ ਦਰਿਆ ਦੇ ਈਸਟ ਵੱਲ ਪਾਸੇ ਗਏ, ਤੇ ਉਹਨਾਂ ਨੂੰ ਇਸ ਇਲਾਕੇ ਦਾ ਜਿਹੜਾ ਤਹਿਜ਼ੀਬ, ਇਸ ਇਲਾਕੇ ਦੀ ਜਿਹੜੀ ਕਲਚਰ, ਇਸ ਇਲਾਕੇ ਦੇ ਜਿਹੜੇ ਰਿਲੀਜਨਸ, ਇਤਨੇ ਸਾਰੇ ਡਾਈਵਰਸ ਨਜ਼ਰ ਆਏ, ਇਤਨੇ ਸਾਰੇ। ਕੋਈ ਕਹਿੰਦਾ ਹੈ ਰੱਬ ਹੈ ਨਹੀਂ, ਏਥਿਸਟ, ਜੈਨ ਤੇ ਬੁੱਧਿਸਟ। ਕੋਈ ਕਹਿੰਦਾ ਹੈ ਇੱਕ ਰੱਬ ਹੈ, ਵੇਦਾਂਤ। ਰੱਬ ਮਤਲਬ ਕਿ ਇੱਕ ਇੱਕ ਤੁਹਾਡੀ ਕੌਨਸ਼ੀਅਸਨੈਸ ਹੈ, ਵੇਦਾਂਤ। ਕੋਈ ਕਹਿੰਦਾ ਹੈ ਕਿ ਰੱਬ ਦੇ 33 ਕਰੋੜ ਰੂਪ ਨੇ। ਤੇ ਇਹ ਸਾਰੀ ਚੀਜ਼ ਨੂੰ, ਇੱਕ ਤਹਿਜ਼ੀਬ ਨੂੰ ਉਹਨਾਂ ਨੂੰ ਉਸ ਪਾਸੇ ਜਿਹੜਾ ਸੈਂਟਰਲ ਏਸ਼ੀਅਨ ਆ ਰਿਹਾ ਸੀਗਾ, ਉਹਨਾਂ ਨੇ ਇਸਲਾਮ ਅਡਾਪਟ ਕਰ ਲਿਆ ਸੀਗਾ। ਉਹਨਾਂ ਦੇ ਅੰਦਰ ਇਬਰਾਹਿਮਿਕ ਫੇਥ ਦੇ ਹਿਸਾਬ ਨਾਲ ਮੋਨੋਥੀਜ਼ਮ ਸੀਗਾ ਕਿ ਰੱਬ ਇੱਕ ਹੈ, ਰੱਬ ਦਾ ਮੈਸੇਂਜਰ ਇੱਕ ਹੈ, ਔਰ ਮੰਨਣ ਵਾਲੇ ਜਿਹੜੇ ਨੇ ਉਹ ਰੱਬ ਨਹੀਂ ਹੋ ਸਕਦੇ, ਉਹ ਮੈਸੇਂਜਰ ਨਹੀਂ ਹੋ ਸਕਦੇ। ਇਹ ਉਹਨਾਂ ਦੀ ਇਬਰਾਹਿਮਿਕ ਕਨਸੈਪਟ ਸੀਗਾ। ਜਦੋਂ ਇਸ ਪਾਸੇ ਆਏ ਤੇ ਇਹਨਾਂ ਨੂੰ ਇਹ ਤਹਿਜ਼ੀਬ ਨਜ਼ਰ ਆਈ ਕਿ ਜਿਹਦੇ ਅੰਦਰ ਕੁਝ ਸਮਝ ਹੀ ਨਹੀਂ ਆਉਂਦਾ ਕਿ ਕੌਣ ਕੀ ਹੈਗਾ। ਸਭ ਕੁਝ ਕੋ ਐਗਜ਼ਿਸਟ ਕਰ ਰਿਹਾ, ਡਾਈਵਰਸਿਟੀ ਹੈਗੀ। ਤੇ ਇਸ ਇਲਾਕੇ ਨੂੰ, ਇਸ ਪਾਸੇ ਸਿੰਧੂ ਨੂੰ ਸ ਨਹੀਂ ਬੋਲ ਸਕਦੇ, ਹ ਦੀ ਇਨਫਲੂਐਂਸ, ਪੂਰਾ ਹ ਨਹੀਂ ਲੇਕਿਨ ਹਲਕਾ ਜਿਹਾ, ਸਿੰਧੂ, ਹਿੰਜੂ, ਇਸ ਤਰ੍ਹਾਂ ਕਿ ਉਹ ਗੱਲ ਸੀ। ਉੱਥੋਂ ਇਹ ਇਲਾਕੇ ਦਾ ਰੈਫਰੈਂਸ ਆਉਣਾ ਸ਼ੁਰੂ ਹੁੰਦਾ ਹੈ ਹਿੰਦੂ। ਤੇ ਕਬੀਰ ਸਾਹਿਬ ਕੀ ਕਹਿੰਦੇ ਨੇ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ? ਹੁਣ ਇੱਥੇ ਬੜਾ ਧਿਆਨ ਨਾਲ ਦੇਖਣਾ, ਉਹ ਇਹ ਨਹੀਂ ਕਹਿ ਰਹੇ ਹਿੰਦੂ ਮੁਸਲਮਾਨ ਦੋ ਸਮਝਾਉ, ਉਹ ਇਹ ਤੇ ਨਹੀਂ ਕਹਿ ਰਹੇ ਨਾ, ਉਹ ਦੋ ਰਿਲੀਜਨ ਦੀ ਗੱਲ ਨਹੀਂ ਕਰ ਰਹੇ। ਉਹ ਕਹਿੰਦੇ ਹਿੰਦੂ ਤੁਰਕ ਦੋ ਸਮਝਾਉ। ਉਹ ਦੋ ਕਲਚਰਸ ਦੀ ਗੱਲ ਕਰਦੇ ਨੇ। ਇੱਕ ਕਲਚਰ ਸਿੰਧੂ ਦਰਿਆ ਦੇ ਵੈਸਟ ਵਿੱਚ, ਔਰ ਇੱਕ ਕਲਚਰ ਜਿਹੜਾ ਸਿੰਧੂ ਦਰਿਆ ਦੇ ਈਸਟ ਵਿੱਚ। ਤੇ ਉਹ ਕਹਿੰਦੇ ਆ ਇਹ ਕਲਚਰ ਜਿਹੜਾ ਹੈਗਾ, ਇਸ ਨੂੰ ਸਿੰਧੂ, ਜਿਹੜੇ ਸੈਂਟਰਲ ਏਸ਼ੀਅਨਸ ਆਏ, ਉਹਨਾਂ ਨੇ ਇਸ ਨੂੰ ਹਿੰਦੂ ਕਲਚਰ ਕਿਹਾ। ਤੇ ਜਦੋਂ ਬ੍ਰਿਟਿਸ਼ ਨੇ ਅਡਾਪਟ ਕੀਤਾ, ਉਹਨਾਂ ਨੇ ਉਹੀ ਕਲਚਰ ਮੁਗਲਾਂ ਕੋਲੋਂ ਰੂਲ ਲਿਆ। ਮੁਗਲ ਜਿਹੜੇ ਸੀਗੇ ਇਸਲਾਮ ਨੂੰ ਫੋਲੋ ਕਰਦੇ ਸਨ, ਜੋ ਇੱਕ ਇਬਰਾਹਿਮਿਕ ਰਿਲੀਜਨ ਸੀਗਾ। ਬ੍ਰਿਟਿਸ਼ ਦਾ ਆਪਣਾ ਇਬਰਾਹਿਮਿਕ ਰਿਲੀਜਨ, ਉਸੇ ਰੂਟ ਦਾ ਰਿਲੀਜਨ ਹੈਗਾ। ਤੇ ਉਹਨਾਂ ਨੇ ਇਸ ਕਲਚਰ ਨੂੰ ਉਹੀ ਹਿੰਦੂ ਹੀ ਟਰਮ ਦਿੱਤਾ। ਤੇ ਉਹ ਐਕਚੁਅਲੀ ਟਰਮ ਜਿਹੜੀ ਹੈਗੀ, ਕੋਈ ਰਿਲੀਜਨ ਉਸ ਟਾਈਮ ਤੇ ਨਹੀਂ ਸੀਗਾ। ਅੱਜ ਦੇ ਜ਼ਮਾਨੇ 'ਚ ਉਹ ਰਿਲੀਜਨ ਜ਼ਰੂਰ ਹੋ ਗਿਆ ਹੈ। ਤੇ ਫਿਰ ਤੁਸੀਂ ਪੁੱਛੋ ਕਿ ਤੁਸੀਂ ਕਿਸ ਬੇਸ ਤੇ, ਹੁਣ ਅੱਜ ਕੱਲ ਉਸਨੂੰ ਸਨਾਤਨ ਧਰਮ ਕਹਿ ਦਿੰਦੇ ਨੇ, ਕੁਝ ਹੋਰ ਕਹਿ ਦਿੰਦੇ ਨੇ, ਬਟ ਇਹ ਸਭ ਨਵੀਂ ਟਰਮਸ ਆ ਰਹੀਆਂ ਨੇ। ਬਟ ਹਿੰਦੂ ਇੱਕ ਕਲਚਰ ਸੀਗਾ। ਉਸ ਕਲਚਰ ਦੇ ਅੰਦਰ ਜੋ ਵੀ ਬੰਦਾ ਇਸ ਪਾਸੇ ਦਾ ਰਹਿਣ ਵਾਲਾ ਸੀਗਾ, ਉਸਨੂੰ ਕਲਚਰ ਦੇ ਹਿਸਾਬ ਨਾਲ ਤੁਸੀਂ ਦੇਖੋ, ਮਜ਼ਹਬ ਦੇ ਹਿਸਾਬ ਨਾਲ, ਤੇ ਉਸਨੂੰ ਤੁਸੀਂ ਹਿੰਦੂ ਕਲਚਰ ਕਹੋਗੇ, ਬਿਕੋਜ਼ ਸਿੰਧੂ ਦੇ ਇਸ ਪਾਸੇ ਸੀਗਾ। ਤੇ ਇਸ ਦਾ ਇੱਕ ਮੈਂ ਤੁਹਾਨੂੰ ਪ੍ਰੂਫ ਦੱਸਣਾ। ਜਦੋਂ ਬ੍ਰਿਟਿਸ਼ ਟੇਕ ਓਵਰ ਕਰ ਲੈਂਦੇ ਨੇ, ਅਸੀਂ ਤੇ ਹੁਣ ਪਹਿਲੇ ਗੱਲ ਕੀਤੀ ਗੁਰਬਾਣੀ ਤੋਂ, ਹੁਣ ਇਸ ਨੂੰ ਅੱਗੇ ਲੈ ਕੇ ਚੱਲੀਏ। ਫਿਰ ਮੈਂ ਇਸ ਤੋਂ ਬਾਅਦ ਇੱਕ ਹੋਰ ਸਲਾਈਡ ਦੱਸਾਂਗਾ ਇਸ ਨੂੰ ਪ੍ਰੂਫ ਦੇ ਹਿਸਾਬ ਨਾਲ, ਕਿਉਂਕਿ ਅੱਜ ਦਾ ਨੈਰੇਟਿਵ ਤੇ ਮੈਂ ਇਸ ਨੂੰ, ਇਹ ਨੈਰੇਟਿਵ ਅਗਲੀ ਜਨਰੇਸ਼ਨ ਇਸੇ ਨੈਰੇਟਿਵ ਨੂੰ ਮੰਨੇਗੀ ਜੋ ਅੱਜ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਟੂ ਨੇਸ਼ਨ ਥਿਓਰੀ ਦੇ ਅੰਦਰ ਹਿੰਦੂਜ਼ ਐਂਡ ਮੁਸਲਿਮਸ ਕੈਨੋਟ ਸਟੇ ਟੁਗੇਦਰ। ਲੇਕਿਨ ਉਹਨੂੰ ਰਿਲੀਜਨ ਦੇ ਪੱਖ ਨਾਲ ਲੈ ਲਿਆ, ਕਿਉਂਕਿ ਇਸਨੂੰ ਬ੍ਰਿਟਿਸ਼ ਨੇ ਡਿਫਾਈਨ ਕੀਤਾ। ਮੈਂ ਨੈਕਸਟ ਪੇਜ ਤੇ ਦਿਖਾਵਾਂਗਾ ਤੁਹਾਨੂੰ। ਲੇਕਿਨ ਜਦੋਂ ਸ਼ੁਰੂ ਦੇ ਅੰਦਰ ਜਦੋਂ ਬ੍ਰਿਟਿਸ਼ ਆਏ ਨੇ ਤੇ ਵੈਸਟ ਵੱਲ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ। ਸਿੰਗਾਪੁਰ ਦੇ ਅੰਦਰ ਪੁਲਿਸ ਫੋਰਸ ਆਈ ਹੈ। ਮੈਂ ਸਿੰਗਾਪੁਰ ਬੇਸਡ ਹੈਗਾ। ਇੱਥੇ ਦੇ ਤੁਸੀਂ ਨਿਊਜ਼ਪੇਪਰ ਕਟਿੰਗਸ ਦੇਖੋ, ਤੇ ਉਹ ਪਹਿਲੇ ਬੰਦਿਆਂ ਨੂੰ ਅੱਜ ਤੇ ਅਸੀਂ ਕਹਿੰਦੇ ਸਿੱਖ ਸੋਲਜਰਸ ਕੇਮ ਟੂ ਸਿੰਗਾਪੁਰ ਆਈਲੈਂਡ, ਪਰ ਪੁਰਾਣੇ ਆਰਟੀਕਲਸ ਅੰਦਰ ਦੇਖੋ ਤੇ ਉਹਨੂੰ ਹਿੰਦੂਜ਼ ਐਂਡ ਮੁਹੰਮਡਨਸ ਕਹਿੰਦੇ ਸਨ। ਇੱਕ ਕਲਚਰ ਦੇ ਹਿਸਾਬ ਨਾਲ। ਇਹ ਮੈਂ ਹਾਂਗਕਾਂਗ ਦੀ ਕਟਿੰਗ ਦਿਖਾ ਰਿਹਾ ਤੁਹਾਨੂੰ। ਤੇ ਹਾਂਗਕਾਂਗ ਦੇ ਅੰਦਰ ਜਦੋਂ ਸੋਲਜਰਸ ਆਪਣੇ ਮਾਈਗ੍ਰੈਂਟਸ ਲੈਂਡ ਕਰ ਰਹੇ ਨੇ ਕੈਨੇਡਾ ਵੱਲ ਜਾਣ ਵਾਸਤੇ ਜਾਂ ਅਮਰੀਕਾ ਵੱਲ ਜਾਣ ਵਾਸਤੇ, ਤੇ ਉਹ ਕੀ ਲਿਖ ਰਹੇ ਨੇ, ਆਵਰ ਫਰਸਟ ਇਨਵੇਜਨ ਬਾਈ ਹਿੰਦੂਜ਼ ਐਂਡ ਮੁਹੰਮਡਨਸ। ਠੀਕ ਹੈ, ਮੁਹੰਮਡਨਸ ਇਸਲਾਮ ਦਾ ਇੱਕ ਰਿਲੀਜਨ, ਇਸਲਾਮ ਰਿਲੀਜਨ ਹੈ, ਬਟ ਉਹਨੂੰ ਫੋਲੋ ਕਰਨ ਵਾਲੇ ਮੁਹੰਮਦਨ। ਲੇਕਿਨ ਉਹਦੇ ਅੰਦਰ ਸਾਡੇ ਸਿੰਧੂ ਦਰਿਆ ਦੇ ਬੰਦੇ ਵੀ ਜਿਹੜੇ ਸਨ, ਜਿਹੜੇ ਉਸ ਕਲਚਰ ਤੋਂ ਹਟ ਕੇ ਫਿਰ ਉਹਨਾਂ ਨੇ ਇਸਲਾਮ ਅਡਾਪਟ ਕੀਤਾ। ਬਟ ਇਦਾਂ ਉਹ ਦਿਖਾ ਰਹੇ ਨੇ, ਉਹ ਸਿੱਖ ਅੱਜ ਦੇ ਡੈਫੀਨੇਸ਼ਨ ਨਾਲ ਜਿਹੜੇ ਪਿਕਚਰ ਦੇ ਅੰਦਰ, ਰਿਪੋਰਟ ਦੇ ਅੰਦਰ ਦਿਖਾ ਰਹੇ ਨਿਊਜ਼ਪੇਪਰ ਦੇ, ਐਕਚੁਅਲੀ ਅੱਜ ਦੀ ਡੈਫੀਨੇਸ਼ਨ ਅਸੀਂ ਕਹਾਂਗੇ ਇਹ ਤੇ ਸਿੱਖ ਆ ਰਹੇ ਨੇ, ਬਟ ਉਹ ਟਰਮ ਯੂਜ਼ ਕਰ ਰਹੇ ਨੇ ਹਿੰਦੂਜ਼ ਐਂਡ ਮੁਹੰਮਡਨਸ।
ਤੇ ਇਸ ਨੂੰ ਅਸੀਂ ਅਗਰ ਅੱਗੇ ਲੈ ਕੇ ਚੱਲੀਏ, ਜੋ ਇੰਡੀਆ ਦਾ ਕਨਸਟੀਟਿਊਸ਼ਨ 1949 ਦੇ ਅੰਦਰ ਬਣਿਆ, ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਰਾਈਟ ਹੈ ਕਿ ਰੋਂਗ ਹੈ, ਕਿਉਂਕਿ ਇਹ ਪੋਲੀਟੀਕਲ ਇਸ਼ੂ ਹੈਗਾ। ਮੈਂ ਪੋਲਿਟਿਕਸ ਦੇ ਵਿੱਚ ਨਹੀਂ ਜਾ ਰਿਹਾ, ਮੈਂ ਸਿਰਫ ਇਸ ਰਿਪੋਰਟਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਤੇ ਆਰਟੀਕਲ 25 ਦ ਕਨਸਟੀਟਿਊਸ਼ਨ ਆਫ ਇੰਡੀਆ ਵਿਚ ਵਾਸ ਫਾਰਮੂਲੇਟਡ ਇਨ 1949, ਐਕਚੁਅਲੀ ਇਹਦਾ ਬੇਸ ਜਿਹੜਾ ਸੀਗਾ ਬ੍ਰਿਟਿਸ਼ ਟਾਈਮ ਤੋਂ ਚੱਲ ਰਿਹਾ ਸੀਗਾ, ਕਿਉਂਕਿ ਬ੍ਰਿਟਿਸ਼ ਨੂੰ ਸਿੰਧੂ ਦਾ ਕਲਚਰ ਸਮਝ ਨਹੀਂ ਆਇਆ ਤੇ ਉਹਨਾਂ ਨੇ ਸਾਰਿਆਂ ਨੂੰ ਇਸ ਮੁਗਲਸ ਕੋਲੋਂ ਲਿਆ ਤੇ ਉਹਨਾਂ ਨੇ ਇੱਕ ਮੁਸਲਿਮ ਰਿਲੀਜਨ ਕਹਿ ਦਿੱਤਾ, ਔਰ ਸਾਰੇ ਇਸ ਪਾਸੇ ਦੇ ਜਿਹੜੇ ਚਾਹੇ ਆਦੀਵਾਸੀ ਹੋਵੇ, ਜਿਸ ਨੂੰ ਕਾਸਟ ਸਿਸਟਮ ਦੇ ਅੰਦਰ ਹਿੰਦੂ ਆਪ ਨਹੀਂ ਅਡਾਪਟ ਕਰਦੇ ਸਨ, ਉਹਦੇ ਨਾਲ ਬੈਠ ਕੇ ਰੋਟੀ ਨਹੀਂ ਖਾਂਦੇ ਸਨ, ਜੋ ਅੱਜ ਦਾ ਹਿੰਦੂ ਦਾ ਡੈਫੀਨੇਸ਼ਨ ਹੈਗਾ ਸਾਡੇ ਕਲਚਰ ਦੇ ਅੰਦਰ, ਉਹ ਸਾਰਿਆਂ ਨੂੰ ਇਹਨਾਂ ਨੇ ਕਿਹਾ ਸਾਨੂੰ ਤੇ ਸਮਝ ਨਹੀਂ ਆਉਂਦੇ ਬੰਦੇ, ਸਾਰੇ ਸਿੰਧੂ ਦੇ ਇਸ ਪਾਸੇ ਦੇ ਨੇ, ਇਹ ਹਿੰਦੂ ਹੈਗੇ। ਤੇ ਉਸ ਹਿਸਾਬ ਨਾਲ ਬ੍ਰਿਟਿਸ਼ ਨੇ ਡਿਫਾਈਨ ਕੀਤਾ ਸੀਗਾ, ਜੋ ਮੈਂ ਥੱਲੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਜੋ 1949 ਦੇ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਇਹਨਾਂ ਨੇ ਅਡਾਪਟ ਕੀਤਾ, ਔਰ ਜਿਸ ਨੂੰ ਅੱਜ ਪੰਜਾਬ ਦੇ ਅੰਦਰ ਕਾਫੀ ਲੋਕ ਅਪੋਜ਼ ਵੀ ਕਰ ਰਹੇ ਨੇ। ਉਹ ਅਪੋਜ਼ ਕਰ ਰਹੇ ਨੇ ਰਾਈਟ ਹੈ ਕਿ ਰੋਂਗ ਹੈ, ਮੈਂ ਉਸ ਵਿੱਚ ਨਹੀਂ ਜਾ ਰਿਹਾ। ਲੇਕਿਨ ਕਹਿੰਦਾ ਕੀ ਹੈ ਆਰਟੀਕਲ 25, ਐਕਸਪਲੇਨੇਸ਼ਨ 2 ਇਨ ਸਬ ਕਲੌਜ਼ B of clause reference to Hindus shall be construed as including a reference to persons professing the Sikh, Jaina or Buddhist religion, and reference to Hindu religious institutions shall be construed accordingly. फिर ਤੁਹਾਡਾ ਸਿੱਖ ਮੈਰਿਜ ਐਕਟ, ਉਹ ਅਜੇ ਤੱਕ ਹਿੰਦੂ ਮੈਰਿਜ ਐਕਟ ਚੱਲ ਰਿਹਾ ਹੈ। ਤੇ ਇਹ ਡੈਫੀਨੇਸ਼ਨ ਕੋਈ ਹਿਸਟੋਰੀਕਲ ਬੈਗੇਜ ਹੈ ਸਾਡੇ ਕੋਲ ਆਇਆ ਹੈ, ਔਰ ਇਸ ਦੀ ਪੋਲੀਟੀਕਲ ਪੱਖ ਨਾਲ ਕਾਫੀ ਮੂਵਮੈਂਟਸ ਚੱਲ ਰਹੀਆਂ ਨੇ, ਉਹ ਉਸ ਦੇ ਅਸੀਂ ਨਹੀਂ ਜਾਵਾਂਗੇ, ਪਰ ਇਹ ਡੈਫੀਨੇਸ਼ਨ ਇਹੀ ਹੈਗਾ, ਇਹ ਬ੍ਰਿਟਿਸ਼ ਟਾਈਮ ਤੋਂ ਦੇਣ ਹੈਗੀ ਸਾਨੂੰ। ਤੇ ਜਦੋਂ ਬ੍ਰਿਟਿਸ਼ ਜਾ ਰਹੇ ਸੀਗੇ, ਉਸ ਤੋਂ ਪਹਿਲਾਂ ਤੇ ਜਿਹੜੀ ਯੂਨੀਅਨਿਸਟ ਪਾਰਟੀ ਪੰਜਾਬ 'ਚ ਜਿਹਨੂੰ ਡਿਵਾਈਡ ਕੀਤਾ ਗਿਆ, ਉਹ ਬੰਗਲਾਦੇਸ਼ ਨੂੰ ਡਿਵਾਈਡ ਕੀਤਾ ਗਿਆ। ਮੈਂ ਪੰਜਾਬ ਦਾ ਫੋਕਸ ਲਗਾ ਕੇ ਚੱਲਣਾ। ਯੂਨੀਅਨਿਸਟ ਪਾਰਟੀ ਜਿਹੜਾ ਚਲਾ ਰਹੀ ਸੀਗੀ ਪੰਜਾਬ, ਉਹਦੇ ਅੰਦਰ ਤੇ ਹਿੰਦੂ, ਮੁਸਲਿਮ ਔਰ ਸਿੱਖ ਇਕੱਠੇ ਹੋ ਕੇ ਖਿਜ਼ਰ ਟਿਵਾਣਾ ਸਾਹਿਬ ਦੇ ਥੱਲੇ, ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਚਲਾਈ ਰਹੇ ਸਨ ਨਾ। ਤੇ ਅਰਲੀ ਮਾਰਚ 1947 ਦੇ ਅੰਦਰ, ਉਸ ਤੋਂ ਬਸ ਕੁਝ ਚੰਦ ਦਿਨ ਪਹਿਲਾਂ ਜਦੋਂ ਖਿਜ਼ਰ ਟਿਵਾਣਾ ਸਾਹਿਬ ਦੇ ਉੱਤੇ ਪ੍ਰੈਸ਼ਰ ਆਇਆ ਮੁਸਲਿਮ ਲੀਗ ਦਾ, ਔਰ ਮੁਸਲਿਮ ਲੀਗ ਤੇ ਬੇਸਿਕ ਗੈਂਜੇਟਿਕ ਬੈਲਟ ਦੀ ਜਿਹੜੀ ਪੋਲਿਟਿਕਸ ਸੀਗੀ, ਗੈਂਜੇਟਿਕ ਦਰਿਆ ਦੀ ਜਿਹੜੀ ਪੋਲਿਟਿਕਸ ਸੀਗੀ, ਉਹਨੂੰ ਲਿਆ ਕੇ ਇਹਨਾਂ ਨੇ ਅੰਡਰ ਦਾ ਮੁਸਲਿਮ ਲੀਗ ਸਿੰਧ ਤੋਂ ਮਾਈਗ੍ਰੇਸ਼ਨ ਸਟਾਰਟ ਹੋਈਆਂ, ਉੱਥੋਂ ਉਹਨਾਂ ਨੇ ਪ੍ਰਮੋਟ ਕੀਤਾ। ਤੇ ਉੱਪਰ ਤੇ ਪੰਜਾਬ ਦੇ ਅੰਦਰ ਤੇ ਯੂਨੀਅਨਿਸਟ ਪਾਰਟੀ ਚਲਾ ਰਹੀ ਸੀਗੀ ਨਾ, ਯੂਨੀਅਨਿਸਟ ਪਾਰਟੀ ਦੇ ਅੰਦਰ ਸਿੱਖ ਰਿਪਰੈਜ਼ੈਂਟੇਸ਼ਨ, ਹਿੰਦੂ ਰਿਪਰੈਜ਼ੈਂਟੇਸ਼ਨ ਐਂਡ ਮੁਸਲਿਮ ਰਿਪਰੈਜ਼ੈਂਟੇਸ਼ਨ ਸੀ, ਇਕੱਠੇ ਰਹਿ ਰਹੇ ਸੀਗੇ। ਖਿਜ਼ਰ ਟਿਵਾਣਾ ਸਾਹਿਬ ਨੇ ਜਦੋਂ ਰਿਜ਼ਾਈਨ ਕੀਤਾ ਤੇ ਉਸ ਤੋਂ ਬਾਅਦ ਪੂਰਾ ਤਖਤਾ ਪਲਟ ਗਿਆ, ਔਰ 1947 ਮਾਰਚ ਦੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਜਿਹਨੂੰ ਮਾਊਂਟ ਬੈਟਨ ਨੇ ਆਪ ਟਰਮ ਕੀਤਾ ਕਿ ਰੇਪ ਆਫ ਰਾਵਲਪਿੰਡੀ, ਜਿਹਦੇ ਅੰਦਰ ਰਾਵਲਪਿੰਡੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਅੰਦਰ ਮੈਸੇਕਰਸ ਹੋਏ, ਤੋਆ ਖਾਲਸਾ ਦੇ ਅੰਦਰ ਜਿਹੜਾ ਨੈਰੇਟਿਵ ਆਉਂਦਾ ਹੈ, ਹੋਰ ਸਾਰੇ ਦੁਮਾਲੀ ਵਗੈਰਾ, ਇਹ ਸਾਰੇ ਇਲਾਕੇ 'ਚ ਮੈਸੇਕਰਸ ਹੋਏ। ਉਸ ਤੋਂ ਬਾਅਦ ਤੇ ਫਿਰ ਬਸ ਹਰ ਇੱਕ, ਇਹ ਨਹੀਂ ਕਿ ਕਿਸੇ ਨੂੰ ਅਸੀਂ ਬਖਸ਼ ਨਹੀਂ ਸਕਦੇ। ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ, ਹਿੰਦੂਆਂ ਨੇ ਮੁਸਲਮਾਨਾਂ ਨੂੰ ਮਾਰਿਆ, ਮੁਸਲਮਾਨਾਂ ਨੇ ਸਿੱਖਾਂ ਤੇ ਹਿੰਦੂ ਨੂੰ ਮਾਰਿਆ, ਲੇਕਿਨ ਦਰਾਰ ਪੈ ਗਈ। ਯੈਸ, ਉਹ ਰਿਐਲਿਟੀ ਬਣ ਗਈ, ਜਿਹਨੂੰ ਪੋਲੀਟੀਕਲ ਮਾਈਂਡ ਨੇ ਇਹ ਲੈ ਲਿਆ ਕਿ ਯੈਸ, ਹਿੰਦੂਜ਼ ਐਂਡ ਮੁਸਲਿਮਸ ਕੈਨ ਨਾਟ ਸਟੇ ਟੂਗੇਦਰ, ਦ ਬੇਸਿਸ ਆਫ ਦ ਟੂ ਨੇਸ਼ਨ ਥਿਓਰੀ। ਅੱਜ ਤੱਕ ਉਹੀ ਕਹੇ ਜਾ ਰਹੇ ਨੇ ਦੋਵੇਂ ਪਾਸੇ, ਔਰ ਇਹ ਚੀਜ਼ ਵੱਧਦੀ ਜਾ ਰਹੀ ਹੈ। ਬੀਜ ਬੋ ਦਿੱਤਾ, ਤੇ ਸਾਨੂੰ ਇਹ ਇੰਪੋਰਟੈਂਟ ਹੈਗਾ ਕਿ ਬੀਜ ਅਸੀਂ ਕਿਹੜਾ ਬੋਈਏ। ਤੇ ਤਾਂ ਹੀ ਮੈਂ ਇਸ ਨੂੰ ਕਹਿਣਾ ਕਿ ਅੱਜ ਜਿਹੜਾ ਅਸੀਂ ਗੁਰੂ ਨਾਨਕ ਸਾਹਿਬ ਦਾ ਸਾਂਝੀਵਾਲਤਾ ਦਾ ਮੈਸੇਜ ਦੇ ਉੱਤੇ ਜੋ ਐਫਰਟ ਕੀਤਾ ਹੈ, ਉਹ ਬੀਜ ਬੋਵਾਂਗੇ, ਸ਼ਾਇਦ ਸਾਨੂੰ ਉਸਦਾ ਐਫਰਟ ਨਾ ਮਿਲੇ, ਉਸਦਾ ਰਿਜ਼ਲਟ ਨਾ ਮਿਲੇ, ਰਿਜ਼ਲਟ ਸ਼ਾਇਦ ਨਾ ਮਿਲੇ, ਐਫਰਟ ਅਸੀਂ ਕਰ ਰਹੇ ਹਾਂ। ਉਹ ਬੀਜ ਜਾ ਕੇ ਜਿੱਦਾਂ 70 ਸਾਲ ਬਾਅਦ ਜੋ ਅਸੀਂ ਅੱਜ ਹਾਲਾਤ ਦੇਖ ਰਹੇ ਹਾਂ ਸਬ ਕੰਟੀਨੈਂਟ ਦਾ ਦੋਵੇਂ ਪਾਸੇ, ਉਹ ਬੀਜ ਬੋਇਆ ਗਿਆ ਸੀਗਾ ਨਾ 1947 ਦਾ। ਅਸੀਂ ਠੀਕ ਬੀਜ ਬੋਵਾਂਗੇ ਤੇ ਉਹ ਠੀਕ ਫਲ ਦੇਵੇਗਾ ਕੁਝ ਟਾਈਮ ਦੇ ਅੰਦਰ। ਤੇ ਇਹ ਬੇਸਿਸ ਹੈਗਾ। ਤੇ ਹੁਣ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਦੇ ਅੰਦਰ ਇਸ ਪਾਰਟੀਸ਼ਨ ਨੇ ਬਹੁਤ ਇੰਪੈਕਟ ਕੀਤਾ, ਲੇਕਿਨ ਅਸੀਂ ਉਸ ਇੰਪੈਕਟ ਨੂੰ ਸਮਝਣ ਤੋਂ ਪਹਿਲਾਂ ਅਸੀਂ ਅਗਰ ਗੁਰੂ ਨਾਨਕ ਸਾਹਿਬ ਦੇ ਮੈਸੇਜ ਨੂੰ ਸਮਝੀਏ ਪਹਿਲਾਂ, ਸਭ ਤੋਂ ਪਹਿਲਾਂ, ਕਿਉਂਕਿ ਮੈਨੂੰ ਕਾਫੀ, ਮੈਂ ਗੁਰਬਾਣੀ ਦੇ ਵਿੱਚ ਵਿਚਰਨਾ, ਜਦੋਂ ਇੱਕ ਡਾਕੂਮੈਂਟਰੀ ਸੀਰੀਜ਼ ਕਰਨ ਦੇ ਵਿੱਚ ਬੜੇ ਮੌਕੇ ਆਏ ਨੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੂੰ ਸਮਝਣ ਦੇ ਵਿੱਚ, ਕਾਫੀ ਡੂੰਘਾਈ ਨਾਲ ਅਸੀਂ ਰਿਫਲੈਕਟ ਕਰਦੇ ਹਾਂ ਉਸਨੂੰ। 260 ਸ਼ਬਦ ਅਸੀਂ ਪੇਸ਼ ਕੀਤੇ ਨੇ, ਭਗਤਾਂ ਦੀ ਬਾਣੀ ਪੇਸ਼ ਕੀਤੀ ਹੈ 13 ਭਗਤਾਂ ਦੀ ਇਸ ਦੇ ਅੰਦਰ, ਇਸ ਸੀਰੀਜ਼ ਦੇ ਅੰਦਰ ਦੀ gurunanak.com ਦੇ ਉੱਤੇ। ਲੇਕਿਨ ਅਸੀਂ ਇੱਕ ਐਪੀਸੋਡ ਸ਼ੁਰੂ ਕੀਤਾ ਹੈਗਾ, ਐਪੀਸੋਡ 5 ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨਾਲ, ਜੋ ਅਸੀਂ ਰੋਜ਼ ਆਪਣੇ ਨਿਤਨੇਮ ਦੇ ਅੰਦਰ ਪੜ੍ਹਦੇ ਹਾਂ। ਲੇਕਿਨ ਅਕਸਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਸਿੱਖ ਉਸ
ਦੀ ਡੂੰਘਾਈ ਵਿੱਚ ਨਹੀਂ ਜਾਣਿਆ, ਲੇਕਿਨ ਉਹਦਾ ਬੜਾ ਵੱਡਾ ਇੱਕ ਡੂੰਘਾਈ ਦਾ ਮੈਸੇਜ ਹੈਗਾ। ਡਾਈਵਰਸਿਟੀ, ਵਨਨੈਸ ਇਨ ਡਾਈਵਰਸਿਟੀ, ਸਾਂਝੀਵਾਲਤਾ ਸਾਰਿਆਂ ਦੀ ਆਪਣੀ ਇੰਡੀਪੈਂਡੈਂਟ ਸੋਚ ਦੇ ਵਿਚਕਾਰ। ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? गुर गुर एको बेस अने जय कर करते कीरत होए सो घर राख वडाई तोए। Open-mindedness to discuss and assimilate diverse philosophical views has historically been a unique strength of the Indic culture. ये शब्द सलीमा ख्वाजा ने गाया है। अगर हिंदू और मुसलमान या तो हिंदू सिख मुसलमान इकट्ठे नहीं रह सकते तो ਤੁਸੀਂ ਦੇਖੋ ਭਾਈ ਮਰਦਾਨਾ ਦੀ ਲੈਗੇਸੀ ਤੋਂ ਉਹਨਾਂ ਨੇ ਉਹ ਬੀਜ ਲਿਆ। ਹਾਲਾਂਕਿ ਉਸ ਵਿੱਚ ਬੌਨ ਨਹੀਂ ਹੈਗੇ। ਸਾਡੀ ਡਾਕੂ ਸੀਰੀਜ਼ ਦੀ ਜਿੰਨੀ ਫੀਮੇਲ ਦੀ ਵੌਇਸ ਹੈਗੀ ਸਲੀਮਾ ख्वाजा ਦੀ, ਐਜ਼ ਅ ਮੁਸਲਿਮ ਸ਼ੀ ਹੈਜ਼ ਸੰਗ ਓਵਰ 130 ਸ਼ਬਦ। ਤੇ ਉਹ ਸ਼ਬਦ ਦਾ ਤੱਤ ਕੀ ਹੈਗਾ? 6 ਘਰ 6 ਗੁਰ 6 ਉਪਦੇਸ਼। ਇਹ 6 ਘਰ ਕਿਹੜੇ ਨੇ? ਉਹ 6 ਦਾਰਸ਼ਨਿਕ ਸ਼ਾਸਤਰ ਦੇ ਦਾਰਸ਼ਨਿਕ ਫਲਸਫੇ ਨੇ ਜਿਹੜੇ ਜਿਸ ਦੇ ਬੇਸਿਸ ਤੇ ਜਿਹੜਾ ਇੰਡੀਅਨ ਸੋਸਾਇਟੀ ਨੂੰ ਇੰਡੀਅਨ ਫਿਲਾਸਫੀ ਨੂੰ ਕੰਸਟਰਕਟ ਕੀਤਾ ਗਿਆ ਹੈ। ਇਹ ਨਾਸਤਿਕ ਘਰ ਨਹੀਂ ਨੇ। ਜਿਹੜੇ ਨਾਸਤਿਕ ਦੇ ਅੰਦਰ ਜਿਹੜੇ ਐਗਨੋਸਟਿਕ ਜਿਹੜੇ ਹਿੰਦੂ ਅਜਾ ਆਪਣੇ ਜੇ ਬੁੱਧਿਸਟ ਔਰ ਜੈਨ ਫੇਥ ਨੇ ਉਹ ਕਹਿੰਦੇ ਨੇ ਸਾਨੂੰ ਰੱਬ ਦੀ ਹੋਂਦ ਨਹੀਂ ਪਤਾ ਤਾਂ ਅਸੀਂ ਉਹਦੇ ਤੇ ਕੋਈ ਓਪੀਨੀਅਨ ਨਹੀਂ ਦੇਵਾਂਗੇ। ਤੇ ਜਿਹੜਾ ਇੱਕ ਚਾਰਵਾਕ ਹੈਗਾ ਉਹ ਚਾਰਵਾਕ ਕਹਿੰਦਾ ਹੈ ਖਾਓ ਪੀਓ ਐਸ਼ ਕਰੋ, ਕਿਹੜਾ ਕੋਈ ਰੱਬ ਹੈਗਾ ਕਿ ਨਹੀਂ ਹੈਗਾ, ਰਾਈਟ। ਤੇ ਉਸ ਤੋਂ ਇਲਾਵਾ 6 ਫਲਸਫੇ ਨੇ, ਸਾਂਖਿਆ, ਯੋਗ, ਮੀਮਾਂਸਾ, ਵੇਦਾਂਤ ਵਗੈਰਾ। ਇਹ 6 ਫਿਲਾਸਫੀਜ਼ ਹੈਗੇ। ਤੇ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ? ਅਸੀਂ ਰੋਜ਼ ਪੜ੍ਹਦੇ ਹਾਂ ਇਸ ਨੂੰ ਸ਼ਬਦ ਨੂੰ, ਲੇਕਿਨ ਅਕਸਰ ਸਿੱਖ ਇਹ ਨਹੀਂ ਸਮਝ ਪਾਉਂਦਾ ਕਿ 6 ਘਰ 6 ਗੁਰ 6 ਉਪਦੇਸ਼ ਕੀ ਹੈਗਾ। 6 ਘਰ ਨੇ ਫਲਸਫੇ ਦੇ, 6 ਗੁਰੂ ਨੇ ਉਹਨਾਂ ਦੇ, ਕਪਿਲਾ, ਗੌਤਮ, ਇਦਾਂ 6 ਗੁਰੂ ਇਹਨਾਂ ਘਰਾਂ ਦੇ ਨੇ ਫਲਸਫਿਆਂ ਦੇ, 6 ਉਪਦੇਸ਼ ਨੇ ਉਹਨਾਂ ਦੇ। ਫਿਰ ਗੁਰੂ ਨਾਨਕ ਸਾਹਿਬ ਨੇ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ। ਉਹ ਕਿਸੇ ਨੂੰ ਡਿਸਆਨਰ ਨਹੀਂ ਕਰ ਰਹੇ, ਕਿਸੇ ਨੂੰ ਪਰੇ ਨਹੀਂ ਕਰ ਰਹੇ। ਗੁਰੂ ਨਾਨਕ ਸਾਹਿਬ ਦੀ ਇੱਕ ਬੜੀ ਵੱਡਾਪਨ ਹੈ। ਮੈਨੂੰ ਅਕਸਰ ਮਹਿਸੂਸ ਹੁੰਦਾ ਸੀ ਜੋ ਇਸ ਡਾਕੂ ਸੀਰੀਜ਼ ਦੇ ਕੋਸ਼ਿਸ਼ ਵੀ ਕੀਤੀ ਹੈ ਕਿ ਸਾਂਝੀਵਾਲਤਾ ਦੇ ਅੰਦਰ ਅਸੀਂ ਚੀਜ਼ ਨੂੰ ਇੱਕ ਨਾਰਮਲ ਪ੍ਰੋਸੈਸ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਸਾਂਝੀਵਾਲਤਾ ਨਾਲ ਪੇਸ਼ ਕਰੀਏ, ਕਿਉਂਕਿ ਹਰ ਇੱਕ ਚੀਜ਼ ਇੱਕ ਬੁਕੇ, ਇੱਕ ਫਲਾਵਰ ਹੈ, ਸਭ ਕੁਝ ਇਕੱਠੇ ਐਗਜ਼ਿਸਟ ਕਰ ਸਕਦਾ ਹੈ। ਅਕਸਰ ਮੈਂ ਦੇਖਦੇ ਹਾਂ ਕਿ ਬਚਪਨ ਤੋਂ ਮੈਂ ਦੇਖ ਰਿਹਾ ਜਿਸ ਤਰ੍ਹਾਂ ਸਿੱਧ ਗੋਸ਼ਟ ਹੈਗਾ। ਹੁਣ ਸਿੱਧ ਗੋਸ਼ਟ ਦੀ ਵਿਆਖਿਆ ਕੀਤੀ ਜਾਂਦੀ ਹੈ ਜੋ ਮੈਂ ਗੁਰਦੁਆਰਿਆਂ ਸੁਣਦਾ ਸੀਗਾ, ਉਹ ਮੈਨੂੰ ਇੱਕ ਨਜ਼ਰ ਆਉਂਦਾ ਸੀਗਾ ਇੱਕ ਕੌਨਫਲਿਕਟ ਹੈਗਾ। ਮੈਨੂੰ ਉਸ ਦਿਨ ਕੌਨਫਲਿਕਟ ਨਜ਼ਰ ਆਉਂਦਾ ਸੀਗਾ ਕਿਉਂਕਿ ਜਿੱਦਾਂ ਉਹਨੂੰ ਪੇਸ਼ ਕੀਤਾ ਜਾਂਦਾ ਸੀਗਾ। ਉਹ ਜਦੋਂ ਉਹਨੂੰ ਸਮਝਣਾ ਸ਼ੁਰੂ ਕੀਤਾ ਤੇ ਮੈਨੂੰ ਅੱਗੇ ਜਾਣ ਦੀ ਤੇ ਲੋੜ ਹੀ ਨਹੀਂ ਸੀਗੀ ਕਿ ਬਿਕੋਜ਼ ਅੱਗੇ ਦੇ ਅੰਦਰ ਇੱਕ ਵਿਚਾਰ ਸਾਂਝਾ ਕੀਤਾ ਜਾ ਰਿਹਾ ਹੈ। ਵਿਚਾਰ ਸਾਂਝਾ ਕਰਨ ਦਾ ਤਰੀਕਾ ਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਪਹਿਲੀ ਪੌੜੀ ਦੇ ਅੰਦਰ ਕਹਿ ਰਹੇ ਨੇ ਕਿ ਸਿੱਧ ਨਾਥ ਤੇ ਗੁਰੂ ਨਾਨਕ ਸਾਹਿਬ ਆ ਕੇ ਇੱਕ ਦੂਜੇ ਦੇ ਅੱਗੇ ਪਹਿਲੇ ਨਮਸਤ ਕਰਦੇ ਨੇ, ਡੰਡੋਤ ਕਰਦੇ ਨੇ, ਇੱਕ ਦੂਜੇ ਨੂੰ ਰਿਸਪੈਕਟ ਦਿਖਾ ਰਹੇ ਨੇ। ਅੱਜ ਦੇ ਅਸੀਂ ਕਾਰਪੋਰੇਟ ਜਗਤ ਦੇ ਅੰਦਰ ਮੀਟਿੰਗ ਦੇ ਅੰਦਰ ਬੈਠੀਏ, ਸਾਡੀ ਆਪਣੀ ਵਿਊਜ਼ ਹੋ ਸਕਦੀਆਂ ਨੇ। ਮੈਂ 25 ਸਾਲ ਅਮਰੀਕਨ ਐਕਸਪ੍ਰੈਸ ਅੰਦਰ ਸਰਵਿਸ ਕੀਤੀ ਹੈ, ਬੜੇ ਕੌਨਫਲਿਕਟਸ ਆਉਂਦੇ ਸੀਗੇ, ਬਟ ਅਸੀਂ ਇੱਕ ਕਾਮਨ ਏਜੰਡਾ ਵਾਸਤੇ ਚੱਲ ਰਹੇ ਸੀਗੇ। ਆਪਣੇ ਵਿਊਜ਼ ਹੁੰਦੇ ਨੇ, ਲੇਕਿਨ ਇੱਕ ਤਰੀਕਾ ਹੁੰਦਾ ਹੈ ਗੱਲ ਕਰਨ ਦਾ, ਇੱਕ ਦੂਜੇ ਨੂੰ ਰਿਸਪੈਕਟ ਦੇਣ ਦਾ ਤਰੀਕਾ ਹੁੰਦਾ ਹੈ। ਐਂਡ ਗੁਰੂ ਨਾਨਕ ਸਾਹਿਬ ਉਹੀ ਕਰ ਰਹੇ ਸਨ। ਤੁਸੀਂ ਬਾਅਦ ਦੀ ਸਿੱਧ ਗੋਸ਼ਟ ਦੀ ਬਾਣੀ ਵਿੱਚ ਤੁਸੀਂ ਵਿਚਾਰ ਕੇ ਉਹਨੂੰ ਇੱਕ ਕੌਨਫਲਿਕਟ ਦਿਖਾ ਦਿੰਦੇ ਹੋ, ਵਨ ਅਪਮੈਨਸ਼ਿਪ ਦਿਖਾ ਦਿੰਦੇ ਹੋ, ਲੇਕਿਨ ਤੁਸੀਂ ਪਹਿਲਾ ਸ਼ਬਦ ਭੁੱਲ ਜਾਂਦੇ ਹੋ ਜਿਹਦੇ ਅੰਦਰ ਕਿ ਜਿਹੜਾ ਇੱਕ ਦੂਜੇ ਦੇ ਅੱਗੇ ਉਹ ਨਮਸਤ ਕਰ ਰਹੇ ਨੇ, ਇੱਕ ਦੂਜੇ ਨੂੰ ਰਿਸਪੈਕਟ ਦੇ ਰਹੇ ਨੇ। ਫਿਰ ਉਹ ਕਹਿੰਦੇ ਨੇ ਹੁਣ ਅਸੀਂ ਸ਼ੁਰੂ ਕਰੀਏ ਡਾਇਲੌਗ। ਇੱਕ ਡਾਇਲੌਗ ਕਰਨ ਦਾ ਤਰੀਕਾ ਹੁੰਦਾ ਸੀਗਾ, ਉਹ ਸ਼ਾਇਦ ਅਸੀਂ ਭੁੱਲ ਗਏ ਹਾਂ। ਤੇ ਗੁਰੂ ਨਾਨਕ ਸਾਹਿਬ ਦਾ ਬਿਊਟੀ ਇਹੀ ਹੈ ਕਿ ਕਹਿੰਦੇ ਨੇ ਕਿ ਜਿਸ ਘਰ ਦੇ ਅੰਦਰ ਰੱਬ ਦੀ ਸਿਫਤ ਹੋ ਰਹੀ ਹੈ, ਉਹ 6 ਫਲਸਫਿਆਂ ਦੇ ਅੰਦਰ ਅਗਰ ਸਿਫਤ ਹੋ ਰਹੀ ਹੈ ਤੇ ਮੇਰੇ ਵਾਸਤੇ ਉਹੀ ਘਰ ਵੱਡਾ ਹੈ। ਉਹ ਇਹ ਨਹੀਂ ਕਹਿ ਰਹੇ ਕਿ ਮੇਰੇ ਵਾਸਤੇ ਇਹ ਫਿਲਾਸਫੀ ਵੱਡੀ ਹੈ ਤੇ ਉਹ ਫਿਲਾਸਫੀ ਵੱਡੀ, ਕਹਿੰਦੇ ਮੇਰੇ ਵਾਸਤੇ ਸਿਫਤ ਸਾਂਝੀਵਾਲਤਾ ਹੀ ਸਭ ਤੋਂ ਵੱਡੀ ਚੀਜ਼ ਹੈ। ਤੇ ਇਸ ਨੂੰ ਚਲਦੇ ਹੋਏ ਅਸੀਂ ਚੱਲੀਏ ਉਸ ਸਾਂਝੀਵਾਲਤਾ ਤੋਂ, ਜਿਹੜਾ ਮੈਂ ਹੁਣ ਦਿਖਾਵਾਂਗਾ ਕਿਸ ਤਰ੍ਹਾਂ ਇੰਪੈਕਟ ਹੋਇਆ ਹੈ। ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਦਿਖਾਣਾ ਚਾਹੁੰਦਾ, ਅੱਜ ਵੀ ਉਹ ਵਨਨੈਸ ਐਗਜ਼ਿਸਟ ਕਰਦੀ ਹੈ, ਖਤਮ ਹੋ ਗਈ ਹੈ, ਬਹੁਤ ਅਸਰ ਪੈ ਗਿਆ ਹੈ। ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਅਫਗਾਨਿਸਤਾਨ ਤੋਂ ਦਿਖਾਣਾ। ਅੱਛਾ, ਮੈਂ ਮਾਫੀ ਮੰਗਣਾ ਕਿ ਇਸ ਦੇ ਅੰਦਰ ਵੀਡੀਓਜ਼ ਮੈਂ ਜੋ ਤੁਹਾਨੂੰ ਦਿਖਾ ਰਿਹਾ ਇਹ ਇੰਗਲਿਸ਼ ਵਰਜ਼ਨ ਆਫ ਡਾਕੂ, ਇਹ ਸਾਰੀ ਵੀਡੀਓਜ਼ ਗੁਰੂ ਨਾਨਕ ਡਾਕੂ ਸੀਰੀਜ਼ ਵਿੱਚੋਂ ਨੇ, ਲੇਕਿਨ ਮੈਂ ਇੰਗਲਿਸ਼ ਵਰਜ਼ਨ ਇਸ ਕਰਕੇ ਦਿਖਾ ਰਿਹਾ ਕਿਉਂਕਿ ਅਜੇ ਅਸੀਂ
ਪੰਜਾਬੀ ਵਰਜ਼ਨ ਰਿਲੀਜ਼ ਕਰ ਰਹੇ ਹਾਂ ਤੇ ਇਹ ਸਾਰੇ ਅਜੇ ਐਪੀਸੋਡਸ ਕੱਟ ਕੇ ਪੂਰੇ ਰੈਂਡਰ ਹੋ ਕੇ ਤਿਆਰ ਨਹੀਂ ਹੋ ਪਾਏ ਨੇ ਅਜੇ। ਇਸ ਕਰਕੇ ਮੈਂ ਡਿਸੀਜਨ ਲਿਆ ਕਿ ਸਾਰੇ ਇੰਗਲਿਸ਼ ਤੋਂ ਦਿਖਾਵਾਂਗੇ ਤੇ ਮਾਫੀ ਮੰਗਦਾ, ਇਹ ਥੋੜਾ ਲੇਕਿਨ ਸਮਝ ਆ ਜਾਏਗਾ। ਤੇ ਇਹ ਆਪਣਾ ਕਾਬੁਲ ਦੇ ਅੰਦਰ ਜਿਹੜਾ ਇੱਕ ਮੁਸਲਮਾਨ ਜਿਹੜੇ ਸੰਗੀਤਕਾਰ ਹੁੰਦੇ ਸਨ, ਜਿਹੜੇ ਕੀਰਤਨ ਵੀ ਕਰਦੇ ਸਨ, ਰਸ਼ੀਅਨ ਆਕਿਊਪੇਸ਼ਨ ਤੋਂ ਪਹਿਲਾਂ ਅਫਗਾਨਿਸਤਾਨ ਦੀ ਗੁਰਦੁਆਰਿਆਂ ਦੇ ਅੰਦਰ ਕਾਫੀ ਮੁਸਲਮਾਨ ਕੀਰਤਨੀ ਆ ਕੇ ਕਰਦੇ ਸਨ। ਇਹ ਉਹਨਾਂ ਦੀ ਵੰਸ਼ ਤੋਂ ਜਿਹੜੇ ਥੱਲੇ ਆਏ ਨੇ ਉਹਨਾਂ ਨੂੰ ਅਸੀਂ ਲੱਭਿਆ। ਉਹ ਸ਼ਬਦ ਭੁੱਲ ਗਏ ਸਨ ਬਿਕੋਜ਼ 1990s ਦਾ ਰਸ਼ੀਅਨ ਇਨਵੇਜਨ ਸੀਗਾ। ਉਸ ਤੋਂ ਬਾਅਦ ਇਹ ਗੁਰਦੁਆਰੇ ਖਤਮ ਹੋ ਗਏ, ਲੋਕ ਹਟ ਗਏ, ਲੇਕਿਨ ਉਹਨਾਂ ਨੂੰ ਅਸੀਂ ਲੱਭਿਆ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤਾ ਤੁਸੀਂ ਯਾਦ ਕਰੋ ਤੁਹਾਡੇ ਵਾਲਿਦ ਸਾਹਿਬ ਕੀ ਪੜ੍ਹਦੇ ਸੀਗੇ ਉੱਥੇ। ਫਿਰ ਉਹਨਾਂ ਨੇ ਪੜ੍ਹ ਕੇ ਫਿਰ ਆਇਆ, ਉਹਨਾਂ ਨੇ ਰਿਕਾਰਡ ਕੀਤਾ ਤੇ ਉਹਨਾਂ ਦੀ ਇੱਕ ਛੋਟੀ ਜੀ ਗੱਲ ਅਸੀਂ ਸੁਣੀਏ ਕਿਉਂਕਿ ਅੱਜ ਇਹ ਲੈਗੇਸੀ ਅਫਗਾਨਿਸਤਾਨ ਦਾ ਤਾਂ ਖਤਮ ਹੋ ਗਈ। ਗੁਰੂ ਨਾਨਕ ਸਾਹਿਬ ਦੀ ਲੈਗੇਸੀ ਲੈਸ ਦੈਨ 400-500 ਸਿੱਖ ਤੇ ਹਿੰਦੂ ਰਹਿ ਗਏ ਨੇ ਉੱਥੇ ਹੁਣ, ਤੇ ਉਸ ਨੂੰ ਅਸੀਂ ਪਹਿਲਾਂ ਸੁਣੀਏ। ਔਰ ਰਸ਼ੀਅਨ ਇਨਵੇਜਨ ਤੋਂ ਪਹਿਲਾਂ 300,000 ਤੋਂ ਉੱਪਰ 3 ਲੱਖ ਤੋਂ ਉੱਪਰ ਸੀਗੇ। از خوردی با مردم اهل اولود و سکا یک جای کلان شدیم و به می کابل پیدا شدیم و خدمتتان عرض کنم که من موسیقی را شوق داشتم و یاد گرفتم، موسیقی را تهدابی یاد گرفتم و همین چیزهای مذهبی هندو و سکا را یاد گرفتم که فعلا من درس میتم به می درمسالا و گدوارای هندوها و سکا اینا را هم درس میتم و برای شما یک برز برسانم که ما چیزایی که از بابا نانک صاحب یاد گرفتیم همیشه اینی چیزها را یاد گرفتیم و یک شعرش کل پروان کتب قرآن پوتی پندت رہے پوران نانک نام پیا رحمان कर करता तू है को जान कर परवान कतेब कुरान पूती पंडित रहे ਤੇ ਇਸ ਤੋਂ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਆਪਣੀ ਜਜ਼ਬਾਤੀ ਗੱਲ ਦੱਸਾਂ। ਸ਼ਬਦ ਦੇ ਅੰਦਰ ਬਹੁਤ ਸਾਫ਼ ਹੈਗਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਤੇਬ ਕੁਰਾਨ ਪੋਥੀ ਪੁਰਾਣ। ਦੋ ਕਲਚਰਸ ਦੇ ਅੰਦਰ ਇੱਕ ਜਿਹੜਾ ਦਰਾਰ ਪਈ ਹੈ। ਜ਼ਮਾਨੇ ਤੋਂ ਹੀ ਕੌਨਫਲਿਕਟ ਤੇ ਚੱਲ ਰਹੇ ਸਨ ਲੇਕਿਨ ਲੋਕ ਇਕੱਠੇ ਰਹਿ ਰਹੇ ਸਨ। ਕੋਈ ਕਹਿੰਦਾ ਮੇਰਾ ਬੈਟਰ ਹੈ ਤੇ ਤੁਸੀਂ ਕਹਿੰਦੇ ਮੇਰਾ ਬੈਟਰ। ਬਸ ਅੱਜ ਵੀ ਤਾਂ ਉਹੀ ਚੱਲ ਰਿਹਾ ਹੈ, ਮੇਰਾ ਬੈਟਰ ਤੇ ਤੁਹਾਡਾ ਬੈਟਰ ਹੈ। ਸਾਂਝੀ ਵੱਲ ਤੁਹਾਨੂੰ ਅਸੀਂ ਸਮਝ ਨਹੀਂ ਪਾ ਰਹੇ। ਹੁਣ ਜਿਹੜੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤਾ, ਉਹਨੇ ਉਸ ਟਾਈਮ ਕਹਿੰਦਾ ਕਿ ਮੈਨੂੰ ਮੌਸੀਕੀ ਦਾ ਸ਼ੌਕ ਸੀਗਾ, ਮਿਊਜ਼ਿਕ ਦਾ ਸ਼ੌਕ ਸੀਗਾ। ਮੈਂ ਹਿੰਦੂਆਂ ਸਿੱਖਾਂ ਦੇ ਨਾਲ ਮੌਸੀਕੀ ਸਿਖਾਉਂਦਾ ਸੀਗਾ, ਸਿੱਖਦਾ ਸੀਗਾ, ਸਿਖਾਉਂਦਾ ਸੀਗਾ। ਇਹਨਾਂ ਦਾ ਆਪਣਾ ਖਾਨਦਾਨੀ ਚੱਲ ਰਿਹਾ ਤੇ ਸ਼ਬਦ ਕਿਤਨੇ ਆਸਾਨੀ ਨਾਲ ਉਸਨੂੰ ਯਾਦ ਆਇਆ, ਉਸਨੇ ਗਾ ਕੇ ਸੁਣਾਇਆ ਸਾਨੂੰ। ਉਹ ਕਿਤਨਾ ਰੈਲੇਵੈਂਟ ਸ਼ਬਦ ਹੈਗਾ ਅੱਜ ਦੇ ਮਾਹੌਲ ਦੇ ਹਿਸਾਬ ਨਾਲ। ਤੇ ਅਸੀਂ ਚਲੀਏ ਹੁਣ ਜੋ ਸਾਨੂੰ ਸਮਝ ਆਇਆ ਹੈ, ਇਹ ਬ੍ਰਿਟਿਸ਼ ਇੰਡੀਆ ਦਾ ਮੈਪ ਜਿਹੜਾ ਹੈ ਉਹਦੇ ਉੱਤੇ ਮੈਂ ਕੇਸਰੀ ਰੰਗ ਦੇ ਨਾਲ ਇੱਕ ਕਲਰ ਦਿੱਤਾ ਹੋਇਆ ਕਿਉਂਕਿ ਜਿਹੜਾ ਗੁਰੂ ਨਾਨਕ ਨੂੰ ਅੱਜ ਅਸੀਂ ਬਣ ਕੇ ਨਾ ਸਿਰਫ ਪੰਜਾਬ ਦੇ ਅੰਦਰ, ਉਹ ਅੱਜ ਸਿਰਫ ਈਸਟ ਪੰਜਾਬ ਦੇ ਅੰਦਰ ਬਸ ਬਣਿਆ ਹੋਇਆ। ਲੇਕਿਨ ਜਦੋਂ ਅਸੀਂ ਚੱਲਦੇ ਸੀਗੇ ਨਾ, ਸਾਨੂੰ ਉਹ ਪੂਰੀ ਜਿਹੜੀ ਅੰਸ਼ ਨਜ਼ਰ ਆਉਂਦੀ ਸੀ ਕਿ ਗੁਰੂ ਨਾਨਕ ਦੇ ਐਕਸਪੈਂਸ ਦੀ। ਔਰ ਇਹ ਕੋਈ ਖੁਆਬੀ ਚੀਜ਼ ਨਹੀਂ ਕਹਿ ਰਿਹਾ, ਦੇਖੀ ਹੋਈ ਇਹ ਚੀਜ਼ਾਂ ਤੁਸੀਂ ਗੁਰੂ ਨਾਨਕ ਡਾਕੂਮੈਂਟਰੀ ਸੀਰੀਜ਼ ਦੇਖ ਕੇ ਆਪ ਦੇਖ ਲਓ। ਮੈਂ ਤਾਂ ਸਿਰਫ ਇੱਕ ਰਿਪੋਰਟਰ ਹੈਗਾ, ਮੈਨੂੰ ਜੋ ਉਹਦੀ ਅੰਸ਼ ਆਉਂਦੀ ਹੈ। ਔਰ ਮੈਂ ਜੋ ਅਗਰ ਕੁਝ ਕਹਾਂਗਾ ਬੁਰਾ ਨਾ ਮੰਨਣਾ, ਕਿਉਂਕਿ ਮੇਰਾ ਆਬਜੈਕਟਿਵ ਇੱਥੇ ਇਹ ਨਹੀਂ ਕਹਿਣਾ ਕਿ ਉਹਨਾਂ ਨੇ ਸਾਡੇ ਨਾਲ ਇਹ ਕੀਤਾ ਤੇ ਉਹਨਾਂ ਨੇ ਇਹ ਕੀਤਾ। ਮੈਨੂੰ ਸਿਰਫ ਗੁਰੂ ਨਾਨਕ ਦੇ ਪਿਆਰਿਆਂ ਦੀ ਗੱਲ ਕਰ ਰਿਹਾ ਮੈਂ। ਗੁਰੂ ਨਾਨਕ ਦਾ ਇੱਕ ਜਿਹੜਾ ਗੁਲਦਸਤਾ ਸੀਗਾ ਬੜਾ ਵੱਡਾ ਸੀਗਾ ਇੱਕ ਟਾਈਮ ਤੇ, ਬਹੁਤ ਅੱਜ ਸਿਰਫ ਅਸੀਂ ਖਾਲਸਾ ਡੈਫੀਨੇਸ਼ਨ ਦੇ ਅੰਦਰ ਆ ਕੇ ਖੜਾ ਕਰ ਦਿੱਤਾ। ਨਾਨਕ ਪੰਥੀਆਂ ਦਾ ਜਿਹੜਾ ਇੱਕ ਉਦਾਸੀਆਂ ਨੂੰ ਵੀ ਅਸੀਂ ਅਲੱਗ ਨਾ ਕਰੀਏ, ਕਿਉਂਕਿ ਉਦਾਸੀਆਂ ਦੀ ਜਿਹੜੀ ਦੇਣ ਹੈਗੀ ਨਾ ਯੂਪੀ ਬਿਹਾਰ ਦੇ ਅੰਦਰ। ਅੱਜ ਦਾ ਜਿਹੜਾ 80 ਸਾਲ ਦਾ ਬਜ਼ੁਰਗ ਉਦਾਸੀ ਹੈ ਨਾ, ਉਸਨੂੰ ਫਿਲਮਿੰਗ ਕਰਨ ਅਸੀਂ ਜਾਂਦੇ ਸੀਗੇ। ਮੈਂ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ। ਸਾਨੂੰ ਸਭ ਤੋਂ ਵੱਡੀ ਚੈਲੰਜ ਆਉਂਦੀ ਸੀਗੀ, ਮੈਨੂੰ ਪਤਾ ਹੈ ਉਸ 80 ਸਾਲ ਦੇ ਬਜ਼ੁਰਗ ਨੂੰ ਜਪਜੀ ਸਾਹਿਬ ਪੂਰਾ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆਉਂਦੇ, ਮੈਨੂੰ ਪਤਾ ਹੈ, ਲੇਕਿਨ ਉਹ ਗੱਲ ਨਹੀਂ ਕਰਦੇ ਕਿਉਂਕਿ ਦਰਾਰਾਂ ਪੈ ਗਈਆਂ ਨੇ। ਔਰ ਜਦੋਂ ਤੁਹਾਨੂੰ ਘੰਟਾ 2 ਘੰਟਾ 3 ਘੰਟਾ ਉਹਨਾਂ ਦਾ ਕੌਨਫੀਡੈਂਸ ਜਿੱਤਣ ਨੂੰ ਲੱਗ ਜਾਂਦਾ ਸੀਗਾ, ਕੈਮਰੇ ਦੇ ਅੱਗੇ ਗੱਲ ਨਹੀਂ ਕਰਦੇ।
ਲੇਕਿਨ ਜਦੋਂ ਉਹ ਦੇਖਦਾ ਸੀਗਾ ਯਾਰ ਬੰਦਾ ਤੇ ਠੀਕ ਹੀ ਗੱਲ ਕਰ ਰਿਹਾ ਹੈ, ਸਾਡੇ ਨਾਲ ਹੀ ਮਤਲਬ ਇਹ ਸਾਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਕਿਧਰੇ ਮੌਕੇ ਦੇ ਅੰਦਰ ਫਿਰ ਉਹ ਵਿਚਾਰਨਾ ਆਪਣਾ ਉਚਾਰਨਾ ਸ਼ੁਰੂ ਕਰ ਦਿੰਦਾ ਸੀਗਾ। ਉਹਨੂੰ ਤੁਸੀਂ ਦੇਖੋ ਤੇ ਕਹੋ ਅੱਜ ਉਹ ਉਚਾਰ ਨਹੀਂ ਰਿਹਾ ਹੈ ਕਿਉਂਕਿ ਕੁਝ ਰੀਜ਼ਨਸ ਹੋਏ ਨੇ, ਲੇਕਿਨ ਉਹਨੂੰ ਆਂਦਾ ਉਸਦੇ ਜ਼ਹਿਨ ਦੇ ਅੰਦਰ ਉਹ ਅਜੇ ਵੀ ਹੈ, ਸ਼ਬਦ ਹੈ ਉਸਦੇ ਅੰਦਰ, ਜ਼ਹਿਨ ਦੇ ਅੰਦਰ ਪੂਰਾ ਜਪਜੀ ਸਾਹਿਬ ਹੈ ਉਹਦੇ ਅੰਦਰ। ਲੇਕਿਨ ਜਿਹੜੀ ਅੱਜ ਦੀ ਜਨਰੇਸ਼ਨ ਹੈ ਨਾ, ਜਿਹੜੀ 40 ਸਾਲ ਦੀ, 50 ਸਾਲ ਦੀ, 20 ਸਾਲ ਦੇ ਜਿਹੜੇ ਉਦਾਸੀਨ ਵਾਲੇ ਨੇ, ਉਹ ਨਹੀਂ ਕਰਨ, ਉਹਨਾਂ ਨੂੰ ਇਸ ਗੁਰੂ ਨਾਨਕ ਨਾਲ ਕੁਝ ਨਹੀਂ ਲੈਣਾ ਦੇਣਾ। ਉਹਨਾਂ ਵਾਸਤੇ ਗੁਰੂ ਨਾਨਕ ਤੋਂ ਪੂਰੀ ਲੈਗੇਸੀ ਪਰੇ ਹੋ ਗਈ ਹੈ। ਲੇਕਿਨ ਜਿਹੜਾ 80 ਸਾਲ ਦਾ ਬਜ਼ੁਰਗ ਹੈਗਾ ਉਸਨੂੰ ਪਤਾ ਹੈ, ਔਰ ਇਸਨੂੰ ਮੈਂ ਬਾਰ-ਬਾਰ ਦਿਖਾਇਆ ਵੀ ਹੈ, ਉਸਨੂੰ ਪਤਾ ਹੈ। ਹੁਣ ਇਹ ਨਹੀਂ ਮੈਂ ਕਹਾਂਗਾ ਕਿ ਕਿਸ ਦੀ ਗਲਤੀ ਹੈ ਤੇ ਉਸਨੇ ਕੀ ਕੀਤਾ, ਕਿਸਨੇ ਕੀਤਾ, ਇਹ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਹੈ। ਅਸੀਂ ਕੌਣ ਹੁੰਦੇ ਹਾਂ ਕਿ ਜਫਾ ਪਾ ਕੇ ਕਹੀਏ ਕਿ ਸਿਰਫ ਮੇਰਾ ਹੀ ਰਾਈਟ ਥਾਟ ਹੈ ਤੇ ਕਿਸੇ ਹੋਰ ਦਾ ਨਹੀਂ ਹੈ। ਬਾਣੀ ਤੇ ਹਰ ਕਿਸੇ ਦੀ ਹੈ। ਤੇ ਉਸ ਬਿਹਾਰ, ਯੂਪੀ ਦੇ ਇਲਾਕੇ ਤੋਂ, ਗੰਗਾ ਬੈਲਟ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਤੋਂ ਲੈ ਕੇ ਸਿੰਧ, ਬਲੂਚਿਸਤਾਨ ਤੱਕ ਔਰ ਰਾਜਸਥਾਨ ਤੱਕ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਦਾ, ਜਿਹੜੇ ਦਾਦੂ ਪੰਥੀਆਂ ਦਾ ਅਗਰ ਤੁਸੀਂ ਦੇਖੋ, ਦਾਦੂ ਪੰਥੀ ਜਿਹੜੇ ਰਾਜਸਥਾਨ ਵਿੱਚ ਹੈਗੇ ਭਗਤੀ ਮੂਵਮੈਂਟ ਵਿੱਚੋਂ, ਉਹ ਤੇ ਗੁਰੂ ਨਾਨਕ ਸਾਹਿਬ ਤੋਂ ਬਹੁਤ ਬਾਅਦ ਚ ਆਏ ਨੇ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵੀ ਆਏ ਨੇ। ਲੇਕਿਨ ਤੁਸੀਂ ਉਹਨਾਂ ਦੇ ਅਗਰ ਦਾਦੂ ਪੰਥੀਆਂ ਦੀ ਜੈਪੁਰ ਦੇ ਅੰਦਰ ਤੁਸੀਂ ਲਾਇਬ੍ਰੇਰੀ ਚਲੇ ਜਾਓ, ਤੁਸੀਂ ਦਾਦੂ ਪੰਥੀਆਂ ਦਾ ਇੱਕ ਗ੍ਰੰਥ ਹੈਗਾ ਜਿਹਦੇ ਅੰਦਰ ਸਿਰਫ ਨਾਨਕ ਬਾਣੀ ਹੈ। ਹੁਣ ਅੱਜ ਦਾ ਦਾਦੂ ਪੰਥੀ ਜਿਹੜਾ ਹੈ ਉਸ ਨਾਨਕ ਬਾਣੀ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਨਹੀਂ ਕਰਦਾ, ਉਹ ਸਿਰਫ ਲਾਇਬ੍ਰੇਰੀ ਦੇ ਅੰਦਰ ਬੰਦ ਹੋ ਗਈ ਦੀ। ਲੇਕਿਨ 1800 ਤੱਕ ਦਾਦੂ ਪੰਥੀ ਜਿਹੜਾ ਸੀਗਾ ਉਹ ਨਾਨਕ ਬਾਣੀ ਨੂੰ ਵੀ ਪੜ੍ਹਦਾ ਸੀਗਾ, ਉਹਦਾ ਗ੍ਰੰਥ ਹੈ ਲਾਇਬ੍ਰੇਰੀ ਵਿੱਚ ਪਏ ਹੋਏ ਨੇ ਜੈਪੁਰ ਦੇ ਅੰਦਰ, ਉਹਨਾਂ ਦੇ ਤੁਸੀਂ ਚਲੇ ਜਾਓ ਤੇ ਜਿਹੜਾ ਇੱਕ ਕਬੀਰ ਜੀ ਦਾ ਜਿਹੜਾ ਸਭ ਤੋਂ ਵੱਡਾ ਸਮਕਾਲੀਨ ਸੀਗੇ ਗੁਰੂ ਨਾਨਕ ਸਾਹਿਬ, ਉੱਥੋਂ ਜਿਹੜਾ ਲੈ ਕੇ ਆਏ ਪੰਜਾਬ 'ਚ, ਮੈਂ ਕਹਿਣਾ ਅੱਜ ਇੰਟਰਨੈਟ ਇਨਫੋਰਮੇਸ਼ਨ ਹਰ ਜਗ੍ਹਾ ਜਾ ਰਹੀ ਹੈ। ਉਸ ਜ਼ਮਾਨੇ 'ਚ ਦੇਖੋ 500 ਸਾਲ ਪਹਿਲਾਂ ਕਿਸ ਤਰ੍ਹਾਂ ਇਹ ਸਾਰੇ 15 ਭਗਤਾਂ ਦੀ ਬਾਣੀ ਪੰਜਾਬ 'ਚ ਆ ਕੇ ਇਕੱਠੀ ਹੋਈ। ਇੱਕ ਬਿਊਟੀ ਹੈਗੀ ਨਾ, ਇੱਕ ਗੁਰੂ ਨਾਨਕ ਸਾਹਿਬ ਦਾ ਉਹ ਗੁਲਦਸਤਾ ਹੈਗਾ। ਮੇਰੇ ਕੋਲ, ਮੈਂ ਅਜੇ ਤੁਹਾਨੂੰ ਦਿਖਾਣਾ, ਮੇਰੇ ਕੋਲ ਇੱਥੇ ਪਈ ਹੋਈ ਹੈ, ਅਜੇ ਮੈਂ ਕਿਤਾਬ ਪੜ੍ਹ ਰਹੇ ਹਾਂ, ਇਹ ਇੱਥੇ ਪਈ ਹੈ, ਉੱਤਰੀ ਭਾਰਤ ਮੇਂ ਸੰਤ ਪਰੰਪਰਾ, ਇਹ ਪਰਸ਼ੂਰਾਮ ਚਤੁਰਵੇਦੀ। ਅੱਜ ਕੱਲ ਮੈਂ ਇਸ ਨੂੰ ਪੜ੍ਹ ਰਿਹਾ। ਹੁਣ ਸੰਤ ਪਰੰਪਰਾ ਦੇ ਇਹ ਕਿਤਾਬ ਹੈਗੀ ਕਰੀਬ 500 ਪੇਜਸ ਦੀ। ਇਸ ਬੰਦੇ ਨੇ 150 ਪੇਜ ਗੁਰੂ ਨਾਨਕ ਸਾਹਿਬ ਦੇ ਉੱਤੇ ਡੈਡੀਕੇਟ ਕੀਤੇ ਨੇ, ਕਿਉਂਕਿ ਉੱਤਰ ਭਾਰਤ ਦੀ ਜਿਹੜੀ ਸੰਤ ਪਰੰਪਰਾ ਦੇ ਅੰਦਰ, ਭਗਤੀ ਮੂਵਮੈਂਟ ਦੇ ਅੰਦਰ, ਤੁਸੀਂ ਗੁਰੂ ਨਾਨਕ ਸਾਹਿਬ ਤੇ ਇੱਕ ਨਿਵੇਕਲੇ ਉਸ ਦੇ ਅੰਦਰ ਪੱਖ ਹੈਗੇ। ਤੇ ਜਦੋਂ ਇੱਕ ਯੂਪੀ ਦਾ ਬੰਦਾ, ਇਹ ਪੁਰਾਣੀ ਕਿਤਾਬਾਂ ਨੇ, ਅੱਜ ਕੱਲ ਨਹੀਂ ਲਿਖਦੇ ਲੋਕ, ਲੇਕਿਨ ਜਦੋਂ ਪੁਰਾਣੀ ਕਿਤਾਬ ਦੇ ਅੰਦਰ ਲਿਖਦੇ ਨੇ 150-500 ਪੇਜਸ ਵਿੱਚੋਂ ਸਭ ਤੋਂ ਜ਼ਿਆਦਾ ਇਹਨਾਂ ਨੇ ਜਿਹੜਾ ਉਹ ਸਪੇਸ, ਪੇਜਸ ਦੀ ਸਪੇਸ ਦਿੱਤੀ ਹੈ, ਗੁਰੂ ਨਾਨਕ ਸਾਹਿਬ ਨੂੰ ਦਿੱਤੀ ਹੈ, ਔਰ ਫਿਰ ਕਬੀਰ ਪੰਥ ਨੂੰ ਦਿੱਤਾ ਹੈ। ਤੇ ਇਤਨਾ ਵੱਡਾ ਵਿਰਸਾ ਸਿਰਫ ਈਸਟ ਪੰਜਾਬ ਤੱਕ ਸੀਮਿਤ ਰਹਿ ਗਿਆ। ਬਹੁਤ ਕੁਝ ਹੋਇਆ ਹੈ, ਕੁਝ ਸਾਡੀ ਗਲਤੀਆਂ ਨੇ, ਕੁਝ ਹੋਰਾਂ ਦੀ ਗਲਤੀਆਂ ਨੇ, ਲੇਕਿਨ ਇਕੱਠੇ ਗਲਤੀਆਂ ਹੋਈਆਂ ਨੇ। ਉਹ ਠੀਕ ਕੌਣ ਕਰੇਗਾ, ਠੀਕ ਕਰ ਪਾਵਾਂਗੇ, ਇਹ ਮੈਨੂੰ ਨਹੀਂ ਪਤਾ। ਅਸੀਂ ਸਿਰਫ ਉਹਨੂੰ ਸਮਝ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਹੋ ਸਕਦਾ ਹੈ, ਇੱਕ ਹੋਪ ਹੈ, ਕਦੀ ਕੋਈ ਚੀਜ਼ ਅਗਰ ਰਾਈਟ ਬੀਜ ਪਲਾਂਟ ਕਰਾਂਗੇ। ਮੈਂ ਕਹਿੰਦਾ ਅਸੀਂ ਗੁਰੂ ਨਾਨਕ ਅਗਰ ਇੱਕ ਮੁਸਲਮਾਨ ਗੁਰੂ ਗ੍ਰੰਥ ਸਾਹਿਬ, ਔਰ ਟਵਿੱਟਰ ਦੇ ਉੱਤੇ ਇੱਕ ਕੁੜੀ ਹੈਗੀ, ਉਹ ਐਮਸਟਰਡੈਮ ਦੀ ਹੈ, ਉਹ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਦੇ ਉਸਨੇ ਡਾਕੂ ਸੀਰੀਜ਼ ਦੇਖਿਆ, ਉਸਨੇ ਇਤਨੀ ਮੋਟੀਵੇਟ ਹੋਈ ਹੈ, ਗੁਰੂ ਗ੍ਰੰਥ ਸਾਹਿਬ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਤੇ ਤੁਸੀਂ ਅਗਰ ਰਾਈਟ ਚੀਜ਼ ਨੂੰ ਅਗਰ ਪ੍ਰੈਕਟਿਸ ਕਰੋਗੇ, ਲੋਕ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰਭਾਵਿਤ ਹੋਣਗੇ। ਕਿ ਆਪਣੇ 'ਚ ਗੱਲ ਕਰਦੇ ਰਹੀ ਤੇ ਫਿਰ ਤਾਂ ਨਹੀਂ ਹੋ ਪਾਏਗਾ। ਤੇ ਪਾਰਟੀਸ਼ਨ ਦੀ ਇੰਪੈਕਟ ਕੀ ਹੋਇਆ? ਚੁੱਪ ਅਸੀਂ ਕਹਿੰਦੇ ਆ, ਅਗਲੇ ਪੇਜ ਦੇ ਅੰਦਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਦਾ ਵੱਡਾ ਇੰਪੈਕਟ ਕੀ ਸੀਗਾ। ਬਟ ਜੋ ਅਕਸਰ ਨੈਰੇਟਿਵ ਬੋਲਿਆ ਜਾਂਦਾ ਹੈ ਕਿ ਰੈਡਕਲਿਫ ਲਾਈਨ ਜੋ ਬਣੀ ਹੈ, ਜਿਸਨੇ 5 ਦਰਿਆ ਦੇ ਇਲਾਕੇ ਨੂੰ ਡਿਵਾਈਡ ਕੀਤਾ ਹੈ, 1.5 ਦਰਿਆ ਇਸ ਪਾਸੇ ਦੇ ਦਿੱਤੇ, ਬਾਕੀ ਤੇ ਸਿੰਧੂ, ਸਭ ਤੋਂ ਮਾਈਟੀ ਸਿੰਧੂ, ਔਰ ਬਾਕੀ 3.5 ਦਰਿਆ ਉਸ ਪਾਸੇ ਚਲੇ ਗਏ। ਉਹ ਪੰਜਾਬ ਦਾ ਦਰਿਆ ਜਿਹੜਾ ਦਾ ਇਲਾਕਾ ਹੈਗਾ, ਪੰਜ ਆਬ, ਉਹ ਜਦੋਂ ਡਿਵਾਈਡ ਹੋਇਆ on the premise that Hindu and Muslim cannot stay together, two nation theory, ਤੇ ਸਾਰੇ ਦੇ ਜਿਹੜੇ ਨਾਨਕ ਨਾਮ ਲੇਵਾ ਤੇ ਇਸ ਪਾਸੇ ਆ ਗਏ। ਔਰ ਇਸ ਪਾਸੇ ਆਉਣ ਦੇ ਨਾਲ ਨਾਲ ਇਸ ਨੂੰ ਵੀ ਅਸੀਂ ਨਾ ਭੁੱਲੀਏ ਕਿ ਜਿਹੜੇ ਮੁਸਲਮਾਨ ਨਾਨਕ ਨਾਮ ਲੇਵਾ ਸੀਗੇ, ਜਿਹੜੇ ਰਬਾਬੀ ਸੀਗੇ, ਅਸੀਂ ਅੱਗੇ ਦੇਖਾਂਗੇ ਇੱਕ ਚੰਦਰ, ਉਹਨਾਂ ਨੂੰ ਅਸੀਂ ਉਸ ਪਾਸੇ ਭੇਜ ਦਿੱਤਾ।
ਗੋਇੰਦਵਾਲ ਸਾਹਿਬ ਦੇ ਅੰਦਰ ਪੂਰੀ ਰਬਾਬੀਆਂ ਦੀ ਭਾਈ ਮਰਦਾਨਾ ਦੀ ਲੈਗੇਸੀ ਸੀਗੀ। ਉਹ ਮੁਸਲਮਾਨ ਰਬਾਬੀ ਗਾਉਂਦੇ ਸੀਗੇ, ਪੜ੍ਹਦੇ ਸੀਗੇ, ਉੱਥੇ ਸ਼ਬਦ ਪੜ੍ਹਦੇ ਸੀਗੇ ਗੁਰਦੁਆਰਿਆਂ ਦੇ ਅੰਦਰ। ਤੁਸੀਂ ਦੇਖਣਾ ਡਾਕੂ ਸੀਰੀਜ਼ ਦੇ ਅੰਦਰ ਭਾਈ ਚਾਂਦ ਦੇ ਬਜ਼ੁਰਗ ਜਿਹੜੇ ਸੀਗੇ ਉਹ ਦਿੱਲੀ ਦੇ ਅੰਦਰ ਰਕਾਬਗੰਜ ਦੇ ਅੰਦਰ ਬਕਾਇਦਾ ਇੱਕ ਸੈਲਰੀਡ ਰਾਗੀ ਅਪਾਇੰਟਡ ਸੀਗੇ। ਤੇ ਅੱਜ ਅਗਰ ਉਹ ਨਹੀਂ ਕਰਨ ਦੇਵਾਂਗੇ ਬਿਕੋਜ਼ ਉਹਨਾਂ ਦਾ ਫੇਥ ਸਿੱਖ ਨਹੀਂ ਹੈਗਾ। ਅਸੀਂ ਰੀਜ਼ਨਸ ਲੱਭਦੇ ਰਹੀਏ ਲੇਕਿਨ ਇੱਕ ਲੈਗੇਸੀ ਤੇ ਇੰਪੈਕਟ ਹੋਗੀ ਨਾ, ਦੋਵੇਂ ਪਾਸੇ ਹੋਈ। मैं सॉरी मैं अगर चीज दिखाई है एरो की कि वो लोग इस पासे आ गए, हिंदू और सिख इस पासे आ गए। लेट्स नॉट फॉरगेट कि मुस्लिम्स भी उस पासे गए ਜਿਹੜੇ ਨਾਨਕ ਨਾਮ ਲੈਵਾ ਸੀਗੇ। ਉਹ ਵਿਚਾਰੇ ਉਹ ਕੀ ਬਣ ਗਏ, ਉਹਨਾਂ ਦੇ ਰਬਾਬੀਆਂ ਨੇ ਜਾ ਕੇ ਉੱਥੇ ਉਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਮਿਲਿਆ ਤੇ ਉਹਨਾਂ ਨੇ ਸਿਰਫ ਮਿਊਜ਼ਿਕ ਉਹ ਫਿਲਮ ਇੰਡਸਟਰੀ ਚਲੇ ਗਏ ਤੇ ਕੋਈ ਕਿਧਰ ਚਲਾ ਗਿਆ ਤੇ ਕੋਈ ਕਿਧਰ ਚਲਾ ਗਿਆ। ਪੂਰੀ ਇੱਕ ਲੈਗੇਸੀ ਖਤਮ ਹੋ ਗਈ ਰਬਾਬੀਆਂ ਦੀ। ਤੇ ਇਹ ਸ਼ੁਕਰ ਹੈ ਕਿ ਸਾਨੂੰ ਸਲੀਮਾ ਖਵਾਜਾ ਲੱਭ ਗਈ ਜਿਹਨੇ ਇਤਨਾ ਵੱਡਾ ਉਸਨੂੰ ਅਸੀਂ 1 ਸਾਲ ਲੋਕਾਂ ਨੂੰ ਇਹ ਪਤਾ ਨਹੀਂ ਸੀ ਕੀ ਮਿਹਨਤਾਂ ਕੀਤੀਆਂ ਦੇ ਅੰਦਰ 1 ਸਾਲ ਅਸੀਂ ਲਗਾਇਆ ਕਿਉਂਕਿ ਜਿਹੜੀ ਇਸ ਪਾਰਟੀਸ਼ਨ ਦੀ ਲਾਈਨ ਨੇ ਸਿਰਫ ਬੰਦਿਆਂ ਨੂੰ ਨਹੀਂ ਵੱਖਰਾ ਕੀਤਾ, ਰਾਗਾਂ ਨੂੰ ਵੀ ਵੱਖਰਾ ਕਰ ਦਿੱਤਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਜਿਹੜੀ ਗੁਰੂ ਨਾਨਕ ਸਾਹਿਬ ਦੇ 36 ਕੋ ਰਾਗ ਦੇ ਅੰਦਰ ਜਿਹੜਾ ਮਿਸ਼ਰਤ ਰਾਗਾਂ ਦੇ ਅੰਦਰ ਬਾਣੀ ਗਾਈ ਹੈ ਨਾ, ਤੇ ਸਲੀਮਾ ਨੂੰ ਅਸੀਂ ਜਦ ਕਿਹਾ ਕਿ ਤੇਰੀ ਆਵਾਜ਼ ਸਾਨੂੰ ਬਹੁਤ ਪਸੰਦ ਹੈ, ਅਸੀਂ ਚਾਹਾਂਗੇ ਤੂੰ ਰਾਗਾਂ ਦੇ ਅੰਦਰ ਕੀਰਤਨ ਕਰ ਡਾਕੂ ਸੀਰੀਜ਼ ਵਾਸਤੇ। ਤੇ ਉਹਨੇ ਕਿਹਾ ਮੈਨੂੰ 15 ਕੋ ਰਾਗ ਆਉਂਦੇ ਨੇ ਇਹਨਾਂ ਰਾਗਾਂ ਵਿੱਚੋਂ। ਫਿਰ ਅਸੀਂ 1 ਸਾਲ ਲਾਇਆ ਉਹਦੀ ਅਕ੍ਰੋਸ ਦ ਬਾਰਡਰ ਟ੍ਰੇਨਿੰਗ ਕਰਨ ਵਾਸਤੇ। 1 ਸਾਲ ਬਾਅਦ ਅਸੀਂ ਰਿਕਾਰਡਿੰਗ ਕੀਤੀ ਹੈ। ਲੇਕਿਨ ਅੱਜ ਉਹ ਪਾਕਿਸਤਾਨ ਦੇ ਅੰਦਰ ਡਾਕੂ ਸੀਰੀਜ਼ ਤੋਂ ਬਾਅਦ ਗੁਰੂ ਨਾਨਕ ਡਾਕੂ ਸੀਰੀਜ਼ ਬਾਅਦ ਪਹਿਲੇ ਸ਼ਖਸ ਬਣ ਗਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸਾਰੇ ਰਾਗਾਂ ਦੇ ਅੰਦਰ ਬਾਣੀ ਉਚਾਰੀ ਹੈ। ਤੇ ਇਹ ਬੀਜ ਅਸੀਂ ਪਲਾਂਟ ਕਰ ਰਹੇ ਹਾਂ। ਤੇ ਹੁਣ ਜਿਹੜਾ ਉਹ ਇੰਡਸ ਵਿੱਚ ਇਥੋਂ ਗੈਂਜੈਟਿਕ ਬੈਲਟ ਵਿੱਚ ਆਏ ਆ ਲੋਕ, ਤੇ ਪੰਜਾਬ ਗੈਂਜੈਟਿਕ ਬੈਲਟ ਤੇ ਚਲੋ ਈਸਟ ਪੰਜਾਬ 'ਚ ਆਏ, ਸਾਡੇ ਮੇਰੇ ਬਜ਼ੁਰਗ ਤੇ ਗੈਂਜੈਟਿਕ ਗੋਰਖਪੁਰ ਚਲੇ ਗਏ ਨਾ, ਨੂੰ ਤੋਂ ਵੀ ਅੱਗੇ ਬਿਹਾਰ ਚਲੇ ਗਏ, ਕੋਈ ਮਹਾਰਾਸ਼ਟਰ ਚਲਾ ਗਿਆ, ਕੋਈ ਤਾਮਿਲਨਾਡੂ ਚਲਾ ਗਿਆ, ਪੂਰੀ ਇੱਕ ਤਿੱਤਰ ਬਿੱਤਰ ਹੋ ਗਏ। ਫਿਰ ਮੈਨੂੰ ਗੱਲ ਆਉਂਦੀ ਹੈ ਕੰਗਨਪੁਰ ਵਾਲੀ ਗੱਲ ਕਿ ਜਿੱਥੇ ਮਾਨਕ ਦੇਖੀ, ਜਿੱਥੇ ਗੁਰੂ ਨਾਨਕ ਸਾਹਿਬ ਦੀ ਸਾਖੀ ਲਿਖੀ, ਵਸਦੇ ਰਹੋ ਤੇ ਉਜੜ ਜਾਓ। ਤੇ ਜਿਹੜੇ ਬੰਦਿਆਂ ਦਾ ਆਚਰਣ ਚੰਗਾ ਨਹੀਂ ਸੀਗਾ ਉਹਨਾਂ ਨੂੰ ਕਿਹਾ ਤੁਸੀਂ ਵਸਦੇ ਰਹੋ, ਜਿਨ੍ਹਾਂ ਦਾ ਆਚਰਣ ਚੰਗਾ ਸੀਗਾ ਉਹਨੂੰ ਕਿਹਾ ਤਾਂ ਉਜੜ ਜਾਓ ਤਾਂ ਕਿ ਚੰਗਿਆਈ ਫੈਲੇ ਹਰ ਜਗ੍ਹਾ। ਤੇ ਮੈਂ ਕਦੀ ਕਦੀ ਸੋਚਣਾ ਕਿ ਕੀ ਸਾਡਾ ਉਜੜਨਾ ਚੰਗਿਆਈ ਫੈਲਾਉਣ ਵਾਸਤੇ ਸੀਗਾ? ਸ਼ਾਇਦ। ਲੇਕਿਨ ਕੀ ਅਸੀਂ ਫੈਲਾ ਰਹੇ ਹਾਂ ਚੰਗਿਆਈ? ਬਿਲਕੁਲ ਨਹੀਂ। ਮੈਨੂੰ ਤੇ ਉਹ ਪੋਲਿਟਿਕਸ ਹੀ ਨਜ਼ਰ ਆਉਂਦੀ ਹੈ ਹਰ ਜਗ੍ਹਾ। ਦਰਾਰਾਂ ਇਤਨੀ ਵੱਧਦੀ ਜਾ ਰਹੀਆਂ ਨੇ ਤੇ ਅਸੀਂ ਅਗਰ ਛਿਤਰਾਏ ਬਿਤਰਾਏ ਵੀ, ਤੇ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਨੂੰ ਇਹ ਹੋਪ ਸੀਗਾ ਅਗਰ ਪੋਜ਼ਿਟਿਵ ਐਂਗਲ ਨਾਲ ਦੇਖਿਆ ਜਾਏ ਕਿ ਇਹਨਾਂ ਨੂੰ ਛਿਤਰਾ ਦਿੱਤਾ ਜਾਵੇ ਕਿ ਚੰਗਿਆਈ ਫੈਲਾਣ ਜਿੱਥੇ ਜਾਣ। ਤੇ ਕੀ ਅਸੀਂ ਕਰ ਰਹੇ ਹਾਂ ਆਪਣੇ ਆਪ ਨੂੰ? ਅਸੀਂ ਸੋਚੀਏ। ਹੁਣ ਇਹ ਇੰਪੋਰਟੈਂਟ ਚੀਜ਼ ਹੈ। ਅਕਸਰ ਇੰਡੀਆ ਪਾਕਿਸਤਾਨ ਦੀ ਪਾਰਟੀਸ਼ਨ ਨੂੰ ਅਸੀਂ ਦਿਖਾ ਦਿੰਦੇ ਨੇ। ਦੇਖੋ ਜੀ, ਇਸ ਨੂੰ ਤੁਸੀਂ ਸਮਝੋਗੇ ਤੇ ਤੁਸੀਂ ਅੰਡਰਸਟੈਂਡ ਕਰੋਗੇ। ਇਸ ਨੂੰ ਮੈਂ ਕਹਿੰਦਾ ਸੈਂਡਵਿਚ ਇਫੈਕਟ। ਇਟਸ ਅ ਸੈਂਡਵਿਚ ਇਫੈਕਟ। ਬਿਕੋਜ਼ ਜਦੋਂ ਡਿਵਾਈਡ ਹੋਇਆ ਨਾ ਤੇ ਇਹ ਤੇ ਰੈਡਕਲਿਫ ਲਾਈਨ ਆ ਗਈ ਤੁਹਾਡੇ ਰਾਈਟ ਸਾਈਡ ਤੇ, ਈਸਟ ਵਾਲੇ ਪਾਸੇ, ਜਿਹਨੇ ਇੰਡੀਆ ਪਾਕਿਸਤਾਨ ਡਿਵਾਈਡ ਕਰਦੇ। ਨਾਲ ਹੀ ਨਾਲ ਕੀ ਹੋਇਆ, ਉਸ ਪਾਸੇ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਲਾਈਨ ਬਣ ਗਈ ਜਿਹੜੀ ਡਰਨ ਲਾਈਨ। ਬ੍ਰਿਟਿਸ਼ ਦੇ ਟਾਈਮ ਤੱਕ ਇਹ ਪੋਰਸ ਬਾਉਂਡਰੀ ਸੀਗੀ, ਲੋਕ ਆ ਜਾ ਸਕਦੇ ਸੀਗੇ। ਅਫਗਾਨਿਸਤਾਨ ਤੋਂ ਇੱਥੇ ਤੱਕ ਆਣਾ। ਕਾਬੁਲੀ ਵਾਲਾ ਜਿਹੜੀ ਰਵਿੰਦਰਨਾਥ ਟੈਗੋਰ ਨੇ ਇੱਕ ਬੜੀ ਚੰਗੀ ਕਿਤਾਬ ਕਹਾਣੀ ਲਿਖੀ ਸੀਗੀ, ਉਹ ਕਾਬੁਲੀ ਵਾਲਾ ਕਾਬੁਲ ਤੋਂ ਡਰਾਈ ਫਰੂਟ ਵੇਚਣ ਆਉਂਦਾ ਸੀਗਾ ਕਲਕੱਤਾ ਦੇ ਅੰਦਰ। ਉਹ ਬੜੀ ਇਮੋਸ਼ਨਲ ਕਿਤਾਬ। ਕਾਬੁਲੀ ਵਾਲਾ ਦੇ ਅੰਦਰ ਇੱਕ ਪਸ਼ਤੂਨ ਬੰਦੇ ਦਾ ਰਵਿੰਦਰਨਾਥ ਟੈਗੋਰ ਨੇ ਕੈਰੈਕਟਰ ਦੱਸਿਆ ਸੀਗਾ, ਕੀ ਪਾਵਰਫੁਲ ਕੈਰੈਕਟਰ ਸੀਗਾ। ਤੇ ਉਹ ਅੱਜ ਪੂਰਾ ਤਿੱਤਰ ਬਿੱਤਰ ਹੋ ਗਿਆ। ਲੇਕਿਨ ਜਿਹੜੀ ਇੱਕ ਸੈਂਡਵਿਚ ਇਫੈਕਟ ਹੈ ਕਿ 2 ਲਾਈਨਾਂ ਬਣੀਆਂ ਨੇ। ਅਸੀਂ ਅਕਸਰ ਇਸ ਨੂੰ ਇੰਡੀਆ ਪਾਕਿਸਤਾਨ ਕਹਿੰਦੇ ਨੇ। ਮੈਂ ਇਸ ਨੂੰ ਕਹਿਣਾ ਤੁਸੀਂ ਇੱਕ ਜਿਹੜਾ ਸਿੰਧੂ ਦਰਿਆ ਦੇ ਅੰਦਰ ਜਿੱਥੇ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਸੀਗੀ ਨਾ, ਹਿੰਦੂ ਮੁਸਲਿਮ ਸਿੱਖ, ਉਸ ਨੂੰ ਸੈਂਡਵਿਚ ਕਰਤਾ ਗਿਆ ਦੋਵੇਂ ਪਾਸਿਓਂ। ਉਹ ਕਲਚਰ ਜਿਹੜਾ ਹੁੰਦਾ ਹੈ ਨਾ, ਕਲਚਰ ਪੋਲੀਟੀਕਲ ਬਾਉਂਡਰੀਜ਼ ਤੋਂ ਉੱਪਰ ਹੁੰਦਾ ਹੈ। ਕਲਚਰ ਜਿਹੜਾ ਹੁੰਦਾ ਹੈ, ਅਗਰ ਪੋਲੀਟੀਕਲ ਬਾਉਂਡਰੀਜ਼ ਵਿਚਕਾਰ ਆ ਜਾਂਦੀਆਂ ਨੇ ਤੇ ਉਹ ਕੀ ਕਰਦੀਆਂ ਨੇ, ਫਿਰ ਕਲਚਰ ਨੂੰ ਐਕਸਪੈਂਡ ਕਰਨ ਵਿੱਚ, ਕੰਟਰੈਕਟ ਕਰਨ ਵਿੱਚ ਬਾਧਾ ਦੀ ਕਰਦੀਆਂ ਨੇ, ਫੈਲਾਣ 'ਚ ਤੇ ਸਿਕੜਨ ਵਿੱਚ ਬਾਧਾ ਕ੍ਰੀਏਟ ਕਰਦੀ ਹੈ। ਤੇ ਕੀ ਹੋਇਆ, ਜਿਹੜਾ ਮੈਂ ਇਸ ਕਰਕੇ ਪਹਿਲਾਂ ਜਿਹੜਾ ਤੁਹਾਨੂੰ ਮੈਪ ਦਿਖਾ ਰਿਹਾ ਸੀਗਾ, ਅਫਗਾਨਿਸਤਾਨ ਤੋਂ ਲੈ ਕੇ ਬਿਹਾਰ ਯੂਪੀ ਤੱਕ ਫੈਲਿਆ ਸੀਗਾ, ਥੱਲੇ ਰਾਜਸਥਾਨ ਤੱਕ ਫੈਲਿਆ ਸੀਗਾ, ਸਿੰਧ ਬਲੋਚਿਸਤਾਨ ਤੱਕ ਫੈਲਿਆ ਸੀਗਾ। ਵਿਚਕਾਰ ਤੁਸੀਂ ਇੱਕ ਸੈਂਡਵਿਚ ਬਣਾਤਾ, 2 ਪਾਸੇ ਬ੍ਰੈਡ ਪਾ ਦਿੱਤੀ ਤੇ ਵਿਚਕਾਰ ਤੁਸੀਂ ਇੱਕ ਖੀਰਾ ਪਾ ਦਿੱਤਾ। ਤੇ ਉਹ ਸੈਂਡਵਿਚ ਦੇ ਕਰਕੇ ਕੀ ਹੋਇਆ ਕਿ ਜਿਹੜਾ ਕਲਚਰ ਹੈ ਹੁਣ ਅੱਜ ਅਫਗਾਨਿਸਤਾਨ ਦੇ ਅੰਦਰ ਅਗਰ ਪ੍ਰੋਬਲਮ ਆਈ ਜਿਹੜੀ ਹਿੰਦੂਆਂ ਤੇ ਸਿੱਖਾਂ ਦੇ ਉੱਤੇ, ਤੇ ਉਹ ਕਿੱਥੇ ਜਾਣ?
ਉੱਥੋਂ ਅਗਰ ਪੁਰਾਣੇ ਜ਼ਮਾਨੇ 'ਚ ਬਾਉਂਡਰੀ ਨਹੀਂ ਹੁੰਦੀ, ਉੱਥੋਂ ਅਗਰ ਪ੍ਰੋਬਲਮ ਆਉਂਦੀ, ਉਹ ਸਿकुड़ ਕੇ ਥੋੜਾ ਇਸ ਪਾਸੇ ਆ ਜਾਂਦੇ। ਮੈਨੂੰ ਪਤਾ ਹੈ 84 ਦੇ ਟਾਈਮ ਤੇ यूपी बिहार के अंदर प्रॉब्लम आई, काफी सारे लोग साढ़े उतों माइग्रेट करके पंजाब चले गए। कल्चर मूव कर सकता है, फिर जो शांति आ जाती है फिर लोग वापस आ जाते हैं। कल्चर की एक खासियत है, जो तुम पॉलिटिकल बाउंड्री बनाती दोवें पासों, तो वह बंदा जो अफगानिस्तान के अंदर मारिया गया बिकॉज ऑफ वॉट एवर पॉलिटिकल इशूज हैपन, वो कितने जावे? वो पाकिस्तान जा नहीं सकता, वो इंडिया तक आने वास्ते टप के आवे, हम उतों भी करेगा फिर बाहर चला जाएगा, यूरोप चला जाएगा, किसी और जगह चला जाएगा। The creation of Pakistan as a effect has had a very drastic impact on the entire culture because एक सैंडविच बन गया विचकार, उसने कल्चर ਨੂੰ डिवाइड कर दिया 3 हिस्सियां ਦੇ ਅੰਦਰ। ਵਿਚਕਾਰੋਂ तो गायब हो गया कल्चर वो पूरा। लेकिन अफगानिस्तान ਦੇ ਅੰਦਰ 3 ਲੱਖ ਬੰਦੇ ਸੀਗੇ रशियन इन्वेजन तो, आज तो 400-500 लोग ਹੈਗੇ ਨੇ। और इस पासे इंडिया के अंदर ਅਸੀਂ ਆਏ, इंडिया तो भी फिर लोग माइग्रेट करते गए बार-बार ਇਲਾਕਿਆਂ ਦੇ ਅੰਦਰ। तो ये 2 ਲਾਈਨਸ ਨੇ बहुत कुछ साड़ा खोया है। तो ਅਸੀਂ स्टार्ट करिए थोड़े थोड़े इलाकों के अंदर। पैसे अफगानिस्तान की गल करते हैं, पाकिस्तान की गल करते हैं, फिर मैं आ जाऊंगा इंडिया के उत्ते, तो फिर थोड़ी वीडियोज़ के नाल मैं दिखाना अफगानिस्तान के अंदर। और देखो वो कल्चर, हम ये वीडियो में तुम देखोगे, ये जो बंदा है ये कहता भी है कि मैनू खुशी होएगी तुम अपना के गुरुद्वारा फिर तो बनाओ गरदेस के अंदर। तुम देखो फिर मैं गल करदा। Yani induzi Müslümanım o bisbilançyan ki ardı bana darım sol ciğer kabuna o bisbilançyan ki ardı bana darım sol ciğer kabuna. We are standing at the site where once existed the Gardes Gurdwara. This Gurdwara got destroyed in the political unrest in Afghanistan. The Gardes-based Nanak-Panthi community has now dispersed from this city. اسم من اکرام الدین است، از ولایت پکتیا، مرکز گردیز، قریه بازار کنه. فعلا که شما مشاهده میکنین همه فعلا در امسال سال هستم که ما بسیار خورد بودیم. من از 30 سال 35 سال پیش قصه که بسیار خورد بودیم. در امسال جربو رفت آماد داشتیم، در امسال از یا در خانه‌های از یا حتی در تویای از یا اشتراک میکردیم. ما کدام مراسمی که مذهبی از یا می بود ما را دعوت میداد، می آمدیم در اونجا اشتراک میکردیم. خلاصه گپی که خیلی خورد بچه بودم ما که یارم ما میشناسم، حتی خلاولی رفتم ما فامیلی گپا قطیج داشتیم دیگه. حالا آماده دیگه در امسالشون هم به این حالت از خانه‌هایشون هم تکه تکه و پارچه شده دیگه. خواهش ما همیست که جور شو پس اما حالت سابقه بیاد اینجا، ما خوشحال هستیم. ਇਕਰਾਮੁद्ਦੀਨ ਗਰਦੇਜ਼ ਦਾ ਨੈਰੇਟਿਵ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਚ ਹੀ ਆਂਦਾ ਹੈ। ਜਦੋਂ ਈਰਾਨ ਦੇ ਅੰਦਰ ਮਸ਼ਹਦ ਦੇ ਅੰਦਰ ਇਮਾਮ ਅਲੀ ਰਜ਼ਾ ਦੀ ਸਾਈਟ ਤੇ ਜਾਂਦੇ ਨੇ, ਉਹਨਾਂ ਦੀ ਦਰਗਾਹ ਦੇ ਉੱਤੇ, ਉਹ ਅਸੀਂ ਕਵਰ ਵੀ ਕੀਤਾ ਹੈ ਐਪੀਸੋਡ 21 ਦੇ ਅੰਦਰ ਦੇ ਐਂਡ ਵਿੱਚ। ਤੇ ਉਸ ਵਿੱਚ ਜ਼ਿਕਰ ਆਂਦਾ ਹੈ ਭਾਈ ਮਨੀ ਸਿੰਘ ਦੀ ਜਨਮ ਸਾਖੀ ਦੇ ਅੰਦਰ ਕਿ ਗਰਦੇਜ਼ ਤੋਂ ਇੱਕ ਸ਼ਖਸ ਉਹਨਾਂ ਨੂੰ ਉੱਥੇ ਮਿਲਦੇ ਨੇ, ਉਹਨਾਂ ਦੀ ਗੋਸ਼ਟ ਹੁੰਦੀ ਹੈ। ਇਹ ਉਹੀ ਇਲਾਕਾ ਗਰਦੇਜ਼ ਅਫਗਾਨਿਸਤਾਨ ਦਾ, ਤੇ ਈਰਾਨ ਵਿੱਚ ਗਰਦੇਜ਼ ਦਾ ਇੱਕ ਸ਼ਖਸ ਉਹਨਾਂ ਨੂੰ ਮਿਲਦਾ ਹੈ ਆਪਣੇ ਜਿਹੜੀ ਮਸ਼ਹਦ ਦੀ ਸਾਈਡ ਜਿਹੜੀ ਹੈਗੀ ਉੱਥੇ ਇਮਾਮ ਅਲੀ ਰਜ਼ਾ ਦੀ ਸਾਈਡ ਤੇ ਗਰਦੇਜ਼ ਦੇ ਅੰਦਰ ਇੱਕ ਛੋਟਾ ਜਿਹਾ ਇੱਕ ਪਿੰਡ ਹੈਗਾ। ਇਹੋ ਜਿਹੀ ਬੜੀ ਥਾਵਾਂ ਅਸੀਂ ਐਪੀਸੋਡ 22 ਦੇ ਅੰਦਰ ਅਸੀਂ ਅਫਗਾਨਿਸਤਾਨ ਦਾ ਦਿਖਾਇਆ ਹੈ। ਦਿਲ ਇੱਕਦਮ ਛੂ ਜਾਂਦਾ ਹੈ, ਮਤਲਬ ਦਿਲ ਨੂੰ ਇੱਕਦਮ ਲੱਗਦਾ ਕਿ ਕੀ ਹੋ ਕੀ ਗਿਆ ਇਸ ਵਿਰਾਸਤ ਨੂੰ। ਇੱਥੇ ਦੇ ਗੁਰਦੁਆਰਾ ਸੀਗਾ ਜਿਹੜਾ ਛੋਟੇ ਛੋਟੇ ਪਿੰਡਾਂ ਦੀ ਚੀਜ਼ਾਂ ਖਤਮ ਹੋ ਗਈਆਂ, ਗੁਰੂ ਨਾਨਕ ਦੀ ਪੂਰੀ ਲੈਗੇਸੀ ਖਤਮ ਹੋ ਗਈ ਹੈ, ਉਸ ਤੇ ਖੰਡਰ ਪਏ ਹੋਏ ਨੇ ਚੀਜ਼ਾਂ। ਤੇ ਇੱਥੇ ਦਾ ਗੁਰਦੁਆਰਾ ਹੁਣ ਖਤਮ ਹੋ ਗਿਆ, ਉਹ ਫਲੈਟ ਗਰਾਊਂਡ ਜਿੱਥੇ ਮੈਂ ਖੜਾ ਸੀਗਾ ਉੱਥੇ ਜਗ੍ਹਾ ਹੁੰਦੀ ਸੀਗੀ। ਤੇ ਇਕਰਾਮੁद्दीन ਕੀ ਕਹਿੰਦਾ ਹੈ ਐਂਡ ਜੋ ਕਹਿੰਦਾ ਕਿ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਇਹ ਗੁਰਦੁਆਰਾ ਫਿਰ ਬਣਾਇਆ ਜਾਵੇ, ਕਿਉਂਕਿ ਉਹ ਯਾਦ ਕਰ ਰਿਹਾ ਹੈ ਉਹ ਜ਼ਮਾਨਾ ਜਦੋਂ ਛੋਟਾ ਸੀਗਾ ਤੇ ਆਪਣੇ ਹਿੰਦੂ ਤੇ ਸਿੱਖ ਭਰਾਵਾਂ ਦੇ ਕੋਲ ਜਾਂਦਾ ਸੀਗਾ ਤੇ ਉੱਥੇ ਖਾ ਕੇ ਕਹਿੰਦਾ ਸੀ ਮੈਂ ਲੰਗਰ ਖਾਂਦਾ ਸੀਗਾ ਉਹਨਾਂ ਨਾਲ, ਉਹਨਾਂ ਦੇ ਘਰਾਂ 'ਚ ਸਾਡੀ ਰਿਲੇਸ਼ਨਸ਼ਿਪ ਬਹੁਤ ਚੰਗੀ ਸੀਗੀ। ਤੇ ਅਗਰ ਰਿਲੇਸ਼ਨਸ਼ਿਪ ਚੰਗੀ ਸੀਗੀ ਤਾਂ ਦੈਟ ਮੀਨਸ ਹਿੰਦੂ ਐਂਡ ਸਿੱਖਸ ਐਂਡ ਮੁਸਲਿਮਸ ਕੁਡ ਸਟੇ ਟੁਗੇਦਰ। ਇਹ ਤੇ ਕੋਈ ਨਹੀਂ ਸੀਗਾ ਨਾ, ਇਹ ਤੇ ਪੋਲੀਟੀਕਲ ਟਰਮੋਇਲ ਸੀਗਾ ਕਿ ਜੋ ਹੋ ਗਿਆ। ਲੇਕਿਨ ਉਹ ਫਿਰ ਬੜੀ ਵੱਡੀ ਗੱਲ ਕਹਿੰਦਾ ਹੈ ਕਿ ਸੌਰੀ ਇੱਕ ਇੰਟਰਸਟਿੰਗ ਚੀਜ਼ ਵਿੱਚ ਤੁਸੀਂ ਅਗਰ ਨੋਟਿਸ ਕਰੋ ਕਿ ਉਹ ਜਿਹੜਾ ਵਰਡ ਯੂਜ਼ ਕਰਦੇ ਨੇ ਧਰਮਸਾਲ, ਜਿੱਦਾਂ ਤੁਸੀਂ ਈਸਟ ਪੰਜਾਬ ਤੋਂ ਤੁਸੀਂ ਵੈਸਟ ਵੱਲ ਜਾਣਾ ਸ਼ੁਰੂ ਕਰ ਦਿੰਦੇ ਹੋ, ਜਿਹੜੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਅੱਜ ਵੀ
ਹਿੰਦੂ ਸਿੱਖ ਰਹਿ ਰਹੇ ਨੇ ਪਾਕਿਸਤਾਨ ਦੇ, ਕਾਫੀ ਰਹਿ ਰਹੇ ਨੇ, ਲੇਕਿਨ ਜਿੱਦਾਂ ਤੁਸੀਂ ਵੈਸਟ ਵੱਲ ਜਾਣਾ ਸ਼ੁਰੂ ਕਰਦੇ ਹੋ ਨਾ, ਇੱਕ ਤੁਹਾਨੂੰ ਚੀਜ਼ ਨਜ਼ਰ ਆਉਂਦੀ ਹੈ, ਔਰ ਅਫਗਾਨਿਸਤਾਨ ਪਹੁੰਚਦੇ ਪਹੁੰਚਦੇ ਤੇ ਉਹ ਤੇ ਇੱਕਦਮ ਪ੍ਰਥਕ ਨਜ਼ਰ ਆਉਂਦੀ ਹੈ ਕਿ ਜੋ ਵੀ ਹਿੰਦੂ ਜਾਂ ਸਿੱਖ ਹੈਗਾ ਉੱਥੇ, ਉਹ ਆਪਣੇ ਵਿੱਚ ਤਫਰਕਾ ਨਹੀਂ ਰੱਖਦਾ, ਉਹ ਆਪਣੇ ਵਿੱਚ ਡਿਫਰੈਂਸ ਨਹੀਂ ਦੇਖਦਾ, ਉਹ ਸਾਰੇ ਨਾਨਕ ਨੂੰ ਮੰਨਣ ਵਾਲੇ ਨੇ। ਹਾਂ, ਜਿਹੜਾ ਉਹ ਖਾਲਸਾ ਨਹੀਂ ਹੈ, ਉਹ ਗੁਰੂ ਨਾਨਕ ਦੇ ਨਾਲ ਕਿਸੇ ਹੋਰ ਬਿਲੀਫ ਪ੍ਰੈਕਟਿਸਿਸ ਨੂੰ ਵੀ ਮੰਨਦਾ ਹੈ, ਉਸ ਦੇ ਉੱਤੇ ਅਸੀਂ ਕਿੰਤੂ ਪਰੰਤੂ ਨਹੀਂ ਕਰਨਾ, ਉਹਨਾਂ ਦੀ ਆਪਣੀ ਉਹ ਹੈਗੀ ਜੋ ਕਰਨ, ਬਟ ਉਹ ਕਿਸੇ ਦੇ ਅੰਦਰ ਆਪਣੇ ਅੰਦਰ ਉਹਨਾਂ ਦੀ ਦਰਾਰ ਨਹੀਂ ਹੈਗੀ, ਜੋ ਅੱਜ ਈਸਟ ਪੰਜਾਬ ਦੇ ਅੰਦਰ ਬਹੁਤ ਨਜ਼ਰ ਆਉਂਦੀ ਹੈ। ਤੇ ਮੈਂ ਤੇ ਚੱਲ ਕੇ ਦੇਖਿਆ ਨਾ, ਮੈਂ ਤੇ ਦੇਖਿਆ, ਮੈਂ ਅਫਗਾਨਿਸਤਾਨ ਤੱਕ ਪਹੁੰਚ ਗਿਆ ਔਰ ਪਾਕਿਸਤਾਨ ਦੇ ਅੰਦਰ ਚਲਾ ਗਿਆ, ਉੱਥੇ ਚਾਹੇ ਬੰਸਰੀ ਲਾਲ ਹੋਵੇ, ਚਾਹੇ ਕਿਸ਼ੋਰ ਕੁਮਾਰ ਹੋਵੇ, ਚਾਹੇ ਰਵੇਲ ਸਿੰਘ ਹੋਵੇ, ਕੋਈ ਫਰਕ ਨਹੀਂ ਉਹਨਾਂ ਵਿੱਚ। ਹੁਣ ਉਹ ਚੀਜ਼ ਇੱਕ ਦਰਾਰ ਇਹ ਜੀ ਪੈ ਗਈ ਹੈ ਕਿ ਉਹ ਖਤਮ ਨਹੀਂ ਹੋ ਰਹੀ, ਰਾਈਟ। ਤੇ ਇਹ ਲੋਕ ਕਹਿੰਦੇ ਨੇ ਕਿ ਧਰਮਸ਼ਾਲ, ਮੈਂ ਇਹ ਕਹਿਣਾ ਚਾਹੁੰਦਾ ਸੀ ਅਫਗਾਨਿਸਤਾਨ ਦੇ ਅੰਦਰ ਜਿਹੜਾ ਵਰਡ ਯੂਜ਼ ਕਰਦੇ ਨੇ ਗੁਰਦੁਆਰਿਆਂ ਨੂੰ, ਜਿਹੜੀ ਹਿੰਦੂ ਤੇ ਸਿੱਖਾਂ ਦੀ ਜਿਹੜੀ ਥਾਵਾਂ ਨੇ ਉਸ ਨੂੰ ਧਰਮਸ਼ਾਲ ਕਹਿੰਦੇ ਨੇ, ਗੁਰਦੁਆਰਾ ਨਹੀਂ ਕਹਿੰਦੇ। ਇਹ ਅੱਜ ਕੱਲ ਹੁਣ ਸ਼ੁਰੂ ਹੋ ਗਿਆ ਹੈ, ਪਿਛਲੇ ਕੁਝ 40-50 ਸਾਲਾਂ ਦੇ ਅੰਦਰ ਤੁਸੀਂ ਪੁਰਾਣੇ ਟੈਕਸਟ ਵੀ ਪੜੋ, ਧਰਮਸ਼ਾਲ ਯੂਜ਼ ਹੁੰਦਾ ਹੈ ਵਰਡ। ਤੇ ਫਿਰ ਅਸੀਂ ਥੱਲੇ ਚਲੇ ਜਾਈਏ ਅਫਗਾਨਿਸਤਾਨ ਤੋਂ, ਹੁਣ ਅਸੀਂ ਚਲੇ ਪੰਜਾਬ 'ਚ ਅਸੀਂ ਲਾਸਟ 'ਚ ਆਵਾਂਗੇ। ਮੈਨੂੰ ਇਹ ਇਲਾਕਾ ਚੱਲਣ ਦਾ ਬਹੁਤ ਮੌਕਾ ਮਿਲਿਆ। ਮੈਂ 110 ਪੇजेस ਜਿਹੜੇ ਨੇ ਆਪਣੀ ਸੈਕੰਡ ਬੁੱਕ ਦ ਕੁਐਸਟ ਕੰਟੀਨਿਊਸ ਦੇ ਅੰਦਰ 110 ਪੇजेस ਮੈਂ ਡੈਡੀਕੇਟ ਕੀਤੇ ਨੇ ਨਾਨਕ ਪੰਥੀਜ਼ ਆਫ ਇੰਡਸ, ਸਿੰਧ ਔਰ ਬਲੋਚਿਸਤਾਨ ਦਾ ਇਲਾਕਾ। ਤੇ ਇਹਦੇ ਅੰਦਰ ਮੈਂ ਜੋ ਦਿਖਾ ਰਿਹਾ ਇੱਕ ਬਰਾਊਨ ਇਲਾਕੇ ਦੇ ਅੰਦਰ ਕਿ ਥੱਲੇ ਹੁਣ ਪੰਜਾਬ ਤੋਂ ਜਿੱਥੇ 5 ਦਰਿਆ ਮੁਲਤਾਨ ਦੇ ਅੱਗੇ ਪੰਜਨਾਥ ਤੇ ਅੱਗੇ ਆ ਕੇ ਮਿਲ ਗਈਆਂ ਨੇ ਸਿੰਧੂ ਦਰਿਆ ਦੇ ਵਿੱਚ, ਔਰ ਉਹ ਸਿੰਧੂ ਦਰਿਆ ਹੁਣ ਚਲਾ ਗਿਆ ਥੱਲੇ ਅਰੇਬੀਅਨ ਮਹਾਸਾਗਰ ਦੇ ਵੱਲ ਜਾ ਰਿਹਾ ਹੈ। ਤੇ ਉਸ ਏਰੀਆ ਦੇ ਅੰਦਰ ਤੁਸੀਂ 50 ਕਿਲੋਮੀਟਰ ਇੰਡਸ ਦਰਿਆ ਦੇ ਪੂਰਬ ਵਾਲੇ ਪਾਸੋਂ, ਈਸਟ ਵਾਲੇ ਪਾਸੋਂ ਤੋਂ ਸ਼ੁਰੂ ਕਰੋ, ਔਰ ਤੁਸੀਂ ਖੋਜਕ ਪਾਸ, ਅਫਗਾਨਿਸਤਾਨ ਦਾ ਕੁਏਟਾ, ਖੋਜਕ ਪਾਸ, ਬੁਲਾਨ ਪਾਸ, ਉਸ ਪਾਸੇ ਤੱਕ ਚਲੇ ਜਾਓ, ਔਰ ਥੱਲੇ ਕਰਾਚੀ ਦੇ ਇਲਾਕੇ ਤੋਂ ਇਹ ਲੈ ਲਓ। ਇਹ ਸਾਰਾ ਇਲਾਕਾ ਜਿਹੜਾ ਹੈ, ਜਿਹੜਾ ਬਰਾਊਨ ਵਿੱਚ ਮੈਂ ਦਿਖਾ ਰਿਹਾ, ਇਹਨੂੰ ਮੈਂ ਕਹਿਣਾ ਇਹ ਨਾਨਕ ਪੰਥੀਆਂ ਦਾ ਇਲਾਕਾ ਹੈ। ਇਹਦੇ ਅੰਦਰ ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਸਿੱਖ ਹੋਵੇ, ਜ਼ਿਆਦਾਤਰ ਅੱਜ ਦੇ ਇੰਡੀਆ ਦੇ ਡੈਫੀਨੇਸ਼ਨ ਦੇ ਨਾਲ ਅਸੀਂ ਉਹਨਾਂ ਨੂੰ ਕਹਿ ਦਾਂਗੇ ਹਿੰਦੂ ਨੇ, ਬਟ ਉਹ ਆਪਣੇ ਆਪ ਨੂੰ ਸਿੱਖ ਮੰਨਦੇ ਨੇ ਕਾਫੀ ਲੋਕ। ਔਰ ਅਗਰ ਕੋਈ ਕਹਿੰਦਾ ਵੀ ਅਗਰ ਹਿੰਦੂ ਹੈ ਤੇ ਗੁਰੂ ਨਾਨਕ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਪੂਰੇ ਪੱਖ ਹੈਗੇ ਉਸ ਦੇ ਅੰਦਰ, ਉਹ ਉਹਨਾਂ ਦੇ ਪਾਰਟ ਐਂਡ ਪਾਰਸਲ ਆਫ ਦੇ ਡੇਲੀ ਪ੍ਰੈਕਟਿਸ ਐਂਡ ਵਾਟ ਐਵਰ ਦੇ ਡੂ। ਗੁਰੂ ਗ੍ਰੰਥ ਸਾਹਿਬ ਉਹਦਾ ਪਾਰਟ ਹੈ। ਹੁਣ ਉੱਥੇ ਵੀ ਮੈਂ ਨੋਟਿਸ ਕੀਤਾ ਹੈ ਕਿ ਜੋ ਪੰਜਾਬ ਦਾ ਇੰਡੀਆ ਵਾਲੇ ਪਾਸੇ ਤੋਂ ਜੋ ਚੀਜ਼ਾਂ ਹੋ ਰਹੀਆਂ ਨੇ ਉਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਉਹਨਾਂ ਦਾ ਜਿਹੜਾ ਇੱਕ 300 ਸਾਲ ਦਾ ਇੱਕ ਵਿਰਸਾ ਚੱਲ ਰਿਹਾ ਹੈ। ਅਗਰ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੀਤਾ ਵੀ ਰੱਖਦੇ ਸੀਗੇ, ਉਹ ਉਹਨਾਂ ਦਾ ਇੱਕ ਦਰਬਾਰਾਂ ਦੇ ਅੰਦਰ ਉਹ ਉਹਨਾਂ ਦਾ ਇੱਕ ਤਰੀਕਾ ਹੈਗਾ। ਮੈਂ ਉਸ ਨੂੰ ਕਿੰਤੂ ਪਰੰਤੂ ਨਹੀਂ ਕਰ ਰਿਹਾ, ਉਹ ਉਹਨਾਂ ਦਾ ਇੱਕ ਤਰੀਕਾ ਚੱਲ ਰਿਹਾ, 250-300 ਸਾਲ ਤੋਂ ਚੱਲ ਰਿਹਾ ਨਾ। ਮੈਂ ਕੌਣ ਉਹਨਾਂ ਨੂੰ ਕਹਿਣਾ ਕਿ ਤੁਸੀਂ ਠੀਕ ਹੈ ਕਿ ਨਹੀਂ ਹੋ, ਲੇਕਿਨ ਅੱਜ ਕੱਲ ਇਨਫੋਰਮੇਸ਼ਨ ਫਲੋ ਜੋ ਹੋ ਰਹੀ ਹੈ ਟੀਵੀ ਦੇ ਥਰੂ, ਮੀਡੀਆ ਦੇ ਥਰੂ, ਰਾਈਟ ਰੋਂਗ, ਉਹਦੇ ਨਾਲ ਕੀ ਹੋ ਰਿਹਾ ਕਿ ਕਾਫੀ ਦਰਬਾਰਾਂ ਦੇ ਅੰਦਰ ਜਾ ਕੇ ਜਜਮੈਂਟਸ ਪਾਸ ਸ਼ੁਰੂ ਕਰ ਦਿੱਤੇ ਗਏ ਨੇ ਕਿ ਭਾਈ ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਰੱਖ ਸਕਦੇ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਤੇ ਇੱਕ ਬਜ਼ੁਰਗ ਸੀਗੇ ਉੱਥੇ 75 ਸਾਲ ਦੇ, ਮੈਂ ਜਦੋਂ ਇਹ 2017 ਦੀ ਗੱਲ ਕਰ ਰਿਹਾ, ਉਸ ਦਰਬਾਰ ਦੇ ਅੰਦਰ ਕੋਈ ਪ੍ਰੋਬਲਮ ਹੋਈ ਸੀ ਕਿ ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਂ ਸਿਰਫ ਆਬਜ਼ਰਵ ਕਰ ਰਿਹਾ ਸੀਗਾ। ਮੈਂ ਉਹਨਾਂ ਨੂੰ ਪੁੱਛਿਆ ਤਾਂ ਆਪਨੇ ਗੁਰੂ ਗ੍ਰੰਥ ਸਾਹਿਬ ਹਟਾ ਕਿਉਂ ਦਿਆ? ਉੱਥੇ ਅਜੇ ਵੀ ਅਰਦਾਸ ਕਰਦੇ ਨੇ ਲੇਕਿਨ ਗੁਰੂ ਗ੍ਰੰਥ ਸਾਹਿਬ ਨਜ਼ਰ ਨਹੀਂ ਆਉਂਦੀ। ਕਹਿੰਦੇ अमरदीप बच्चा देखो गुरु ग्रंथ साहब हटा तो दिया, लेकिन गुरु ग्रंथ साहब की बाणी मेरे दिल से कोई नहीं हटा सकता। मैंने कहा बाबा जी आप तो, दादा बोल देना, मैं कहा दादा आप तो 80 साल के हैं, आपके तो दिल से नहीं हटा सकता कोई, लेकिन आपकी अगली पनीरी जो है जो 20 साल की है, उनके तो दिल को तो मिलेगा ही नहीं ना पढ़ने को, तो वो कैसे पढ़ेंगे? कहते अब तो ये सोचना चाहिए ना, जब वो आके कहते हैं कि हम लोग कंबल के नीचे नहीं रखते, एयर कंडीशन के नीचे नहीं रखते, पंखे के नीचे रखते, हमको रखना नहीं आता, तो फिर तो उस टाइम सोचना चाहिए ना कि कर क्या रहे हैं ये लोग। ये बड़ी वड्डी गल है, असि हटाई जा रहे हैं। बाणी ते गुरु है,
ਤੇ ਇਹ ਇੱਕ ਜਿਹੜਾ ਇੰਪੈਕਟ ਪੈ ਗਿਆ ਨਾ, ਜਿਹੜੇ ਉਹ ਲੋਕ ਰਹਿ ਗਏ ਨੇ, ਪਾਰਟੀਸ਼ਨ ਦਾ ਇੰਪੈਕਟ, ਜਿਹੜੇ ਲੋਕ ਰਹਿ ਗਏ ਨੇ ਇਸ ਇਲਾਕੇ ਦੇ ਅੰਦਰ, ਇਹਨਾਂ ਦੇ ਦੋ ਟਾਈਪ ਆਫ ਪ੍ਰੈਕਟਿਸਿਸ ਨੇ, ਇੱਕ ਹੈਗੇ ਗੁਰਦੁਆਰੇ ਔਰ ਇੱਕ ਹੈਗੇ ਦਰਬਾਰ। ਦਰਬਾਰ ਦੇ ਅੰਦਰ ਤੁਹਾਨੂੰ ਸਿੰਕ੍ਰੈਟਿਕ ਵਰਸ਼ਿਪ ਮਿਲੇਗਾ। ਤੁਸੀਂ ਉੱਥੇ ਜਾਓਗੇ, ਸ਼ਾਇਦ ਪੰਜਾਬ ਦਾ ਕੋਈ ਸ਼ਖਸ ਜਾਏਗਾ ਉੱਥੇ, ਉਹਨੂੰ ਉਹ ਬੜਾ ਓਪਰਾਪਨ ਲੱਗੇਗਾ, ਉਹ ਸ਼ਾਇਦ ਜਜਮੈਂਟ ਪਾਸ ਕਰਨ ਲੱਗ ਜਾਏ, ਇਹ ਗਲਤ ਹੈ ਤੇ ਰਾਈਟ ਹੈ। ਮੈਂ ਤਾਂ ਕੋਈ ਜਜਮੈਂਟ ਨਹੀਂ ਪਾਸ ਕਰਦਾ, ਮੈਂ ਤਾਂ ਸਿਰਫ ਦੇਖ ਰਿਹਾ ਸੀਗਾ। ਤੇ ਉਹਦੇ ਅੰਦਰ ਉਹਨਾਂ ਦੀ ਬੜੀ ਸਾਰੀ ਪ੍ਰਥਾਵਾਂ ਇਕੱਠੀਆਂ ਚੱਲਦੀਆਂ ਨੇ। ਗੁਰੂ ਗ੍ਰੰਥ ਸਾਹਿਬ ਇੱਕ ਉਸਦਾ ਅੰਸ਼ ਹੈਗਾ। ਲੇਕਿਨ ਗੁਰਦੁਆਰੇ ਜਿਹੜੇ ਅੱਜ ਪਾਕਿਸਤਾਨ ਦੇ ਅੰਦਰ ਸਭ ਤੋਂ ਜ਼ਿਆਦਾ ਗੁਰਦੁਆਰੇ ਬਣ ਰਹੇ ਨੇ ਨਾ, ਉਹ ਸਿੰਧ ਔਰ ਬਲੋਚਿਸਤਾਨ ਦੇ ਅੰਦਰ ਬਣ ਰਹੇ ਨੇ। ਔਰ ਇਹ ਇੰਟਰਸਟਿੰਗਲੀ ਬਣ ਰਹੇ ਨੇ ਸਿੰਘ ਸਭਾ ਦੇ ਨਾਂ ਤੇ। ਤੇ ਗੱਲ ਆਉਂਦੀ ਹੈ ਕਿ ਸਿੰਘ ਸਭਾ ਦੇ ਨਾਂ ਤੇ ਬਣ ਤੇ ਰਹੇ ਨੇ, ਲੇਕਿਨ ਹੁਣ ਅਸੀਂ ਸਿੰਘ ਸਭਾ ਦੇ ਅੰਦਰ ਅਸੀਂ ਡਿਫਾਈਨ ਕੀਤਾ ਹੂ ਅ ਸਿੱਖ ਇਜ਼, ਬਟ ਇਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਕੁਝ ਨਹੀਂ ਪਤਾ ਪੰਜਾਬ ਦੀ ਪੋਲਿਟਿਕਸ ਦੇ ਬਾਰੇ 'ਚ, ਪੰਜਾਬ ਦੀ ਐਵੋਲਿਊਸ਼ਨ ਦੇ ਬਾਰੇ 'ਚ, ਪੰਜਾਬ ਦੀ ਹਿਸਟਰੀ ਦੇ ਬਾਰੇ 'ਚ। ਉਹ ਅਜੇ ਵੀ ਉੱਥੇ ਉਹ ਸੋਚਦੇ ਨੇ ਕਿ ਸਿੰਘ ਸਭਾ ਗੁਰਦੁਆਰਾ ਜਿਹੜਾ ਹੈਗਾ ਇਜ਼ ਦ ਵੇ ਦਾ ਗੁਰਦੁਆਰਾ ਨਹੀਂ ਸੀ। ਜੋ ਨਵੇਂ ਗੁਰਦੁਆਰੇ ਬਣ ਰਹੇ ਨੇ, ਅਕਸਰ 80% of the Gurdwaras are titled as Singh Sabha Gurdwara। ਚਲਾਨ ਵਾਲੇ ਜਿਹੜੇ ਨੇ ਉਹ ਸਿੱਖ ਨਹੀਂ ਨੇ, ਉਹ ਦਾਦਾ ਰੇਵਾ ਚੰਦ, ਦਾਦਾ ਮੁਰਲੀ, ਇਹੋ ਜਿਹੇ ਬੰਦੇ ਨੇ। ਤੇ ਇਹਨੂੰ ਸੋਚਣ 'ਚ ਫਿਰ ਬੰਦਾ ਮਜਬੂਰ ਕਰਦਾ ਹੈ ਕਿ ਅਸੀਂ ਕਰ ਕੀ ਦਿੱਤਾ ਆਪਣੇ ਆਪ ਨੂੰ। ਤੇ ਅੱਗੇ ਚੱਲੀਏ ਅਸੀਂ ਅਗਰ 1 ਸੈਕਿੰਡ, ਤੇ ਹੁਣ ਮੈਂ ਤੁਹਾਨੂੰ ਦਿਖਾਣਾ ਜਿਹੜਾ ਉਹਨਾਂ ਦੀ ਭਾਵਨਾ ਹੈ। ਦਾਦਾ ਰੇਵਾ ਚੰਦ ਨਾਲ ਮੇਰਾ ਜਿਹੜੀ ਇੰਟਰੈਕਸ਼ਨ ਹੈ ਸ਼ਿਕਾਰਪੁਰ ਦੇ ਅੰਦਰ, ਇੰਡਸ ਦਰਿਆ ਦੇ ਬਹੁਤ ਨੇੜੇ, ਸੱਖਰ ਦੇ ਨੇੜੇ, ਇਹਨੂੰ ਪਲੇ ਕਰਕੇ ਦਿਖਾਣਾ। At Shikarpur, we visit Dada Reva Chand's residence to experience his love for Guru Nanak. दंडवत बंदनान के बार सर्व कला सुमरत, डोलन ते राखो प्रभु नानक ते करत। फिरत फिरत बरबायो पढ़ियो तो शरणाए, नानक की प्रवेनति अपनी भगति लाए। हमारे लोकल जो लोग हैं ना, वो सिंधी नानक पंथी हैं, गुरु नानक को वो मानते हैं। बलोची भी जो इधर आते हैं, जो हमारे कम्युनिटी के ख़ास तौर पर हिंदू, वो भी मानते हैं। जो भी हमारे यहाँ मंदिर है, किसी भी उससे रिलीजन से, उसमें गुरु ग्रंथ साहब ज़रूर रखा हुआ है। गुरु नानक ने जो भी मैसेज दिया है वो प्यार का दिया है। लो किसी निम्रता रखो, मन माया मन दाया, मनो पंखिए आकाश, तस्कर शब्द निवारिया। मन आकाश में भिटकदड़ पखी वांगुरु माया जे पुठियां पियो दौड़े। हम गुरु गुरुनाथ रे, नानक नाम हमारा रे। ਤੇ ਇੱਕ ਮੁਸਲਮਾਨ ਫਕੀਰ ਹੈਗੇ ਸਿੰਧ ਦੇ, ਇਹ ਤੁਸੀਂ ਡਾਕੂਮੈਂਟਰੀ ਦੇਖੋਗੇ, ਐਪੀਸੋਡ 20 ਦੇ ਅੰਦਰ ਆਏਗਾ ਸਿੰਧ ਤੋਂ। ਤੇ ਇਹ ਉਹਨਾਂ ਗਾਇਆ ਹੋਇਆ ਹੈ, ਹਮ ਗੁਰੂ ਗੁਰੂ ਨਾਨਕ ਨਾਮ ਹਮਾਰਾ ਰੇ। ਤੇ ਇਹ ਮੁਸਲਮਾਨ ਫਕੀਰ ਹੈਗੇ ਉੱਥੇ, ਤੇ ਉਹਨਾਂ ਨੇ ਗਾਇਆ ਹੈ। ਅਸਮਾ ਜੀ ਨੇ ਆਪਣੀ ਐਪੀਸੋਡ 2 ਵਿੱਚ ਵੀ ਦੱਸਿਆ ਸੀਗਾ ਕਿ ਇੱਕ ਉੱਥੇ ਸਿੰਧ ਦੇ ਅੰਦਰ ਹੈਗੇ, ਉਹਨਾਂ ਦਾ ਨਾਂ ਹੀ ਨਾਨਕ ਦੇ ਨਾਂ ਤੇ ਸੀਗਾ, ਰੱਖਾ ਗਿਆ ਸੀਗਾ। ਮੁਸਲਮਾਨ ਫਕੀਰ ਸੀਗੇ, ਪੋਇਟ ਸੀਗੇ। ਉਹ ਐਪੀਸੋਡ 2 ਵਿੱਚ ਤੁਸੀਂ ਦੇਖਣਾ। ਤੇ ਮੈਂ ਅਕਸਰ ਸੋਚਣਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਲੈਗੇਸੀ ਸਿੰਧ ਔਰ ਬਲੋਚਿਸਤਾਨ ਦੇ ਇੰਪੈਕਟ ਪੂਰੀ ਹੋਈ ਹੈ। ਮੈਂ ਤੁਹਾਨੂੰ ਦਿਖਾਤਾ ਕਿਸ ਤਰ੍ਹਾਂ ਸੈਂਡਵਿਚ ਇਫੈਕਟ ਆਇਆ ਹੈ। ਤੇ ਸਿੰਧ ਔਰ ਬਲੋਚਿਸਤਾਨ ਦਾ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਬੜਾ ਇੱਕ ਸਿੰਕ੍ਰੈਟਿਕ ਕਲਚਰ ਸੀਗਾ। ਇੱਥੇ ਸਭ ਕੁਝ ਚੀਜ਼ਾਂ ਮਿਲ ਜਾਂਦੀਆਂ ਸਨ ਇੱਥੇ। ਤੇ ਤੁਸੀਂ ਸੱਜੇ ਪਾਸੇ ਕਿਤਾਬ ਦੇਖੋਗੇ, ਅਗਰ ਕਿਸੇ ਨੂੰ ਮੌਕਾ ਮਿਲਿਆ ਕਿਤਾਬ ਪੜ੍ਹਨਾ ਤੁਸੀਂ, ਦਾ ਨਾਂ ਹੈਗਾ ਇੱਕ ਸਟੀਵਨ ਡਬਲਯੂ ਰੈਮਲੀ ਨੇ ਕਿਤਾਬ ਲਿਖੀ ਸੀਗੀ। ਉਹਨੇ ਇੰਡੀਆ ਵਿੱਚ ਆ ਕੇ ਜਿਹੜੀ ਪਾਕਿਸਤਾਨ ਤੋਂ ਸਿੰਧੀ ਕਮਿਊਨਿਟੀ ਆਈ ਸੀਗੀ,
ਉਹਨਾਂ ਨੂੰ ਸਟੱਡੀ ਕੀਤਾ ਉਸਨੇ ਤੇ ਇਹ ਪੋਸਟ 1980s ਪੰਜਾਬ ਪ੍ਰੋਬਲਮ ਤੋਂ ਬਾਅਦ ਇਹ ਉਸਨੇ ਸਟੱਡੀ ਕੀਤੀ ਸੀਗੀ ਤੇ ਉਸ ਟਾਈਮ ਤੱਕ ਕਾਫੀ ਦਰਾਰਾਂ ਪੈਣੀ ਸ਼ੁਰੂ ਹੋ ਗਈਆਂ ਸੀਗੀਆਂ ਜਿਹੜੇ ਦਰਬਾਰ ਸੀਗੇ ਜਿਹੜੇ ਗੁਰਦੁਆਰੇ ਸੀਗੇ ਨਿਜ ਥਾਂ ਜਿਹੜਾ ਆਪਣਾ ਜਿਹੜਾ ਹੁਣ ਅੱਜ ਕੱਲ ਕਰੋਲ ਬਾਗ ਦੇ ਨੇੜੇ ਦਿੱਲੀ 'ਚ ਨਿਜ ਥਾਂ ਸਿੰਧੀਆਂ ਦਾ ਜਿਹੜਾ ਦਰਬਾਰ ਹੈ ਪਹਿਲੇ ਉਹ ਗੁਰਦੁਆਰੇ ਨਾਂ ਤੋਂ ਰੱਖਿਆ ਸੀਗਾ 1984 ਦੇ ਜਿਹੜੇ 80 ਦੇ ਜਿਹੜੇ ਪੰਜਾਬ ਪ੍ਰੋਬਲਮਸ ਹੋਈਆਂ ਨੇ ਉਸ ਤੋਂ ਬਾਅਦ ਉਸਦਾ ਨਾਂ ਬਦਲ ਕੇ ਅੱਜ ਕੱਲ ਨਿਜ ਥਾਂ ਕਰਦਾ ਗਿਆ ਗੁਰਦੁਆਰਾ ਨਾਂ ਨਹੀਂ ਬੋਲਿਆ ਜਾਂਦਾ ਨਿਜ ਥਾਂ ਹੋ ਗਿਆ ਤੇ ਇਹ ਕਿਉਂ ਹੋਇਆ ਇਹ ਕੀ ਹੋਇਆ ਇਸ ਨੂੰ ਸਮਝਣ ਦੀ ਉਹਨੇ ਕੋਸ਼ਿਸ਼ ਕੀਤੀ ਲੇਕਿਨ ਉਸਦਾ ਟਾਈਟਲ ਬੜਾ ਚੰਗਾ ਲਿਖਿਆ ਉਸਨੇ ਬੜਾ ਅਪੀਲਿੰਗ ਟਾਈਟਲ ਹੈ ਉਸਨੇ ਉਹ ਇੱਕ ਕੁਐਸਚਨ ਪੁੱਛ ਰਿਹਾ ਕੁਐਸਚਨ ਮਾਰਕ ਲਾਇਆ ਨਹੀਂ ਹੈ ਤੁਸੀਂ ਲੇਕਿਨ ਮੈਂ ਕਹਿ ਰਿਹਾ ਇੱਕ ਜਿਹੜਾ ਟਾਈਟਲ ਉਸਨੇ ਲਿਖਿਆ ਮੈਨੂੰ ਇਸ ਦਾ ਇੱਕ ਕੁਐਸਚਨ ਮਾਰਕ ਨਜ਼ਰ ਆਇਆ ਇਸ ਦੇ ਵਿੱਚੋਂ ਉਹ ਕਹਿੰਦਾ ਇਹ ਕੌਣ ਹੈਗੇ ਇਹ ਲੋਕ ਹਿੰਦੂ ਸੂਫੀ ਔਰ ਸਿੱਖ ਕੁਐਸਚਨ ਮਾਰਕ ਨਹੀਂ ਲਾਇਆ ਉਸਨੇ ਮੈਂ ਅਗਰ ਇਸ ਨੂੰ ਲਿਖਦਾ ਨਾ ਕਿਤਾਬ ਨੂੰ ਮੈਂ ਅੱਗੇ ਕੁਐਸਚਨ ਮਾਰਕ ਲੱਗਦਾ ਕਿ ਕੋਸ਼ਿਸ਼ ਕਰ ਰਿਹਾ ਸਮਝਣ ਦਾ ਕਿ ਇਹ ਲੋਕ ਇਹ ਬੰਦੇ ਹੈ ਕੌਣ ਹਿੰਦੂ ਵੀ ਪ੍ਰਥਾ ਇਹਨਾਂ ਦੀ ਸਿੱਖਾਂ ਦੀ ਵੀ ਹੈ ਸੂਫੀਆਂ ਦੀ ਵੀ ਹੈ ਇਹਨਾਂ ਦੀ ਹੈ ਕੌਣ ਇਹਨਾਂ ਵਾਸਤੇ ਰਾਮ ਅੱਲਾ ਵਾਹਿਗੁਰੂ ਸਭ ਕੁਝ ਇੱਕੋ ਹੀ ਹੈਗਾ ਇਹਨਾਂ ਵਾਸਤੇ ਇਹ ਇਹਨਾਂ ਦਾ ਕਲਚਰ ਹੈ ਹੁਣ ਇਸ ਨੂੰ ਰਾਈਟ ਰੋਂਗ ਮੈਂ ਨਹੀਂ ਕਹਾਂਗਾ ਇਹ ਉਹਨਾਂ ਦਾ ਕਲਚਰ ਹੈ ਮੈਨੂੰ ਰਿਸਪੈਕਟ ਕਰਨਾ ਇਸ ਨੂੰ ਤੇ ਲੈਫਟ ਵਾਲੇ ਪਾਸੇ ਹੈਗਾ ਦ ਮੇਕਿੰਗ ਆਫ ਐਗਜ਼ਾਈਲ ਇੱਕ ਕਿਤਾਬ ਹੈ ਕਿਸੇ ਨੂੰ ਸਿੰਧੀ ਐਗਜ਼ੋਡਸ ਦੇ ਬਾਰੇ ਚ ਪੜ੍ਹਨਾ ਹੈ ਤੇ ਮੈਨੂੰ ਪਾਰਟੀਸ਼ਨ ਨੂੰ ਤੁਸੀਂ ਅਗਰ ਪੜ੍ਹਨਾ ਸ਼ੁਰੂ ਕਰੋ ਤੁਹਾਨੂੰ ਫਿਰ ਲੱਗਦਾ ਹੈ ਕਿ ਪੰਜਾਬ ਦੇ ਉੱਤੇ ਇਤਨਾ ਲਿਖਿਆ ਗਿਆ ਸਿੰਧ ਦੇ ਉੱਤੇ ਤੁਹਾਨੂੰ ਲਿਟਰੇਚਰ ਨਹੀਂ ਮਿਲਦਾ ਇੱਕ ਕਿਤਾਬ ਲਿਖੀ ਗਈ ਇੱਕ ਦੋ ਇਹੋ ਜਿਹੀ ਕਿਤਾਬਾਂ ਅੱਜ ਕੱਲ੍ਹ ਲਿਖੀਆਂ ਜਾ ਰਹੀਆਂ ਨੇ ਤੇ ਸਿੰਧੀਆਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਪੰਜਾਬ ਦੇ ਅੰਦਰ ਤੇ ਚਲੋ ਸਾਡੇ ਕੋਲ ਈਸਟ ਪੰਜਾਬ ਬਚ ਗਿਆ ਨਾ ਤੇ ਈਸਟ ਪੰਜਾਬ ਬਚਣ ਦੇ ਕਰਕੇ ਕੀ ਹੋਇਆ ਅਸੀਂ ਆਪਣਾ ਨੈਰੇਟਿਵ ਨਨਕਾਣਾ ਸਾਹਿਬ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਚੇਂਜ ਕਰ ਦਿੱਤਾ ਸਾਰਾ ਨੈਰੇਟਿਵ ਗੁਰੂ ਨਾਨਕ ਸਾਹਿਬ ਦੀ ਜਨਮ ਸਥਾਨ ਤੋਂ ਚੇਂਜ ਹੋ ਕੇ ਦਰਬਾਰ ਸਾਹਿਬ ਵਿੱਚ 70 ਸਾਲ ਦੇ ਅੰਦਰ ਆ ਗਿਆ ਲੇਕਿਨ ਜ਼ਮੀਨ ਸੀ ਸਾਡੇ ਕੋਲ ਤੇ ਇਸ ਕਰਕੇ ਸਾਡਾ ਨੈਰੇਟਿਵ ਐਂਕਰ ਹੋ ਸਕਿਆ ਤੇ ਇਸ ਕਰਕੇ ਕਲਚਰ ਪ੍ਰਥਾ ਜੋ ਵੀ ਕੁਝ ਪੋਲਿਟਿਕਸ ਅਲੱਗ ਰੱਖੋ ਉਹ ਚੀਜ਼ਾਂ ਸਾਡੀ ਆਪਣੀ ਬਚ ਗਈਆਂ ਲੈਂਗੁਏਜ ਥੋੜੀ ਬਚ ਗਈ ਸਿੰਧੀਆਂ ਦੇ ਵਿਚਾਰੇ ਦੇ ਸਭ ਕੁਝ ਚਲਾ ਗਿਆ ਕੁਝ ਡਿਵਾਈਡ ਹੀ ਨਹੀਂ ਹੋਇਆ ਨਾ ਜੋ ਸਿੰਧੀ ਕਮਿਊਨਿਟੀ ਉਥੋਂ ਮੂਵ ਹੋਈ ਉਹ ਚਾਹੇ ਹਾਂਗਕਾਂਗ ਪਹੁੰਚ ਗਈ ਜਾਂ ਸਿੰਗਾਪੁਰ ਆ ਗਈ ਜਾਂ ਜਿੱਥੇ ਵੀ ਅਮਰੀਕਾ ਚਲੇ ਗਈ ਅਗਲੀ ਜਨਰੇਸ਼ਨ ਨੂੰ ਲੈਂਗੁਏਜ ਦੇ ਨਾਲ ਕੋਈ ਅਟੈਚਮੈਂਟ ਨਹੀਂ ਆਪਣੇ ਕਲਚਰ ਦੇ ਨਾਲ ਕੁਝ ਅਟੈਚਮੈਂਟ ਨਹੀਂ ਅਗਲੀ ਜਨਰੇਸ਼ਨ ਸਿੰਧੀ ਕਮਿਊਨਿਟੀ ਦੀ ਮੈਂ ਇਤਨਾ ਵਿਚਰਿਆ ਇਹਨਾਂ ਦੇ ਅੰਦਰ ਬਾਹਰ ਦੇ ਇਲਾਕਿਆਂ ਵਿੱਚ ਇਹਨਾਂ ਦਾ ਸਿਰਫ ਗੁਰੂ ਨਾਨਕ ਦੇ ਨਾਲ ਅਗਲੀ ਜਨਰੇਸ਼ਨ ਗੁਰੂ ਨਾਨਕ ਦੇ ਨਾਲ ਵੀ ਜਿਹੜਾ ਅਟੈਚਮੈਂਟ ਹੈ ਖਤਮ ਹੋ ਗਿਆ ਮੈਂ ਅਕਸਰ ਸਮਝਣਾ ਕਿ ਕਿਉਂ ਖਤਮ ਹੋ ਗਿਆ ਇਸ ਦੇ ਬੜੇ ਰੀਜ਼ਨਸ ਨੇ ਲੇਕਿਨ ਉਸ ਵਿੱਚ ਮੈਂ ਜਾਵਾਂਗਾ ਨਹੀਂ ਲੇਕਿਨ ਖਤਮ ਹੋ ਗਿਆ ਹੈ ਬਸ ਲਾਸਟ ਸਟ੍ਰੈਂਡ ਰਹਿ ਗਏ ਜਿਹੜੇ ਹੁਣ ਬਜ਼ੁਰਗ ਰਹਿ ਗਏ ਨੇ ਬਸ ਉਹੀ ਗੁਰੂ ਨਾਨਕ ਨਾਲ ਅਟੈਚ ਨੇ ਸਿੰਧੀਆਂ ਦੀ ਅਗਲੀ ਜਨਰੇਸ਼ਨ ਗੁਰੂ ਨਾਨਕ ਨਾਲ ਅਟੈਚ ਨਹੀਂ ਹੈ ਹੋਣਗੇ ਲੇਕਿਨ ਉਹ ਸਿਰਫ ਲਿਪ ਸਰਵਿਸ ਅਗਰ ਥੋੜੇ ਬਹੁਤ ਨੇ ਕਿਉਂਕਿ ਉਹਨਾਂ ਦਾ ਕੋਈ ਬਜ਼ੁਰਗ ਜਾਂਦੇ ਸਨ ਗੁਰਦੁਆਰੇ ਉਹ ਬਚਪਨ ਜਾਂਦੇ ਸਨ ਲੇਕਿਨ ਉਸ ਤੋਂ ਇਲਾਵਾ ਉਹਨਾਂ ਨੂੰ ਗੁਰੂ ਨਾਨਕ ਦੇ ਨਾਲ ਕੁਝ ਹੋਰ ਅਟੈਚਮੈਂਟ ਨਹੀਂ ਰਹਿ ਗਈ ਹੈ ਇਹ ਜਨਰੇਸ਼ਨ ਖਤਮ ਹੋ ਗਈ ਬਲੋਚੀ ਜਿਹੜੇ ਨੇ ਬਲੋਚਿਸਤਾਨ ਸਿੰਧ ਤੋਂ ਉਹ ਤੇ ਹੋਰ ਵੈਸਟ ਵਾਲੇ ਨੇ ਈਰਾਨ ਦੇ ਵਾਲੇ ਪਾਸੇ ਬਲੋਚੀਆਂ ਦਾ ਤਾਂ ਪਤਾ ਹੀ ਨਹੀਂ ਚੱਲਦਾ ਸਾਨੂੰ ਜਿਹੜੇ ਬਲੋਚੀ ਹਿੰਦੂ ਜਿਹੜੇ ਬੰਬੇ ਵਗੈਰਾ ਵਿੱਚ ਆਏ ਨੇ ਸਭ ਗੁਰੂ ਨਾਨਕ ਨਾਮ ਲਿਆ ਮੈਂ ਆਪਣੀ ਕਿਤਾਬ ਦੇ ਅੰਦਰ ਦਿਖਾਇਆ ਵੀ ਹੈ ਕੁਐਟਾ ਦੇ ਚੈਪਟਰ ਦੇ ਅੰਦਰ ਕਿਤਨੇ ਸਾਰੇ ਜਿਹੜੇ ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਬਟ ਇੰਡੀਆ ਦੇ ਕੰਟੈਕਸਟ ਦੇ ਅੰਦਰ ਇਹੀ ਵਰਡ ਯੂਜ਼ ਹੁੰਦੇ ਨੇ ਤੇ ਸੌਰੀ ਮੈਂ ਮਾਫੀ ਮੰਗਣਾ ਲੇਕਿਨ ਜਿਹੜੇ ਅਸੀਂ ਕਹਿੰਦੇ ਆ ਲੋ ਕਾਸਟ ਸੌਰੀ ਇਹ ਵਰਡ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ ਲੇਕਿਨ ਜਿਤਨੇ ਵੀ ਉੱਥੇ ਜਿਹੜੇ ਹਿੰਦੂ ਬਰਾਦਰੀ ਦੇ ਲੋਕ ਨੇ ਨਾ ਜਿਨ੍ਹਾਂ ਨੂੰ ਅਸੀਂ ਇੰਡੀਆ ਕੰਟੈਕਸਟ ਵਿੱਚ ਤਾਂ ਕਹਿ ਦਾਂਗੇ ਸਾਰਿਆਂ ਦੇ ਘਰ ਗੁਰੂ ਗ੍ਰੰਥ ਸਾਹਿਬ ਉੱਥੇ ਸਾਰਿਆਂ ਦੀ ਲੋਕੈਲਿਟੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮੈਂ ਖੁਦ ਦੇਖਿਆ ਹੋਇਆ ਮੈਂ ਦਿਖਾਇਆ ਵੀ ਹੈ ਉਸ ਕਿਤਾਬ ਦੇ ਅੰਦਰ ਸੈਕੰਡ ਬੁੱਕ ਦੇ ਅੰਦਰ ਉਹਨਾਂ ਦੇ ਜਿਹੜੇ ਮਾਈਗ੍ਰੇਸ਼ਨ ਹੋਈ ਸੀ 1947 ਦੇ ਬਲੋਚੀਆਂ ਦਾ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਦੇ ਇੰਡੀਆ ਦੇ ਅੰਦਰ ਕਿ ਤੁਸੀਂ ਉਹ ਕਿੱਥੇ ਨੇ ਸਿੰਧੀਆਂ ਦਾ ਫਿਰ ਵੀ ਪਤਾ ਚੱਲ ਜਾਂਦਾ ਹੈ ਉਹ ਇਤਨਾ ਵੈਸਟ ਵੱਲ ਸੀਗੇ ਉਹ ਇੱਕਦਮ ਅਸਿਮਿਲੇਟ ਹੋ ਗਏ ਇੱਕਦਮ ਮਿਲ ਗਏ ਨੇ ਇੰਡੀਆ ਦੇ ਅੰਦਰ ਕੁਝ ਪਤਾ ਹੀ ਨਹੀਂ ਚੱਲਦਾ ਉਹਨਾਂ ਦੇ ਬਾਰੇ ਚ ਤੇ ਇਹ ਇੱਕ ਸਭ ਤੋਂ ਵੱਡੀ ਲੈਗੇਸੀ ਦੀ ਇੰਪੈਕਟ ਪਈ ਹੈ ਫਿਰ ਲਾਹੌਰ ਦਰਬਾਰ ਪੰਜਾਬ ਆ ਜਾਈਏ ਗੁਰੂ ਨਾਨਕ ਦੀ ਲੈਗੇਸੀ ਤੋਂ ਬਾਅਦ ਚਲਦੇ ਲਾਹੌਰ ਦਰਬਾਰ ਬਣਿਆ ਹੁਣ ਅਸੀਂ ਅਗਰ ਲੈਫਟ ਵਾਲੇ ਪਾਸੇ ਦੇਖੀਏ ਬ੍ਰਿਟਿਸ਼ ਇੰਡੀਆ ਡਿਵਾਈਡਡ ਇਨਟੂ ਗ੍ਰੀਨ ਇਨਟੂ ਪਾਕਿਸਤਾਨ ਔਨ ਦ ਲੈਫਟ ਹੈਂਡ ਸਾਈਡ ਬੰਗਲਾਦੇਸ਼ ਵਿਚਕਾਰ ਜੋ ਅੱਜ ਦਾ ਇੰਡੀਆ ਹੈ ਉਸ ਦੇ ਉੱਪਰ ਤੁਸੀਂ ਰਾਈਟ ਸਾਈਡ ਤੇ ਅਗਰ ਯੈਲੋ ਵਿੱਚ ਤੁਸੀਂ ਪਲੇਸ ਕਰ ਦੋ ਜਿਹੜਾ ਰਣਜੀਤ ਸਿੰਘ ਦਾ ਲਾਹੌਰ ਦਰਬਾਰ ਸੀਗਾ ਜਿਸ ਨੂੰ ਅਕਸਰ ਲੋਕ ਲਿਖਦੇ ਨੇ ਸਿੱਖ ਕਿੰਗਡਮ ਬਟ ਇੱਕ ਬੜਾ ਸੈਕੂਲਰ ਕਿੰਗਡਮ ਸੀਗਾ ਲਾਹੌਰ ਦਰਬਾਰ ਹਿੰਦੂ ਮੁਸਲਿਮ ਸਿੱਖ ਇਕੱਠੇ ਹੀ ਸੀਗੇ ਸਾਰੇ ਅੰਦਰ ਉਸ ਨੂੰ ਅਸੀਂ ਦੇਖੀਏ ਤੇ ਇਸ ਦਾ 70 ਤੋਂ 75% ਇਲਾਕਾ ਤੇ ਅੱਜ ਪਾਕਿਸਤਾਨ ਦੇ ਅੰਦਰ ਹੈ ਤੇ ਗੁਰੂ ਨਾਨਕ ਦੀ ਲੈਗੇਸੀ ਇਹ ਹੋਈ ਹੈ ਕਿ ਅਸੀਂ ਅਗਰ ਲੈਫਟ ਨੂੰ ਦੇਖੀਏ ਇਹ ਨਨਕਾਣਾ ਸਾਹਿਬ ਦੀ ਪਿਕਚਰ ਹੈ ਜੋ ਮੈਂ ਖਿੱਚੀ ਸੀਗੀ ਦਰਬਾਰ ਸਾਹਿਬ ਦੀ ਅੰਦਰ ਦੀ ਔਰ ਅਸੀਂ ਰਾਈਟ ਤੇ ਦੇਖੀਏ ਇਹ ਵੀ ਮੈਂ ਖਿੱਚੀ ਸੀਗੀ ਦਰਬਾਰ ਸਾਹਿਬ ਦੀ ਅੰਮ੍ਰਿਤਸਰ ਦੇ ਅੰਦਰ ਪੂਰਾ ਨੈਰੇਟਿਵ ਇਸ ਪਾਰਟੀਸ਼ਨ ਦੇ ਕਰਕੇ ਕੀ ਹੋਇਆ ਹੈ ਕਿ ਇਹ ਪਾਰਟੀਸ਼ਨ ਦੇ ਕਰਕੇ ਸਾਡਾ ਨੈਰੇਟਿਵ ਇਤਨੇ ਸਾਲਾਂ ਤੱਕ ਜਿਹੜਾ ਸਾਡਾ ਇੱਕ
ਥੜਾ ਸੀਗਾ ਜਿਹੜਾ ਇੱਕ ਗੜ ਸੀਗਾ, ਇੱਕ ਮਰਕਜ਼ ਸੀਗਾ ਜਿਹੜਾ ਸਾਡਾ ਨਨਕਾਣਾ ਸਾਹਿਬ, ਉਹਦਾ ਨੈਰੇਟਿਵ ਚੇਂਜ ਹੋ ਕੇ ਪੂਰਾ ਦਰਬਾਰ ਸਾਹਿਬ ਤੇ ਆ ਗਿਆ। ਸਾਡੀ ਹੁਣ ਸਾਰੀ ਰਿਲੀਜੀਅਸ, ਪੋਲੀਟੀਕਲ, ਸੋਸ਼ੀਓ ਪੋਲੀਟੀਕਲ, ਐਵਰੀਥਿੰਗ ਇਜ਼ ਐਂਕਰਡ ਇਨ ਦਰਬਾਰ ਸਾਹਿਬ ਇਨ ਅੰਮ੍ਰਿਤਸਰ। ਇਹ ਇੱਕ ਚੇਂਜ ਇਜ਼ ਥੈਂਕਸ ਟੂ ਪਾਰਟੀਸ਼ਨ, ਜਿਹਦੇ ਨਾਲ ਲੈਗੇਸੀ ਦੇ ਉੱਤੇ ਬੜਾ ਇੰਪੈਕਟ ਹੋਇਆ ਹੈ। ਬਿਕੋਜ਼ ਹੁਣ ਅਸੀਂ ਕੰਟਰੋਲ ਆਫ ਪੋਲੀਟੀਕਲ, ਸੋਸ਼ਲ ਐਸਪੈਕਟਸ ਆਫ ਈਸਟ ਪੰਜਾਬ ਦੇ ਨਾਲ ਸਾਰਾ ਸਿੱਖੀਜ਼ਮ ਨੂੰ ਡਿਫਾਈਨ ਕਰ ਰਹੇ ਹਾਂ। ਪਰ ਪਹਿਲਾਂ ਜਦੋਂ ਉਹ ਰਾਵਲਪਿੰਡੀ ਦਾ ਬੈਲਟ ਸੀਗਾ, ਬੜੇ ਪੜ੍ਹੇ ਲਿਖੇ ਪੈਦਾ ਹੋਏ ਸਨ ਉੱਥੇ, ਉਹ ਐਂਕਰੇਜ ਨਨਕਾਣਾ ਸਾਹਿਬ ਦੇ ਨਾਲ ਸੀਗੀ। ਉਹ ਛਿਤਰਾ ਬੇ ਗਏ, ਬਿਤਰਾ ਗਏ ਸਾਰੀ ਜਗ੍ਹਾ, ਉਹ ਚੀਜ਼ ਖਤਮ ਹੋ ਗਈ ਸਾਰੀ। ਤੇ ਇਸੇ ਦੇ ਨਾਲ ਜਿਹੜੀ ਮੈਂ ਚਾਹਨਾ ਕਿ ਜੋ ਨਾਨਕ ਪੰਥੀ, ਨਾਨਕ ਦੀ ਲੈਗੇਸੀ ਦੀ ਗੱਲ ਕਰ ਰਹੇ ਹਾਂ, ਮੈਂ ਉਸ ਪਾਸੇ ਦੀ ਵੀ ਗੱਲ ਕਰਾਂ ਕਿ ਜਿੱਥੇ ਅਸੀਂ ਇਹਨਾਂ ਨੂੰ ਵਿਸਾਰ ਦਿੱਤਾ, ਜਿਹੜੇ ਮੁਸਲਿਮ, ਜਿਹੜੇ ਰਬਾਬੀਏ ਸੀਗੇ, ਅਸੀਂ ਇਹਨਾਂ ਨੂੰ ਕੱਢ ਦਿੱਤਾ ਗੋਇੰਦਵਾਲ ਸਾਹਿਬ ਤੋਂ, ਦਰਬਾਰ ਆਪਣੇ ਦਿੱਲੀ ਤੋਂ ਕੱਢ ਦਿੱਤਾ। ਉਹਨਾਂ ਦਾ ਅਸੀਂ ਐਪੀਸੋਡ 2 ਦੇ ਅੰਦਰ ਦਿਖਾਇਆ ਸੀਗਾ, ਮੈਂ ਫਿਰ ਇੱਥੇ ਦਿਖਾਣਾ। ਤੇ ਮੁਖਤਲਿਫ ਗੁਰਦੁਆਰਿਆਂ 'ਚ ਰੁਬਾਬੀ ਖਾਨਦਾਨ ਜਿਹੜਾ ਸੀ ਹਜ਼ੂਰੀ ਰਾਗੀ ਦੇ ਤੌਰ ਤੇ ਆਪਣੀਆਂ ਡਿਊਟੀਆਂ ਸਰ ਅੰਜਾਮ ਦਿੰਦਾ ਸੀ। ਗੋਂਦਵਾਲ ਸਾਹਿਬ ਭਾਈ ਲਾਲ ਜੀ ਦਾ ਜਨਮ ਹੋਇਆ ਤੇ ਸਭ ਤੋਂ ਵੱਡੇ ਤਾਇਆ ਜੀ ਹਜ਼ੂਰੀ ਰਾਗੀ ਸੇ ਸੀਸਗੰਜ ਗੁਰਦੁਆਰਾ, ਔਰ ਸਾਡੇ ਦਾਦਾ ਜੀ ਔਰ ਸਾਡੇ ਨਾਨਾ ਜੀ ਭਾਈ ਚਿਰਾਗਦੀਨ, ਇਹ ਹਜ਼ੂਰੀ ਰਾਗੀ ਸਨ ਆਪਣਾ ਗੋਂਦਵਾਲ ਸਾਹਿਬ ਗੁਰਦੁਆਰੇ ਸਾਹਿਬ। ਜਦੋਂ ਪਾਰਟੀਸ਼ਨ ਹੋ ਗਈ ਤੇ ਕੀਰਤਨ ਦਾ ਜਿਹੜਾ ਸਿਲਸਿਲਾ ਸੀ ਉਹ ਬਿਲਕੁਲ ਖਤਮ ਹੋ ਗਿਆ। ਭਾਈ ਲਾਲ ਜੀ ਦੀ ਇੱਕ ਵਾਦ ਸ਼ਖਸੀਅਤ ਸੀ, ਆਸ਼ਿਕ ਅਲੀ ਭਾਈ ਲਾਲ ਜੀ ਮੇਰੇ ਵਾਲਿਦ ਸਾਹਿਬ, ਕਿ ਜਿਹੜੇ ਕਿ ਆਣ ਕੇ ਉਹਨਾਂ ਨੇ ਥੋੜੀ ਦੁਸ਼ਵਾਰੀਆਂ ਤੇ ਪੈਦਾ ਹੋਈਆਂ, ਲੇਕਿਨ ਆਣ ਕੇ ਉਹਨਾਂ ਨੇ ਕਵਾਲੀ ਸ਼ੁਰੂ ਕਰਤੀ। 19ਵੀਂ ਪੀੜ੍ਹੀ ਆ ਗਈ ਹੈ, ਮਿਹਨਤ ਮਜ਼ਦੂਰੀ ਕਰਦੇ ਸਾਰੇ, ਤੇ ਜਦੋਂ ਆਪਣਾ 4 ਮੇਲੇ ਲੱਗਦੇ ਨੇ ਤੇ ਜਦੋਂ ਸੰਗਤਾਂ ਆਉਂਦੀਆਂ ਨੇ ਅਸੀਂ ਕੀਰਤਨ ਕਰਨੇ, ਲੇਕਿਨ ਛੱਡਿਆ ਨਹੀਂ। ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਛੱਡੀਏ ਨਾ, ਔਰ ਗੁਰੂ ਨਾਨਕ ਇਹਨੂੰ ਅੱਗੇ ਤੱਕ ਪਹੁੰਚਾਏ। This visit has deeply saddened me with the present conditions of the descendants of the Rababi tradition. Their forefathers were soulful preservers of Guru Nanak and Bhai Mardana's legacy. ਤੇ ਇਹਨਾਂ ਨੂੰ ਮੈਂ ਪੁੱਛਿਆ ਕਦੀ ਇੰਡੀਆ ਵੱਲ ਪਾਸੇ ਜਾਣ ਦਾ ਮੌਕਾ ਮਿਲਿਆ ਹੈ? ਦੇ ਫਾਦਰ ਨੂੰ ਵੀ ਮਿਲਿਆ ਸੀਗਾ, ਇਹਨਾਂ ਨੂੰ ਵੀ ਮਿਲਿਆ ਹੈ। ਕਹਿੰਦੇ ਸਾਡੇ ਫਾਦਰ ਸਾਹਿਬ ਜਦੋਂ ਵਾਲਿਦ ਸਾਹਿਬ ਗਏ ਸੀਗੇ ਦਰਬਾਰ ਸਾਹਿਬ ਦੇ ਅੰਦਰ, ਉਹਨਾਂ ਨੂੰ ਕੀਰਤਨ ਕਰਨ ਦੀ ਮਨਾਹੀ ਕਰਤੀ ਗਈ ਸੀਗੀ, ਉਹ ਨਹੀਂ ਕਰ ਸਕਦੇ ਸੀਗੇ ਕੀਰਤਨ, ਤੇ ਉਹਨਾਂ ਦੀ ਬੜੀ ਚਾਹ ਸੀ, ਖੁਆਇਸ਼ ਸੀਗੀ ਕਿ ਕਰੀਏ ਉੱਥੇ ਕੀਰਤਨ। ਫਿਰ ਕਹਿੰਦੇ ਉਹ ਬਾਹਰ ਅਕਾਲ ਤਖਤ ਤੇ ਉੱਥੇ ਬਾਹਰ ਬੈਠ ਕੇ ਉਹਨਾਂ ਨੇ ਜੋ ਸ਼ਬਦ ਪੜ੍ਹਨਾ ਸੀਗਾ ਆਪਣਾ ਹੀ ਪੜ੍ਹ ਕੇ ਆ ਗਏ। ਤੇ ਸੋਚਣ ਵਾਲੀ ਗੱਲ ਹੈ, ਰਾਈਟ ਔਰ ਰੋਂਗ, ਰੂਲਸ ਰੈਗੂਲੇਸ਼ਨ ਮੈਨੂੰ ਨਹੀਂ ਪਤਾ ਕੁਝ। ਤੁਸੀਂ ਕਹਿ ਦਿਓ ਕਿ ਫਲਾਣਾ ਇਹ ਕਰਦੇ ਨੇ, ਫਲਾਣਾ ਉਹ ਕਰਦੇ, ਮੈਂ ਉਸ ਵੱਲ ਜਾ ਹੀ ਨਹੀਂ ਰਿਹਾ, ਮੇਰਾ ਉਸ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ, ਲੇਕਿਨ ਮੈਨੂੰ ਉਸ ਦਾ ਦੁੱਖ ਹੁੰਦਾ ਹੈ। ਤੇ ਹੁਣ ਇਸ ਨੂੰ ਅਸੀਂ ਥੋੜਾ ਜਿਹਾ ਐਂਡ ਵਿੱਚ ਲਿਆ ਰਹੇ ਹਾਂ ਪੰਜਾਬ ਦੇ ਪਰਸਪੈਕਟਿਵ ਨਾਲ। ਹੁਣ ਅਸੀਂ ਗੁਰੂ ਨਾਨਕ ਸਾਹਿਬ ਤੋਂ ਥੋੜਾ ਹਟ ਕੇ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਦੇ ਨਾਲ ਹੀ ਇੱਕ ਇੰਪਾਇਰ ਬਣਿਆ ਸੀਗਾ ਬਾਅਦ ਵਿੱਚ, ਉਹ ਸਾਡੀ ਤਾਰੀਖ ਹੈ। ਤੇ ਮੈਂ ਉਸ ਚੀਜ਼ ਨੂੰ ਇੱਕ ਥੋੜਾ ਜਿਹਾ ਇੱਕ ਵੀਡੀਓ ਦੇ ਹਿਸਾਬ ਨਾਲ ਇੱਕ ਆਪਣਾ ਇਮੋਸ਼ਨ ਦਿਖਾਣਾ, ਜੋ ਮੈਂ ਆਪਣੀ 2 ਡਾਕੂਮੈਂਟਰੀਜ਼ ਦੇ ਅੰਦਰ ਸਿੱਖ ਲੈਗੇਸੀ ਇਨ ਪਾਕਿਸਤਾਨ ਦੇ ਅੰਦਰ ਦਿਖਾਇਆ ਸੀਗਾ। ਇਹਨੂੰ ਦਿਖਾ ਕੇ ਫਿਰ ਵਾਪਸ 1-2 ਸਲਾਈਡ ਦਿਖਾ ਕੇ ਬੰਦ ਕਰਦੇ ਹਾਂ ਇਸ ਨੂੰ। Close to the India-Pakistan border, the remains of the historic Chadi Sahib Gurdwara faintly whispered to me. It faintly whispered to me. In 1762,
Ahmad Shah Abdali wiped out the Sikhs from the plains of the Punjab. Yet, they did not abandon these native lands of the five rivers. So why in the year 1947 they thoughtlessly abandoned these lands? Did they not have a responsibility towards us? The monuments which nourished their spiritual needs for hundreds of years? I touched its frail structure and sighed. It is this quest that has brought me to you. I may not be able to comprehend their reasons, but as you perish, let your soul find peace that finally a descendant of your architects was able to touch you in your final days. It heaved a sigh of relief and resonated. I can now perish in peace. ਸੋ ਬਸ ਲਾਸਟ ਵਿੱਚ ਮੈਂ ਇਹ ਕਹਾਂਗਾ ਕਿ ਇਹ ਮੈਂ ਕੁਝ ਚੀਜ਼ਾਂ ਬੋਲ ਚੁੱਕਿਆ ਬਟ ਜਿੱਦਾਂ ਛੋਟੀ ਜਿਹੀ ਗੱਲ ਦਿਖਾ ਦਾਂ ਇੱਕ ਇੰਪੈਕਟ ਕੁਝ ਚੀਜ਼ਾਂ ਮੈਂ ਤੁਹਾਨੂੰ ਦਿਖਾ ਰਿਹਾ ਰਿਵਾਈਵ ਕਰਨ ਇੱਕ ਐਜ਼ ਅ ਥਿੰਕਿੰਗ ਜਸਟ ਛੋੜਨ ਵਾਸਤੇ ਸਿੰਧੀ ਕਮਿਊਨਿਟੀ ਦਾ ਮੈਂ ਜਿਸ ਕਿਹਾ ਹੈ ਇੰਡੀਆ ਦੇ ਅੰਦਰ ਗੁਰਦੁਆਰਾਸ ਜਿਹੜੇ ਨੇ ਉਹ ਨਿਜ ਥਾਂ ਜਾਂ ਟਿਕਾਣਾ 'ਚ ਬਣ ਗਏ ਨੇ ਗੁਰਦੁਆਰਾ ਦਾ ਨਾਂ ਹਟ ਗਏ ਨੇ ਸਿੰਧੀ ਕਮਿਊਨਿਟੀਜ਼ ਵਿੱਚੋਂ ਪਾਕਿਸਤਾਨ ਦੇ ਅੰਦਰ ਇੰਟਰਸਟਿੰਗਲੀ ਗੁਰਦੁਆਰੇ ਬਹੁਤ ਬਣ ਰਹੇ ਨੇ ਉੱਥੇ ਔਰ ਜਿਹੜੇ ਦਰਬਾਰ ਤੋਂ ਗੁਰਦੁਆਰੇ 'ਚ ਕਨਵਰਟ ਹੋ ਰਹੇ ਨੇ ਲੇਕਿਨ ਸਾਰੇ ਨੂੰ ਸਿੰਘ ਸਭਾ ਗੁਰਦੁਆਰਾ ਕਿਹਾ ਜਾ ਰਿਹਾ ਹੈ ਇੱਕ ਰਿਵਾਈਵਲ ਹੋ ਰਹੀ ਹੈ ਰਾਈਟ ਸਾਈਡ ਤੇ ਮੁਸਲਿਮ ਕੀਰਤਨੀਆਜ਼ ਜਿਹੜਾ ਇੱਕ ਟਾਈਮ ਤੇ ਇੰਪਲੋਇਡ ਸੀਗੇ ਗੁਰਦੁਆਰਿਆਂ ਦੇ ਅੰਦਰ ਅੱਜ ਕੱਲ੍ਹ ਨਹੀਂ ਨੇ ਇੱਕ ਇੰਟਰਸਟਿੰਗ ਚੀਜ਼ ਹੈ ਹਾਲਾਂਕਿ ਇਹ ਅਸੀਂ ਮੈਂ ਲੈਗੇਸੀ ਦੀ ਗੱਲ ਕਰ ਰਿਹਾ ਮੈਂ ਇਸ ਵਿੱਚ ਰਾਈਟ ਰੌਂਗ ਦੀ ਕੋਈ ਗੱਲ ਨਹੀਂ ਕਰ ਰਿਹਾ ਮੈਨੂੰ ਤਾਰੀਖ ਪਤਾ ਹੈ ਰਾਮ ਰਾਏ ਦਰਬਾਰ ਤੁਸੀਂ ਦੇਹਰਾਦੂਨ ਚਲੇ ਜਾਓ ਜੋ ਅੱਜ ਪੂਰਾ ਗੜਵਾਲੀਆਂ ਦੇ ਹੱਥ ਵਿੱਚ ਹੈ ਲੇਕਿਨ ਰਾਮ ਰਾਏ ਦਰਬਾਰ ਦੇਹਰਾਦੂਨ ਦਾ ਨਾ ਹੀ ਡੇਰਾ ਪਿਆ ਸੀਗਾ ਅਗਰ ਜਿਸਨੂੰ ਰਾਮ ਰਾਏ ਦੀ ਜਿਹੜੀ ਹਿਸਟਰੀ ਕਰ ਪਤਾ ਹੈ ਤੇ ਉਸ ਦੇ ਅੰਦਰ ਤੁਸੀਂ ਅੱਜ ਵੀ ਦੇਖੋਗੇ ਜਿਹੜੀ ਫ੍ਰੈਸਕੋ ਵਰਕਸ ਆਰਟ ਵਰਕਸ ਨੇ ਗੁਰੂ ਨਾਨਕ ਸਾਹਿਬ ਦੀ ਮੈਨੂੰ ਪਤਾ ਚੱਲਿਆ ਉਹਨੇ ਰੀਸੈਂਟਲੀ ਉਹਨਾਂ ਨੇ ਤੋੜ ਕੇ ਸਾਰਾ ਕੁਝ ਹਟਾ ਦਿੱਤਾ ਤੇ ਉਹ ਵੀ ਲਾਸਟ ਲੈਗੇਸੀ ਵੀ ਖਤਮ ਹੋ ਗਈ ਹੈ ਲੇਕਿਨ ਉਹਨਾਂ 'ਚੋਂ ਕਾਫੀ ਆਰਟ ਵਰਕਸ ਮੈਂ ਫਿਲਮ ਕੀਤੇ ਹੋਏ ਨੇ ਤੇ ਇੱਥੇ ਇੱਕ ਆਰਟ ਵਰਕ ਜਿਹੜਾ ਗੁਰੂ ਨਾਨਕ ਸਾਹਿਬ ਗੁਰੂ ਗੋਰਖਨਾਥ ਦੇ ਜਿਹੜੇ ਫਾਲੋਅਰਸ ਦੇ ਨਾਲ ਇੱਕ ਡਿਸਕੋਰਸ ਕਰ ਰਹੇ ਨੇ ਤੇ ਇਹੋ ਜਿਹੀ ਚੀਜ਼ਾਂ ਈਵਨ ਉਹਨਾਂ ਏਰੀਆ ਦੇ ਅੰਦਰ ਜਿੱਥੇ ਸਾਡਾ ਕੋਈ ਕਨੈਕਸ਼ਨ ਹੈ ਨਹੀਂ ਅੱਜ ਕੱਲ੍ਹ ਵਿੱਚ ਲੇਕਿਨ ਇੱਕ ਜ਼ਮਾਨੇ 'ਚ ਬਹੁਤ ਕਨੈਕਸ਼ਨ ਸੀਗਾ ਬੇਸ਼ੱਕ ਰਾਮ ਰਾਏ ਦੀ ਹਿਸਟਰੀ ਆਪਣੇ ਸਿੱਖ ਹਿਸਟਰੀ ਦੇ ਨਾਲ ਐਕਸੈਪਟੇਬਲ ਨਹੀਂ ਹੈ ਉਹ ਅਲੱਗ ਪੱਖ ਹੈਗਾ ਲੇਕਿਨ ਆਰਟ ਕਲਚਰ ਔਰ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ 1980s ਤੱਕ ਹੁੰਦਾ ਸੀਗਾ ਰਾਈਟ ਔਰ ਰਾਈਟ ਸਾਈਡ ਤੇ ਮੈਂ ਇੱਕ ਲਾਸਟ ਚੀਜ਼ ਦਿਖਾਣਾ ਵਾਕ ਸੁਧਾਕਰ 1875 ਦੀ ਪਬਲਿਸ਼ਡ ਹੈਗੀ ਇਲਾਹਾਬਾਦ ਤੋਂ ਇਹ ਉਦਾਸੀਨ ਡੇਰਿਆਂ ਦੇ ਅੰਦਰ ਸਾਨੂੰ ਬੜੀ ਪ੍ਰੋਬਲਮ ਹੋਈ ਹੈ ਉਦਾਸੀਨ ਡੇਰਿਆਂ ਦੇ ਅੰਦਰ ਫਿਲਮ ਕਰਨ ਦਾ ਬਹੁਤ ਸਾਰੇ ਡਾਕੂਮੈਂਟਸ ਪਏ ਨੇ ਗੁਰਮੁਖੀ ਦੇ ਅੰਦਰ ਲਿਖੇ ਹੋਏ ਹੁਕਮਨਾਮੇ ਬੜੀ ਸਾਰੀ ਚੀਜ਼ਾਂ ਪਈਆਂ ਨੇ ਲੇਕਿਨ ਮੈਂ ਤੁਹਾਨੂੰ ਹਿੰਦੀ ਦੇ ਅੰਦਰ ਇੱਕ ਵਾਕ ਸੁਧਾਕਰ ਜਿਹੜਾ ਇਹ ਪਬਲਿਕਲੀ ਅਵੇਲੇਬਲ ਵੀ ਹੈ ਡਾਕੂਮੈਂਟ 1875 ਦੀ ਪਬਲਿਸ਼ਡ ਹੈਗੀ ਇਹਨਾਂ ਨੇ ਕਾਫੀ ਸਾਰੀ ਚੀਜ਼ਾਂ ਇੱਥੇ ਡਿਸਕ੍ਰਾਈਬ ਕੀਤੀਆਂ ਬਟ ਪੇਜ ਨੰਬਰ 237 ਤੋਂ ਸਟਾਰਟ ਹੁੰਦੇ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ 'ਚ ਔਰ ਉਹਨਾਂ ਦੇ ਬਾਰੇ 'ਚ ਕੁਝ 40-50 ਪੇਜਸ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਬਾਰੇ 'ਚ ਪੂਰਾ ਜ਼ਿਕਰ ਆਉਂਦਾ ਇਸ ਦੇ ਅੰਦਰ ਦੈਟ ਮੀਨਸ ਇਟ ਵਾਸ ਅ ਪਾਰਟ ਆਫ देयर ਲੈਗੇਸੀਜ਼ ਅੱਜ ਬੇਸ਼ੱਕ ਉਹਨਾਂ ਨੂੰ ਐਕਸੈਪਟ ਨਾ ਕਰੀਏ ਉਹ ਅਲੱਗ ਚੀਜ਼ ਹੈ ਤੇ ਇੱਕ ਲਾਸਟ ਮੈਂ ਦਿਖਾ ਕੇ ਇੱਥੇ ਬਸ ਖਤਮ ਕਰਨਾ ਬਟ ਮੈਂ ਇਹ ਚੀਜ਼ ਦਿਖਾਣਾ ਚਾਹੁੰਦਾ ਕਿ ਗੰਗਾ ਬੈਲਟ ਦੇ ਅੰਦਰ ਤੁਸੀਂ ਜਾਓ ਇੰਟਰਸਟਿੰਗਲੀ ਤੁਸੀਂ ਉਦਾਸੀਨ ਸ਼ਰਾਈਨਸ ਦੇ ਅੰਦਰ ਜਾਓਗੇ ਇੱਕ ਚੀਜ਼ ਮੈਂ ਨੋਟਿਸ ਕੀਤੀ ਹੈ ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਹਨੂੰ ਹੁਣ ਹਿੰਦੀ ਪੜ੍ਹਨੀ ਆਉਂਦੀ ਹੈ ਉਹ ਅਜੇ ਵੀ ਕਿਤੇ ਨਜ਼ਰ ਆਉਂਦਾ ਹੈ ਇਹਨਾਂ ਉਦਾਸੀਨ ਸ਼ਰਾਈਨਸ ਦੇ ਅੰਦਰ ਲੇਕਿਨ ਨਾਲ ਦੇ ਨਾਲ ਬੜੀ ਥਾਵਾਂ ਦੇ ਅੰਦਰ ਹੁਣ ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਡੈਪਟ ਹੋ ਕੇ ਚੇਂਜ ਹੋ ਕੇ ਇੱਕ ਅਜੇ ਵੀ ਹੈ ਲੇਕਿਨ ਹੁਣ ਓਮ ਜਿਹੜਾ ਗੰਗਾ ਬੈਲਟ ਦਾ ਓਮ ਹੈ ਉਸ ਤਰ੍ਹਾਂ ਲਿਖ ਦਿੱਤਾ ਗਿਆ ਇੱਕ ਓਮ ਸਤਿਗੁਰ ਪ੍ਰਸਾਦ ਇਹ ਓਮਕਾਰ ਟੂ ਓਮ ਦੀ ਚੇਂਜ ਉਹਨਾਂ ਥਾਵਾਂ ਦੇ ਅੰਦਰ ਜਿੱਥੇ ਗੁਰੂ ਨਾਨਕ ਸਾਹਿਬ ਦੀ ਲੈਗੇਸੀ ਸੀਗੀ ਇਹ ਦਿਖਾਉਂਦਾ ਹੈ ਇੱਕ ਦਰਾਰ ਇਹ ਦਿਖਾਉਂਦਾ ਹੈ ਜਿਹੜਾ ਚੇਂਜ ਸਿਰਫ ਓਮ ਟੂ ਓਮ ਓਮਕਾਰ ਟੂ ਓਮ ਰਾਈਟ ਔਰ ਲਾਸਟ ਵਾਲਾ ਵੀਡੀਓ ਪਲੇ ਕਰਕੇ ਇੱਕ ਉਦਾਸੀਨ ਦਾ ਜਿਹੜਾ ਮੈਂ ਬਸ ਐਂਡ ਕਰਨਾ ਇਸ ਨੂੰ ਕਿਉਂਕਿ ਇਹ 80 ਸਾਲ ਦੇ ਬਜ਼ੁਰਗ ਸਨ ਜਿਨ੍ਹਾਂ ਦੀ ਮੈਂ ਬੜੇ ਇਹੋ ਜਿਹੇ ਹੋਰ ਐਸਪੈਕਟਸ ਵੀ ਨੇ ਇਹ ਸੋਚਣ ਨੂੰ ਮਜਬੂਰ ਕਰਦੇ ਨੇ ਇਹ ਗੱਲ ਨਹੀਂ ਕਰਦੇ ਸਾਡੇ ਨਾਲ ਬੜਾ ਟਾਈਮ ਲੱਗਦਾ ਇਹਨਾਂ ਨੂੰ ਬੁਲਵਾਉਣ ਵਾਸਤੇ ਲੇਕਿਨ ਅਸੀਂ ਇਹਨਾਂ ਦਾ ਟਰਸਟ ਜਿੱਤਿਆ ਤੇ ਫਿਰ ਉਹਨਾਂ ਨੇ ਕੀ ਕੀਤਾ We now visit the Lok Seva Ashram, an Udasin center in Sonpur city. Here, an elderly Udasin shared that in the past, the Guru Granth Sahib, the Sikh scripture,
was enshrined in the Lok Seva ashram. According to him, the present generation of Udasin community is no longer attached to Guru Nanak's philosophy. However, the elderly Udasins grew up in a tradition in which Guru Nanak's philosophy was their fulcrum. हमारा पंथ जो है गुरु नानक देव के पुत्र श्री चंद्र जी हुए। श्री चंद्र से हम लोगों का संप्रदाय चला। उदासी संप्रदाय क्या है? संसार के भोगों से उदास होकर के परम पिता परमात्मा में लग जाना। हमारे अखाड़े हैं, 3 अखाड़े हैं। तीनों अखाड़ा का धर्म क्या है? पूरे हिंदुस्तान में, विश्व में घूम घूम कर प्रचार करना। गुरु नानक देव जी ने उन्होंने गुरु मंत्र दिया, हम लोग को परम पिता परमात्मा का नाम बताया। उनका नाम एक ओम, परमात्मा है, एक है, एक ओम, सत्य नाम। परमात्मा का तो सत्य है, सारा संसार असत्य है, परमात्मा सिर्फ एक सत्य है। उन्होंने ये सिखाया जो मनुष्य इस संसार में अगर तुम सुख चाहते हो, परमात्मा का सुमरन करो, सुमरन से तुमको सब कुछ मिलेगा। हमारे गुरु साहब जो है वो भक्तों का वाणी है, भाषा नहीं है। भक्त ने अपनी वाणी को रखा, उसी को छपा गया है। वहाँ कोई जात भक्त नहीं है, किसी प्रकार भेदभाव नहीं। In a world which is fragmented and conditioned by biases, people glorify separation over celebrating union. Guru Nanak says the glory is in recognizing that we are all interconnected in this worldly game. बिछड़या का क्या बिछड़े, मिलया का क्या मेल, साहेब सो सलाहिए जिन कर देखे आखिर